ਸਤਿ ਸ਼੍ਰੀ ਅਕਾਲ। HSN TV ਦੇ ਵਿੱਚ ਤੁਸੀਂ ਜੁੜੇ ਹੋਏ ਹੋ ਆਪਣੀ ਦੋਸਤ ਸ਼ੀਤਲ ਦੇ ਨਾਲ। ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਕਲਾ ਦੀ, ਸੰਗੀਤ ਦੀ। ਜੀਵਨ ਅਗਰ ਇੱਕ ਆਨੰਦ ਦਾ ਬਗੀਚਾ ਹੈ ਤਾਂ ਸੰਗੀਤ, ਨ੍ਰਿਤਯ, ਕਲਾ ਇਸ ਬਗੀਚੇ ਦੇ ਪਿਆਰੇ ਜਿਹੇ ਫੁੱਲ ਨੇ। ਅਗਰ ਜੀਵਨ ਇੱਕ ਵਹਿੰਦੀ ਹੋਈ ਨਦੀ ਹੈ ਤਾਂ ਇਸ ਨਦੀ ਦੀ ਲਹਿਰ ਬਣ ਕੇ ਸਾਹਮਣੇ ਆਉਂਦੇ ਨੇ ਨ੍ਰਿਤਯ, ਕਲਾ ਤੇ ਸੰਗੀਤ। ਸੋ ਅੱਜ ਮੈਨੂੰ ਲੱਗਦਾ ਹੈ ਕਿ ਤੁਸੀਂ ਮੇਰਾ ਇਸ਼ਾਰਾ ਸਮਝ ਗਏ ਹੋ। ਅੱਜ ਅਸੀਂ ਇੱਕ ਇਹੋ ਜਿਹੀ ਸ਼ਖਸੀਅਤ ਦੇ ਨਾਲ ਮੁਲਾਕਾਤ ਕਰਨ ਜਾ ਰਹੇ ਹਾਂ ਜਿਨ੍ਹਾਂ ਨੇ ਸੰਗੀਤ ਔਰ ਨ੍ਰਿਤਯ ਇਸ ਖੇਤਰ ਦੇ ਵਿੱਚ ਚੰਗਾ ਨਾਮ ਕਮਾਇਆ। ਔਰ ਹੈਰਾਨੀ ਵਾਲੀ ਗੱਲ ਇਹ ਹੈ ਕਿ ਉਹ ਇੱਕ ਸਿੱਖ ਪਰਿਵਾਰ ਤੋਂ ਨੇ, ਪੰਜਾਬ ਜਲੰਧਰ ਸ਼ਹਿਰ ਤੋਂ ਨੇ, ਜਿੱਥੇ ਕੱਥਕ ਨਾਮ ਤੋਂ ਪਰਹੇਜ਼ ਹੀ ਕੀਤਾ ਜਾਂਦਾ ਹੈ। ਕੱਥਕ ਨ੍ਰਿਤਯ ਦਾ ਨਾਮ ਸ਼ਾਇਦ ਜਾਂ ਪਹਿਚਾਨ ਬਹੁਤ ਹੀ ਘੱਟ ਹੈ। ਕੱਥਕ ਡਾਂਸ ਸਿਰਫ ਇੱਕ ਸਟੇਜ ਦੇ ਵਿੱਚ ਪਰਫਾਰਮੈਂਸ ਦੇ ਤੌਰ 'ਤੇ ਕਦੀ ਕਦਾਰ ਵੇਖਿਆ ਜਾਂਦਾ ਹੈ, ਪਰ ਇਹਦਾ ਸ਼ੌਂਕ ਜਾਂ ਇਹਦਾ ਜਜ਼ਬਾ ਸ਼ਾਇਦ ਪੰਜਾਬ ਦੇ ਵਿੱਚ ਹੈ ਹੀ ਨਹੀਂ। ਸੋ ਆਓ ਮੁਲਾਕਾਤ ਕਰਦੇ ਹਾਂ। ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ। ਮਨਪ੍ਰੀਤ ਜੀ, ਤੁਹਾਡਾ ਸਾਡੇ TV ਦੇ ਵਿੱਚ ਸਾਡੇ ਨਾਲ ਜੁੜਨ ਦੇ ਲਈ ਬਹੁਤ ਬਹੁਤ ਤੁਹਾਡਾ ਸਵਾਗਤ। ਸਤਿ ਸ਼੍ਰੀ ਅਕਾਲ ਜੀ। ਜਿਵੇਂ ਕਿ ਮੈਂ ਆਪਣੇ ਦਰਸ਼ਕਾਂ ਨੂੰ ਦੱਸਿਆ ਕਿ ਤੁਸੀਂ ਇੱਕ ਤਾਂ ਸਿੱਖ ਪਰਿਵਾਰ ਤੋਂ, ਉੱਤੋਂ ਪੰਜਾਬ ਤੋਂ ਬਿਲੋਂਗ ਕਰਦੇ ਹੋ, ਜਲੰਧਰ ਸ਼ਹਿਰ ਤੋਂ, ਔਰ ਡਾਂਸ ਦੇ ਨਾਲ, ਉਹ ਵੀ ਕੱਥਕ ਦੇ ਨਾਲ ਤੁਹਾਡਾ ਕਿਸ ਤਰ੍ਹਾਂ ਜੋੜ ਹੋਇਆ? ਮਤਲਬ ਕਿਸ ਤਰੀਕੇ ਦੇ ਨਾਲ ਤੁਹਾਡੇ ਜੀਵਨ ਦੇ ਵਿੱਚ ਇਹ ਲਹਿਰ ਆਈ ਕਿ ਮੈਂ ਇਹਦੇ ਵਿੱਚ ਜਾਣਾ? ਸ਼ੁਰੂਆਤ ਤਾਂ ਇਸ ਤਰ੍ਹਾਂ ਹੋਈ ਸੀ ਕਿ ਬਚਪਨ ਤੋਂ ਹੀ ਡਾਂਸ ਤਾਂ ਮੈਨੂੰ ਬਹੁਤ ਪਸੰਦ ਸੀ ਅਤੇ ਡਾਂਸ ਸਿੱਖਣ ਇੱਕ ਕਲਾਸੀਕਲ ਡਾਂਸ ਦਾ ਉਦੋਂ ਤੱਕ ਮੈਨੂੰ ਨਹੀਂ ਪਤਾ ਸੀ, ਪਰ ਜੋ ਬਾਲੀਵੁੱਡ ਮੂਵੀਜ਼ ਦੇ ਵਿੱਚ ਜੋ ਡਾਂਸ ਵਗੈਰਾ ਹੁੰਦਾ ਸੀ ਉਹ ਮੈਂ ਦੇਖਦਾ ਹੁੰਦਾ ਸੀ, ਘਰੇ ਕਰਦਾ ਹੁੰਦਾ ਸੀ। ਅਤੇ ਮੇਰੇ ਪਿਤਾ ਜੀ ਨੂੰ ਵੀ ਮੇਰਾ ਡਾਂਸ ਕਰਨਾ ਪਸੰਦ ਸੀ, ਇਸ ਕਰਕੇ ਉਹ ਵੀ ਮੈਨੂੰ ਡਾਂਸ ਸਿਖਾਉਣ ਲੈ ਕੇ ਜਾਂਦੇ ਸੀਗੇ। ਪਰ ਜਦੋਂ ਮੈਂ ਕਾਲਜ ਜੁਆਇਨ ਕੀਤਾ ਅਤੇ ਮੇਰੇ ਇੱਕ ਸੀਨੀਅਰ ਸੀਗੇ ਨਿਤਿਨ ਸ਼ਰਮਾ ਜੀ, ਅਤੇ ਉਹਨਾਂ ਨੇ ਕਲਾਸੀਕਲ ਡਾਂਸ ਦੀ ਪਰਫੋਰਮੈਂਸ ਦਿੱਤੀ ਸੀ। ਉਹਨਾਂ ਨੂੰ ਵੇਖ ਕੇ ਮੈਨੂੰ ਇੱਦਾਂ ਲੱਗਾ ਕਿ ਕੁਛ ਵੱਖਰਾ ਜਿਹਾ ਉਹਨਾਂ ਨੇ ਕੀਤਾ ਹੈ, ਜਿਹਨੂੰ ਦੇਖ ਕੇ ਥੋੜ੍ਹੀ ਅਟਰੈਕਸ਼ਨ ਹੋ ਗਈ ਕਿ ਮੈਨੂੰ ਵੀ ਕੁਛ ਅਜਿਹਾ ਸਿੱਖਣਾ ਚਾਹੀਦਾ, ਇਹਨੂੰ ਕਰੀਅਰ ਬਣਾਉਣਾ ਚਾਹੀਦਾ ਜਾਂ ਫਿਰ ਇਸ ਦੇ ਵਿੱਚ ਦੇਖਣਾ ਚਾਹੀਦਾ ਕੀ ਹੈ ਕੀ। ਅਤੇ ਉੱਥੋਂ ਮੈਂ ਆਪਣੇ ਡਾਂਸ ਕੱਥਕ ਦੀ ਸ਼ੁਰੂਆਤ ਉਹਨਾਂ ਨੂੰ ਦੇਖ ਕੇ ਕੀਤੀ ਹੈ। ਮਤਲਬ ਜਦੋਂ ਤੁਹਾਡੇ ਮਨ ਦੇ ਵਿੱਚ ਇਹ ਚੀਜ਼ ਆਈ ਕਿ ਮੈਂ ਇਹ ਕਰਨਾ ਜਾਂ ਮੇਰੇ ਅੰਦਰ ਹੈ, ਮੈਂ ਕਰਾਂ, ਹੈ ਨਾ, ਅਤੇ ਤੁਸੀਂ ਆਪਣੇ ਪਰਿਵਾਰ 'ਚ ਗੱਲ ਕਹੀ ਹੋਏਗੀ। ਦੇਖੋ ਪੰਜਾਬ ਦੇ ਵਿੱਚ ਨਾ ਮੈਨੂੰ ਨਹੀਂ ਲੱਗਦਾ ਕਿ ਠੀਕ ਹੈ ਬਦਲਾਵ ਆਇਆ, ਪਰ ਇੰਨਾ ਨਹੀਂ ਆਇਆ ਕਿ ਕੋਈ ਆਪਣੇ ਬੱਚੇ ਨੂੰ ਕਹੇ ਕਿ ਹਾਂ ਤੂੰ ਇਹਨੂੰ ਐਜ਼ ਅ ਪ੍ਰੋਫੈਸ਼ਨ ਚੂਜ਼ ਕਰ ਜਾਂ ਇਹਨੂੰ ਜਾ ਕੇ ਸਿੱਖ। ਕਿੱਦਾਂ ਲਿਆ ਤੁਹਾਡੇ ਪਰਿਵਾਰ ਦਾ ਉਸ ਟਾਈਮ ਮਾਹੌਲ? ਕਿੱਦਾਂ ਉਹ ਮੰਨੇ? ਉਹ ਵੈਸੇ ਫਿਲਹਾਲ ਵੀ ਹਜੇ ਵੀ ਮੇਰੇ ਇਸ ਫੀਲਡ ਨੂੰ ਲੈ ਕੇ ਤਿਆਰ ਨਹੀਂ ਨੇ, ਪਰ ਜਦੋਂ ਮੈਂ ਸਿੱਖਣਾ ਸ਼ੁਰੂ ਕੀਤਾ ਪਹਿਲਾਂ ਤਾਂ 1-2 ਸਾਲ ਮੈਂ ਉਹਨਾਂ ਨੂੰ ਬਿਲਕੁਲ ਨਹੀਂ ਦੱਸਿਆ ਕਿ ਮੈਂ ਇੱਕ ਪ੍ਰੋਫੈਸ਼ਨਲ ਕੱਥਕ ਦੀ ਟ੍ਰੇਨਿੰਗ ਲੈ ਰਿਹਾ, ਅਤੇ ਕਾਫੀ ਟਾਈਮ ਮੈਂ ਇੱਦਾਂ ਹੀ ਸਿੱਖਦਾ ਰਿਹਾ ਆਪਣੇ ਫਰੈਂਡ ਦੇ ਨਾਲ ਆ ਜਾ ਕੇ। ਪਰ ਇੱਕ ਵਾਰੀ ਨਿਤਿਨ ਜੀ ਦੀ ਪਰਫੋਰਮੈਂਸ ਸੀਗੀ ਅਤੇ ਉਹਨਾਂ ਦੇ ਨਾਲ ਹੀ ਮੈਂ ਜਦੋਂ ਆਪਣੀ ਪ੍ਰੈਕਟਿਸ ਆਪਣੇ ਗੁਰੂ ਜੀ ਅਸ਼ਵਨੀ ਕੱਥਕ ਜੀ ਕੋਲ ਸਿੱਖਦਾ ਹੁੰਦਾ ਸੀਗਾ, ਅਤੇ ਉਹਨਾਂ ਦੇ ਨਾਲ ਹੀ ਉਹ ਮੈਨੂੰ ਵੀ ਤਿਆਰ ਕਰ ਰਹੇ ਸੀ ਕਿ ਹੁਣ ਤੁਸੀਂ ਆ ਰਹੇ ਹੋ ਅਤੇ ਨਾਲ ਨਾਲ ਦੇਖ ਕੇ ਸਿੱਖਦੇ ਰਹੋ, ਕਿਉਂਕਿ ਕਰਨ ਦੇ ਨਾਲ ਹੀ ਕਲਾ ਇੱਕ ਇੱਦਾਂ ਦੀ ਚੀਜ਼ ਹੈ ਜਿਹਨੂੰ ਬਾਰ-ਬਾਰ ਕਰੋ ਤਾਂ ਹੀ ਉਹ ਆਉਂਦੀ ਹੈ। ਅਤੇ ਉਹ ਬਿਮਾਰ ਹੋ ਗਏ ਸੀ ਅਤੇ ਉਹਨਾਂ ਦੀ ਜਗ੍ਹਾ ਮੈਨੂੰ ਮੇਰੇ ਗੁਰੂ ਜੀ ਨੇ ਪੁਸ਼ ਕੀਤਾ ਕਿ ਹੁਣ ਤੂੰ ਪਰਫੋਰਮ ਕਰ। ਅਤੇ ਉਦੋਂ ਮੈਂ ਪਰਫੋਰਮ ਕਰਨ ਲਈ ਇੱਕ ਇੰਸੀਡੈਂਟ ਦੱਸਣਾ ਚਾਹਾਂਗਾ ਕਿ ਮੈਂ ਉਹ ਪਰਫੋਰਮੈਂਸ ਦੇਣ ਲਈ ਆਪਣੇ ਨਿਤਿਨ ਦੇ ਘੁੰਗਰੂ ਘਰ ਲੈ ਕੇ ਗਿਆ, ਅਤੇ ਉਹ ਮੇਰੇ ਬੈਗ ਦੇ ਵਿੱਚ ਸੀ। ਉਹਨਾਂ ਦੀ ਆਵਾਜ਼ ਛਣ ਆ ਰਹੀ ਸੀ ਅਤੇ ਮੇਰੇ ਘਰ ਦੇ ਹੈਰਾਨ ਹੋ ਗਏ ਕਿ ਇਹ ਆਵਾਜ਼ ਕਿੱਥੋਂ ਆ ਰਹੀ ਹੈ। ਅਤੇ ਜਦੋਂ ਉਹਨਾਂ ਨੇ ਦੇਖਿਆ ਕਿ ਮੇਰੇ ਬੈਗ ਦੇ ਵਿੱਚ ਘੁੰਗਰੂ ਪਏ ਨੇ, ਅਤੇ ਅਗਲੇ ਦਿਨ ਮੇਰੀ ਪਰਫੋਰਮੈਂਸ ਸੀਗੀ ਅਤੇ ਉਹਨਾਂ ਨੇ ਮੇਰੇ ਘੁੰਗਰੂਆਂ ਦਾ ਬੈਗ ਲੁਕਾ ਦਿੱਤਾ ਤਾਂ ਕਿ ਮੈਂ ਪਰਫੋਰਮ ਹੀ ਨਾ ਕਰ ਸਕਾਂ। ਇਸ ਤਰ੍ਹਾਂ ਫਿਰ ਜਿੱਦਾਂ ਕਿੱਦਾਂ ਮੈਂ ਲੱਭ ਕੇ ਕਨਵਿੰਸ ਉਹਨਾਂ ਨੂੰ ਕੀਤਾ ਕਿ ਮੇਰੀ ਪਰਫੋਰਮੈਂਸ ਹੈ ਅਤੇ ਮੈਨੂੰ ਘੁੰਗਰੂ ਚਾਹੀਦੇ ਨੇ, ਅਤੇ ਉਸ ਟਾਈਮ 'ਤੇ ਉਹਨਾਂ ਨੇ ਦੇ ਦਿੱਤੇ। ਪਰ ਉਸ ਤੋਂ ਬਾਅਦ ਵੀ ਉਹਨਾਂ ਨੇ ਮੈਨੂੰ ਕਿਹਾ ਕਿ ਅਸੀਂ ਤਿਆਰ ਨਹੀਂ ਹੈਗੇ, ਤੁਸੀਂ ਜੇ ਡਾਂਸ ਸਿੱਖਣਾ ਹੈ ਅਤੇ ਆਪਣੇ ਪੰਜਾਬ ਦਾ ਡਾਂਸ ਸਿੱਖੋ, ਭੰਗੜਾ ਸਿੱਖੋ। ਅਤੇ ਕੱਥਕ, ਕਿਉਂਕਿ ਬਹੁਤ ਸਾਰੇ ਰੀਜ਼ਨ ਨੇ ਕਿ ਕੱਥਕ ਨੂੰ ਪਸੰਦ ਨਹੀਂ ਕੀਤਾ ਜਾਂਦਾ, ਕਿਉਂਕਿ ਬਾਲੀਵੁੱਡ ਮੂਵੀਜ਼ ਦੇ ਵਿੱਚ ਕੱਥਕ ਨੂੰ ਜਿਸ ਤਰੀਕੇ ਨਾਲ ਰਿਪਰੈਜ਼ੈਂਟ ਕੀਤਾ ਜਾਂਦਾ ਹੈ ਉਹ ਉਸ ਤਰ੍ਹਾਂ ਦਾ ਹੈ ਹੀ ਨਹੀਂ। ਅੱਜ ਕੱਲ੍ਹ TV ਰਿਐਲਿਟੀ ਸ਼ੋਜ਼ ਦੇ ਵਿੱਚ ਵੀ ਜੋ ਕੱਥਕ ਪ੍ਰੈਜ਼ੈਂਟ ਕੀਤਾ ਜਾਂਦਾ ਉਹ ਫਿਊਜ਼ਨ ਪ੍ਰੈਜ਼ੈਂਟ ਕੀਤਾ ਜਾਂਦਾ, ਪਿਓਰ ਫਾਰਮ ਉਹਦੀ ਨਹੀਂ ਕੀਤੀ ਜਾਂਦੀ। ਇਸੇ ਕਰਕੇ ਖਾਸ ਲੋਕਾਂ ਦਾ ਨਾ ਉਹਦੇ ਪ੍ਰਤੀ ਨਜ਼ਰੀਆ ਅੱਛਾ ਨਹੀਂ ਹੈ, ਖਾਸ ਕਰਕੇ ਪੰਜਾਬ ਦੇ ਵਿੱਚ ਤਾਂ ਕੱਥਕ ਦਾ ਵੀ ਕੋਈ ਹੈ ਹੀ ਨਹੀਂ, ਸਕੋਪ ਹੀ ਨਹੀਂ ਹੈ ਨਾ। ਇੱਕ ਇਹ ਵੀ ਰੀਜ਼ਨ ਹੋ ਸਕਦਾ ਹੈ ਕਿ ਇੱਕ ਤਾਂ ਨਾਰਥ ਇੰਡੀਆ ਦੀ ਓਰੀਜਨ ਨਹੀਂ ਹੈ, ਹੈ ਨਾ ਕੱਥਕ।
नहीं नॉर्थ इंडिया ਦਾ ਬਕਾਇਦਾ ਜਿਹੜਾ ਕਲਾਸੀਕਲ ਡਾਂਸ ਕਥਕ ਹੈ ਉਹ ਸਾਡੇ ਨਾਰਥ ਇੰਡੀਆ ਦਾ ਡਾਂਸ ਹੈ ਯੂਪੀ ਵਾਲੀ ਸਾਈਡ ਦਾ ਪਰ ਪੰਜਾਬ ਦੇ ਵਿੱਚ ਇੱਕ ਸੋਚ ਹੈ ਕਿ ਨਹੀਂ ਜੇ ਡਾਂਸ ਕਰਨਾ ਹੈ ਗਿੱਧਾ ਕਰੋ ਭੰਗੜਾ ਕਰੋ ਹੈ ਨਾ। ਅੱਛਾ ਇੱਕ ਤੁਸੀਂ ਸਿੱਖ ਪਰਿਵਾਰ ਤੋਂ ਸੀ, ਇੱਕ ਨਾ ਸੋਚ ਹੁੰਦੀ ਹੈ ਕਿ ਡਾਂਸ ਹੈ ਲੜਕੀ ਕਰੇਗੀ ਹੈ ਨਾ, ਲੜਕੀ ਇਹਦੇ ਲਈ ਬਣੀ ਹੈ ਜਾਂ ਲੜਕੀ ਦੇ ਅੰਦਰ ਉਹ ਸਾਰੇ ਇਮੋਸ਼ਨਸ ਆ ਸਕਦੇ ਨੇ ਜਿਹੜੇ ਕਥਕ ਦੇ ਵਿੱਚ ਹੁੰਦੇ ਨੇ। ਜਿਵੇਂ ਕਿ ਮੈਂ ਤੁਹਾਡਾ ਡਾਂਸ ਦੇਖਿਆ ਉਹਦੇ ਵਿੱਚ ਅਗਰੈਸ਼ਨ ਵੀ ਆਈ ਹੈ ਕਿਤੇ ਕਿਤੇ, ਅਫੈਕਸ਼ਨ ਹੈ, ਲਵ ਵੀ ਹੈ ਨਾ। ਸੋ ਕਈ ਤਰ੍ਹਾਂ ਦੇ ਵੇਰੀਏਸ਼ਨਸ ਆਉਂਦੀਆਂ ਨੇ ਅਤੇ ਇੱਕ ਸੋਚ ਹੁੰਦੀ ਹੈ ਕਿ ਨਹੀਂ ਇਹ ਸਿਰਫ ਵੇਰੀਏਸ਼ਨਸ ਲੜਕੀਆਂ ਦੇ ਅੰਦਰ ਹੁੰਦੀਆਂ ਨੇ। ਤੁਹਾਨੂੰ ਕੀ ਲੱਗਦਾ ਕਿ ਗਲਤ ਹੈ? ਬਿਲਕੁਲ ਜੀ ਇਹ ਗਲਤ ਹੈ। ਰੱਬ ਦੇ ਬਣਾਏ ਦੋ ਹੀ ਬੰਦੇ ਨੇ, ਇੱਕ ਆਦਮੀ ਅਤੇ ਇੱਕ ਔਰਤ, ਦੋਨਾਂ ਦੇ ਸਿਰਫ ਫਿਜ਼ੀਕਲ ਡਿਫਰੈਂਸਿਸ ਹੈਗੇ ਨੇ, ਉਹਨਾਂ ਦੀ ਸ਼ਕਤੀ ਕੈਪੇਬਿਲਿਟੀ ਉਹਨਾਂ ਦੇ ਇਮੋਸ਼ਨ ਸਾਰੇ ਇੱਕ ਬਰਾਬਰ ਨੇ, ਕੋਈ ਫਰਕ ਨਹੀਂ ਹੈ ਉਹਦੇ ਵਿੱਚ। ਪਰ ਇਹ ਲੋਕਾਂ ਦੀ ਸੋਚ ਹੈ ਕਿ ਉਹਨਾਂ ਨੂੰ ਲੱਗਦਾ ਕਿ ਇੱਕ ਮੁੰਡਾ ਕਥਕ ਨਹੀਂ ਕਰ ਸਕਦਾ ਕਿਉਂਕਿ ਉਹਦੇ ਵਿੱਚ ਉਹਨਾਂ ਨੂੰ ਇਸ ਤਰ੍ਹਾਂ ਲੱਗਦਾ ਕਿ ਉਹਦੇ ਵਿੱਚ ਫੈਮਿਨਿਨ ਕੁਆਲਿਟੀਜ਼ ਜ਼ਿਆਦਾ ਆ ਜਾਣਗੀਆਂ, ਜਦਕਿ ਇਸ ਤਰ੍ਹਾਂ ਨਹੀਂ ਹੁੰਦਾ। ਤੁਸੀਂ ਕੋਈ ਡਾਂਸ ਕੋਈ ਕਲਾ ਸਿੱਖਦੇ ਹੋ ਉਹਦੇ ਵਿੱਚ ਤੁਸੀਂ ਕਿਸ ਚੀਜ਼ ਨੂੰ ਕਿਸ ਪੁਆਇੰਟ ਨੂੰ ਆਪਣੇ ਅੰਦਰ ਜ਼ਿਆਦਾ ਨਿਚੋੜ ਲੈਂਦੇ ਹੋ ਉਹ ਤੁਹਾਡਾ ਵਿਅਕਤੀਤਵ ਬਣ ਜਾਂਦਾ ਹੈ। ਅਤੇ ਇਹ ਵੀ ਕਹਿਣਾ ਗਲਤ ਨਹੀਂ ਹੈ ਕਿ ਹਾਂ ਇਹ ਮੁਸ਼ਕਿਲ ਡਾਂਸ ਫਾਰਮ ਹੈ ਅਤੇ ਇਹਦੇ ਵਿੱਚੋਂ ਅਸੀਂ ਕੀ ਆਪਣਾ ਪਰਸਨੈਲਿਟੀ ਪਾਰਟ ਬਣਾ ਰਹੇ ਹਾਂ ਉਹ ਸਾਡੇ 'ਤੇ ਹੈ, ਉਹ ਕਲਾ ਦੀ ਕੋਈ ਗਲਤੀ ਨਹੀਂ ਹੈਗੀ। ਕੁਛ ਹਾਂ ਮੈਂ ਕਹਿੰਦਾ ਕੁਛ ਫੈਮਿਨਿਨ ਹੋ ਜਾਂਦੇ ਨੇ ਪਰ ਉਹਨਾਂ ਦਾ ਆਪਣਾ ਬਿਹੇਵੀਅਰ ਆਪਣੀ ਚੋਇਸ ਹੁੰਦੀ ਹੈ ਕਿ ਉਹਨਾਂ ਨੇ ਡਾਂਸ ਦੇ ਵਿੱਚ ਉਹ ਪੁਆਇੰਟ ਲਿਆ। ਕਿਉਂਕਿ ਜਿਹੜਾ ਡਾਂਸ ਦਾ ਕਥਕ ਦਾ ਓਰੀਜਨ ਹੈ ਉਹ ਤਾਂਡਵ ਡਾਂਸ ਤੋਂ ਹੈ, ਤਾਂਡਵ ਅਤੇ ਤਾਂਡਵ ਸ਼ਿਵ ਦਾ ਡਾਂਸ ਹੈ। ਤਾਂ ਉਹ ਇੱਕ ਵੀਗਰਸ ਡਾਂਸ ਫਾਰਮ ਹੈ, ਗੁੱਸੇ ਦੇ ਵਿੱਚ ਉਤਪੰਨ ਕੀਤਾ ਗਿਆ, ਆਨੰਦ ਦੇ ਵਿੱਚ ਵੀ ਉਹਨਾਂ ਨੇ ਕੀਤਾ ਅਤੇ ਉਹ ਇੱਕ ਆਦਮੀ ਵੱਲੋਂ ਹੀ ਇਜਾਦ ਕੀਤਾ ਗਿਆ ਸੀ। ਪਰ ਇਹ ਜਿਹੜੀ ਸੋਚ ਹੈ ਜਾਂ ਮੈਂ ਕਹਾਂ ਅਵੇਅਰਨੈਸ ਹੈ ਜਿਹੜੀ ਇਹਦੇ ਬਾਰੇ ਲੋਕਾਂ ਨੂੰ ਨਹੀਂ ਹੈ ਅਤੇ ਸ਼ਾਇਦ ਲੋਕ ਲੈਣਾ ਵੀ ਨਹੀਂ ਚਾਹੁੰਦੇ ਇਹਦੇ ਬਾਰੇ ਕੋਈ ਜ਼ਿਆਦਾ ਜਾਣਕਾਰੀ। ਬਿਲਕੁਲ ਤੁਸੀਂ ਸਹੀ ਕਹਿ ਰਹੇ ਹੋ ਕਿ ਲੋਕ ਇਹਦੇ ਪ੍ਰਤੀ ਜਾਗਰੂਕ ਨਹੀਂ ਹੈ, ਉਹ ਅਤੇ ਉਹਨੂੰ ਜਾਣਨਾ ਵੀ ਨਹੀਂ ਸਮਝਣਾ ਵੀ ਨਹੀਂ ਚਾਹੁੰਦੇ। ਕਿਉਂ ਪਹਿਲਾ ਰੀਜ਼ਨ ਤਾਂ ਇਹ ਕਿ ਕਲਾਸੀਕਲ ਜਿਤਨੇ ਵੀ ਡਾਂਸ ਫਾਰਮ ਹੈ ਕਲਾਵਾਂ ਵਾਂਗ ਸੰਗੀਤ ਆ ਸਿੱਖਣ 'ਚ ਬਹੁਤ ਮੁਸ਼ਕਿਲ ਹੈ, ਬਹੁਤ ਟਾਈਮ ਲੈਂਦੀਆਂ ਨੇ, ਸਮਝ ਨਹੀਂ ਆਉਂਦੀਆਂ ਅਤੇ ਇੱਕ ਨੋਰਮਲ ਆਦਮੀ ਵਾਸਤੇ ਇਹਨਾਂ ਨੂੰ ਸਮਝਣਾ ਗ੍ਰਾਸਪ ਕਰਨਾ ਥੋੜ੍ਹਾ ਮੁਸ਼ਕਿਲ ਹੈ। ਇਸ ਕਰਕੇ ਲੋਕ ਅਵੋਇਡ ਕਰਦੇ ਉਹਨਾਂ ਨੂੰ ਸਿਰਫ ਐਂਟਰਟੇਨਮੈਂਟ ਚਾਹੀਦਾ ਹੈ ਜੋ ਕਿ ਬਾਲੀਵੁੱਡ ਵਿੱਚ ਮਸਾਲਾ ਮਿਲ ਜਾਂਦਾ ਹੈ, ਬਾਲੀਵੁੱਡ ਸੌਂਗਸ ਦੇ ਵਿੱਚ ਮਿਲ ਜਾਂਦਾ ਹੈ, ਗੇਮਸ ਦੇ ਵਿੱਚ ਮਿਲ ਜਾਂਦਾ ਹੈ। ਅਤੇ ਅੱਜ ਦੀ ਜਿੰਨੀ ਵੀ ਜਨਰੇਸ਼ਨ ਹੈ ਉਹ ਇਹਨਾਂ ਚੀਜ਼ਾਂ ਤੋਂ ਉਹ ਕੀ ਕੁਇੱਕ ਰਿਜ਼ਲਟ ਚਾਹੁੰਦੀਆਂ ਹੈ ਅਤੇ ਇਸ ਕਰਕੇ ਉਹ ਰੂਟਸ ਦੇ ਨਾਲ ਕਨੈਕਟ ਨਾ ਹੋ ਕੇ ਉੱਪਰੀ ਸਤ੍ਹਾ ਦੇ 'ਤੇ ਰਹਿ ਕੇ ਸਾਰਾ ਕੁਛ ਉਹੀ ਹਾਸਿਲ ਕਰਨੀਆਂ ਚਾਹੁੰਦੀ ਜਲਦੀ ਸਾਨੂੰ ਡਾਂਸ ਆ ਜਾਏ ਹੈ ਨਾ। ਅੱਛਾ ਇੱਕ ਚੀਜ਼ ਹੋਰ ਜਿੱਦਾਂ ਅੱਜ ਕੱਲ੍ਹ ਸਕੂਲਾਂ 'ਚ ਆਪਾਂ ਦੇਖਦੇ ਪੰਜਾਬ ਦੀ ਗੱਲ ਕਰਦੇ ਹਾਂ, ਪੰਜਾਬ ਦੇ ਸਕੂਲਾਂ 'ਚ ਡਾਂਸ ਐਕਟੀਵਿਟੀਜ਼ ਬਹੁਤ ਹੁੰਦੀਆਂ ਨੇ, ਪੇਰੈਂਟਸ ਦਾ ਵੀ ਥੋੜ੍ਹਾ ਜਿਹਾ ਰੁਝਾਨ ਹੈ ਕਿ ਬੱਚੇ ਨੂੰ ਸਟੱਡੀ ਦੇ ਨਾਲ ਡਾਂਸ ਵੱਲ ਲਗਾ ਦਿੱਤਾ ਜਾਏ। ਸੋ ਬਹੁਤ ਸਾਰੀਆਂ ਅਕੈਡਮੀਜ਼ ਨੇ ਜਿਹਦੇ ਵਿੱਚ ਡਾਂਸ ਸਿਖਾਇਆ ਜਾਂਦਾ, ਮੇਰੇ ਖਿਆਲ ਨਾਲ ਉਹ ਵੀ ਬਾਲੀਵੁੱਡ ਗੀਤਾਂ ਦੇ ਉੱਤੇ ਹੀ ਡਾਂਸ ਸਿਖਾਇਆ ਜਾਂਦਾ ਹੈ ਨਾ। ਅਤੇ ਜ਼ਿਆਦਾ ਇਹਨੂੰ ਪ੍ਰੋਫੈਸ਼ਨ ਕਿਉਂ ਨਹੀਂ ਲੋਕ ਸੋਚਦੇ ਕਿ ਅਸੀਂ ਆਪਣੇ ਬੱਚੇ ਦਾ ਅਗਰ ਪ੍ਰੋਫੈਸ਼ਨ ਬਣਦਾ ਅਤੇ ਇਹਨੂੰ ਉੱਧਰ ਭੇਜੀਏ? ਵੈਸੇ ਕੀ ਸਕੋਪ ਹੈ ਅੱਗੇ ਇਹਦੇ ਵਿੱਚ? ਪ੍ਰੋਫੈਸ਼ਨਲੀ ਇਸ ਚੀਜ਼ ਦੇ ਵਿੱਚ ਬਹੁਤ ਸਕੋਪ ਹੈ, ਲੋਕਾਂ ਨੂੰ ਅਵੇਅਰਨੈਸ ਹੀ ਨਹੀਂ ਹੈ ਕਿ ਡਾਂਸ ਦੇ ਵਿੱਚ ਕੀ ਸਕੋਪ ਹੈ। ਫਸਟ ਕਿ ਤੁਸੀਂ ਅਗਰ ਡਾਂਸ ਦੇ ਵਿੱਚ ਡਿਗਰੀ ਕਰ ਲੈਂਦੇ ਹੋ, ਤੁਸੀਂ MA ਕਰ ਲੈਂਦੇ ਹੋ, ਫਿਰ ਤੁਸੀਂ PhD ਕਰਦੇ ਹੋ, ਤੁਸੀਂ ਇੱਕ ਡਾਕਟਰੇਟ ਬਣ ਸਕਦੇ ਹੋ, ਆਪਣੀ ਰਾਈਟਅਪਸ ਲਿਖ ਸਕਦੇ ਹੋ, ਆਪਣੀ ਬੁੱਕ ਪਬਲਿਸ਼ ਕਰ ਸਕਦੇ ਹੋ। ਫਸਟ ਇਹ ਹੈ ਕਿ ਤੁਸੀਂ ਡਾਕਟਰੇਟ ਬਣ ਕੇ ਤੁਸੀਂ ਗੌਰਮੈਂਟ ਇੰਸਟੀਟਿਊਟ ਦੇ ਵਿੱਚ ਬਕਾਇਦਾ ਪ੍ਰੋਫੈਸ਼ਨਲ ਵੈਕੈਂਸੀਆਂ ਨਿਕਲਦੀਆਂ ਨੇ ਕਲਾਸੀਕਲ ਡਾਂਸ ਵਾਸਤੇ, ਮਿਨਿਸਟਰੀ ਦੇ ਵਿੱਚ ਵੈਕੈਂਸੀਆਂ ਨਿਕਲਦੀਆਂ ਨੇ, ਰੇਲਵੇ ਦੇ ਵਿੱਚ ਸਪੈਸ਼ਲ ਇੱਕ ਕੋਟਾ ਹੈ ਜਿਹਦੇ ਵਿੱਚ ਉਹ ਇੱਕ ਹਰ ਸਾਲ ਕੋਈ ਨਾ ਕੋਈ ਆਪਣੇ ਖੇਤਰ ਦੇ ਵਿੱਚੋਂ ਇੱਕ ਕਲਾਸੀਕਲ ਡਾਂਸ ਵਾਲੇ ਨੂੰ ਕਰਦੇ ਨੇ। ਇਸੇ ਤਰ੍ਹਾਂ ਬਾਕੀ ਵੀ ਜਿੰਨੇ ਇੰਸਟੀਟਿਊਟ ਨੇ ਮਿਨਿਸਟਰੀ ਆਫ ਕਲਚਰ ਦੇ ਅੰਤਰਗਤ ਬਹੁਤ ਸਕੋਪ ਨੇ। ਤੁਸੀਂ ICCR ਦੇ ਥਰੂ ਅਗਰ ਤੁਸੀਂ ਆਪਣਾ ਕਥਕ ਸਟਰੋਂਗ ਕਰਦੇ ਹੋ ਤਾਂ ਤੁਸੀਂ ਕਲਚਰਲ ਰਿਲੇਸ਼ਨਸ਼ਿਪ ਵਧਾਉਣ ਵਾਸਤੇ ਦੂਸਰੇ ਕੰਟਰੀਜ਼ ਦੇ ਵਿੱਚ ਜਾ ਕੇ ਆਪਣੇ ਭਾਰਤ ਨੂੰ ਰਿਪਰੈਜ਼ੈਂਟ ਕਰ ਸਕਦੇ ਹੋ। ਇਸ ਤੋਂ ਇਲਾਵਾ ਇੱਕ ਇੰਟਰਨਸ਼ਿਪ ਵੀ ਦਿੱਤੀ ਜਾਂਦੀ ਹੈ, ਕਥਕ ਕੇਂਦਰ ਜਿਹੜਾ ਇੰਸਟੀਟਿਊਟ ਹੈ ਉਹਦੇ ਵਿੱਚ ਤੁਹਾਨੂੰ ਬਕਾਇਦਾ ਇੰਟਰਨਸ਼ਿਪ ਦਿੱਤੀ ਜਾਂਦੀ ਹੈ ਜਿੱਥੇ ਰਹਿ ਕੇ ਤੁਸੀਂ ਕਥਕ ਨੂੰ ਪ੍ਰਮੋਟ ਕਰ ਸਕਦੇ ਹੋ, ਤੁਹਾਨੂੰ ਰੈਗੂਲਰ ਉੱਥੇ ਪਰਫੋਰਮੈਂਸਿਸ ਕਰਨ ਨੂੰ ਮਿਲਦੀਆਂ ਨੇ। ਤਾਂ ਤੁਸੀਂ ਇੱਕ ਗੁਰੂ ਦੇ ਪਦ ਦੇ ਵਿੱਚ ਵੀ ਆਪਣਾ ਜਾ ਸਕਦੇ ਹੋ, ਤੁਸੀਂ ਅੱਛੀ ਸਟੱਡੀ ਕਰਕੇ ਆਪਣਾ ਇੰਸਟੀਟਿਊਟ ਖੋਲ੍ਹ ਸਕਦੇ ਹੋ। ਤਾਂ ਬਹੁਤ ਸਾਰੀ ਓਪਰਚੁਨਿਟੀਜ਼ ਨੇ, ਬਸ ਇਹ ਹੈ ਕਿ ਲੋਕਾਂ ਨੂੰ ਇਹਦੇ ਬਾਰੇ ਅਵੇਅਰਨੈਸ ਨਹੀਂ ਹੈ ਕਿ ਇਹਦੇ ਵਿੱਚ ਕੀ ਹੈ। ਬਸ ਉਹ ਇੱਕ ਰਵਾਇਤ ਬਣੀ ਹੋਈ ਹੈ ਕਿ ਬੱਚਾ ਪੜ੍ਹ ਰਿਹਾ ਹੈ ਜਾਂ ਮੈਡੀਕਲ ਕਰੇਗਾ, ਨੋਨ ਮੈਡੀਕਲ ਕਰੇਗਾ, ਕਮਰਸ ਕਰੇਗਾ ਹੈ ਨਾ। ਅਗਰ ਮਿਊਜ਼ਿਕ ਹੈ ਤਾਂ ਇੱਕ ਸਿੰਗਿੰਗ ਤੱਕ ਹੀ ਉਹ ਹੁੰਦਾ ਹੈ ਨਾ। ਅੱਜ ਕੱਲ੍ਹ ਤਾਂ ਉਹ ਵੀ ਬਹੁਤ ਜ਼ਿਆਦਾ ਮੈਂ ਕਹੂੰਗੀ ਕਿ ਹਰ ਕੋਈ ਸਿੰਗਰ ਵੀ ਬਣਦਾ ਜਾ ਰਿਹਾ, ਪਰ ਉਹ ਗੱਲਬਾਤ ਨਹੀਂ ਹੁੰਦੀ। ਇੱਦਾਂ ਹੀ ਜਿਵੇਂ ਕਿ ਤੁਸੀਂ ਇਸ ਵਾਰੀ ਨੈਸ਼ਨਲ ਇੰਸਟੀਟਿਊਟ ਹੈ ਕਥਕ ਦਾ, ਉਹਦੇ ਵਿੱਚ ਤੁਸੀਂ ਚੁਣੇ ਗਏ ਹੋ ਔਰ ਮੈਂ ਆਪਣੇ ਦਰਸ਼ਕਾਂ ਨੂੰ ਦੱਸਦਾ ਕਿ ਪੰਜਾਬ ਦੇ ਇਹ ਦੂਸਰੇ ਇਹੋ ਜਿਹੇ ਵਿਅਕਤੀ ਨੇ ਜਿਹੜੇ ਕਿ ਉਹਦੇ ਲਈ ਚੁਣੇ ਗਏ ਨੇ। ਅੱਗੇ ਉੱਥੇ ਕੀ ਸਕੋਪ ਹੈ ਇਸ ਚੀਜ਼ ਦਾ? ਅਗਰ ਬੱਚੇ ਜਦੋਂ ਚੁਣ ਕੇ ਉੱਥੇ ਜਾਂਦੇ ਨੇ ਉਹ ਸਾਰਾ ਪ੍ਰੋਸੀਜਰ ਸਾਨੂੰ ਦੱਸੋ।
ਕਥਕ ਕੇਂਦਰ ਦਾ ਇੱਕ ਜੇ ਮਿਨਿਸਟਰੀ ਆਫ ਕਲਚਰ ਦੇ ਅੰਦਰ ਆਉਂਦਾ ਹੈ, ਜਿਵੇਂ ਕਿ ਇੱਕ ਨੈਸ਼ਨਲ ਸਕੂਲ ਆਫ ਡਰਾਮਾ NSD ਹੈ, ਉਹਦੇ ਹੀ ਪੈਰਲਲ ਨੈਸ਼ਨਲ ਇੰਸਟੀਟਿਊਟ ਆਫ ਕਥਕ ਹੈ, ਜਿਹਦੇ ਵਿੱਚ ਹਰ ਸਾਲ ਉਹ 40 ਤੋਂ 45 ਬੱਚੇ ਪੂਰੇ ਵਰਲਡ ਦੇ ਵਿੱਚੋਂ ਸਿਲੈਕਟ ਕਰਦੇ ਨੇ ਕੋਰਸਿਸ ਵਾਸਤੇ। ਅਲੱਗ-ਅਲੱਗ ਕੋਰਸਿਸ ਨੇ ਉੱਥੇ, ਡਿਪਲੋਮਾ ਕੋਰਸਿਸ, ਪੋਸਟ ਡਿਪਲੋਮਾ ਕੋਰਸਿਸ, ਫਾਊਂਡੇਸ਼ਨ ਕੋਰਸਿਸ, ਅਤੇ ਉਹਨਾਂ ਦੇ ਵਿੱਚ ਉਹਨਾਂ ਨੂੰ ਬਕਾਇਦਾ ਕਥਕ ਦੀ ਟ੍ਰੇਨਿੰਗ ਦਿੱਤੀ ਜਾਂਦੀ ਹੈ। ਨਾ ਕੇਵਲ ਕਥਕ ਦੀ, ਉਹਦੇ ਵਿੱਚ ਤੁਹਾਨੂੰ ਵੋਕਲ ਵੀ ਸਿਖਾਇਆ ਜਾਂਦਾ, ਕਲਾਸੀਕਲ ਮਿਊਜ਼ਿਕ, ਤੁਹਾਨੂੰ ਕਲਾਸੀਕਲ ਇੰਸਟਰੂਮੈਂਟ ਤਬਲਾ ਜਾਂ ਪਖਾਵਤ ਸਿਖਾਇਆ ਜਾਂਦਾ ਹੈ, ਤੁਹਾਨੂੰ ਯੋਗਾ ਸਿਖਾਇਆ ਜਾਂਦਾ ਹੈ, ਡਾਂਸ ਦੀ ਥਿਊਰੀ ਪੜ੍ਹਾਈ ਜਾਂਦੀ ਹੈ, ਤਾਂ ਕਿ ਤੁਸੀਂ ਚਾਰੋਂ ਪੰਜੋ ਚੀਜ਼ਾਂ ਨੂੰ ਮਿਲਾ ਕੇ ਜਿਹੜੀ ਤੁਹਾਡੀ ਨੌਲੇਜ ਵੱਧ ਸਕੇ, ਤੁਸੀਂ ਇੱਕ ਆਪਣੀ ਪਰਫੋਰਮੈਂਸ ਤਿਆਰ ਕਰ ਸਕੋ। ਉਸ ਇੰਸਟੀਟਿਊਟ ਦੇ ਵਿੱਚ ਤੁਸੀਂ ਅਲੱਗ-ਅਲੱਗ ਗੁਰੂਆਂ ਦੇ ਅੰਦਰ ਉਹਨਾਂ ਦੀ ਕੋਰੀਓਗ੍ਰਾਫੀਜ਼ ਪਰਫੋਰਮ ਕਰਦੇ ਹੋ। ਜੇ ਤੁਹਾਡਾ ਡਾਂਸ ਪਰਫੋਰਮੈਂਸ ਅੱਛਾ ਹੋ ਜਾਂਦਾ ਹੈ, ਅਤੇ ਦਿੱਲੀ ਦੇ ਵਿੱਚ ਬਹੁਤ ਸਾਰੇ ਪ੍ਰਾਈਵੇਟ ਇੰਸਟੀਟਿਊਟ ਨੇ ਜੋ ਰੈਗੂਲਰ ਸ਼ੋਜ਼ ਕਰਦੇ ਨੇ, ਆਪਣੇ ਆਰਟਿਸਟ ਨੂੰ ਪੇ ਕਰਦੇ ਨੇ, ਬੈਲੇਟ ਬਣਾਉਂਦੇ ਨੇ, ਫੋਰਨ ਵਗੈਰਾ ਦੇ ਟ੍ਰਿਪ ਲਗਾਉਂਦੇ ਨੇ, ਅਤੇ ਸਕੋਪ ਤਾਂ ਬਹੁਤ ਹੈ ਇਸ। ਜੀ, ਤੇ ਕਿੰਨੇ ਬੱਚੇ ਉੱਥੇ ਜਿੱਦਾਂ ਤੁਸੀਂ ਸਿਲੈਕਟ ਹੋਏ ਹੋ ਪੰਜਾਬ ਤੋਂ, ਹੈ ਨਾ, ਹੋਰ ਕਿ ਅਲੱਗ-ਅਲੱਗ ਸਟੇਟਸ ਤੋਂ ਕਿੰਨੇ ਟੋਟਲ ਉਹ ਬੈਚ ਲੈਂਦੇ ਨੇ, ਕਿੰਨੇ ਬੱਚਿਆਂ ਦਾ? ਹਰ ਕੋਰਸ ਦੇ ਅਲੱਗ ਨੇ। ਜਿੱਦਾਂ ਮੈਂ ਡਿਪਲੋਮਾ ਕੋਰਸ ਦੇ ਵਿੱਚ ਲਿਆ, ਸਾਡੇ ਪੂਰੇ ਬੈਚ ਦੇ ਵਿੱਚ ਟੋਟਲ 40 ਬੱਚੇ ਨੇ, ਜਿਹੜੇ ਕੁਛ ਝਾਰਖੰਡ, ਮਹਾਰਾਸ਼ਟਰ, ਪੂਨੇ, ਗੁਜਰਾਤ, ਰਾਜਸਥਾਨ, ਇੱਦਾਂ ਸਾਰੇ ਅਲੱਗ-ਅਲੱਗ ਜਿਹੜੇ ਸਿਟੀਜ਼ ਦੇ ਵਿੱਚੋਂ ਆ ਕੇ ਉੱਥੇ ਸਿਲੈਕਟ ਹੁੰਦੇ ਨੇ। ਬਕਾਇਦਾ ਪੂਰਾ ਇੰਟਰਵਿਊ ਹੁੰਦਾ ਹੈ, 5-6 ਜੱਜ ਬੈਠਦੇ ਨੇ ਸਾਹਮਣੇ, ਉਹ ਤੁਹਾਨੂੰ ਕੁਐਸਚਨਿੰਗ ਕਰਦੇ ਨੇ, ਤੁਹਾਡਾ ਡਾਂਸ ਦੇਖਦੇ ਨੇ, ਤੁਹਾਡੀ ਨੌਲੇਜ ਦੇਖਦੇ ਨੇ ਕਿ ਤੁਸੀਂ ਕੀ ਸਿੱਖਿਆ, ਤੁਸੀਂ ਡਾਂਸ ਨੂੰ ਕੀ ਸਮਝਦੇ ਹੋ। ਇਹ ਵੀ ਜੱਜ ਕੀਤਾ ਜਾਂਦਾ ਹੈ ਕਿ ਤੁਸੀਂ ਸਿਰਫ ਸਿੱਖਣ ਆਏ ਹੋ ਜਾਂ ਉਹਨੂੰ ਗ੍ਰਾਸਪ ਕਰਨਾ, ਉਹਨੂੰ ਆਪਣੇ ਅੰਦਰ ਸਮਾਨ ਆਏ ਹੋ। ਉਸ ਦੇ ਬੇਸਿਸ 'ਤੇ ਉਹ ਸਿਲੈਕਸ਼ਨ ਹੁੰਦੀ ਹੈ। ਕਾਫੀ ਸਾਰੀ ਐਪਲੀਕੇਸ਼ਨਸ ਆਉਂਦੀਆਂ ਨੇ। ਮੇਰੇ ਟਾਈਮ ਆਈ ਗੈਸ 750-800 ਐਪਲੀਕੇਸ਼ਨਸ ਸੀ, ਅਤੇ ਉਹਦੇ ਵਿੱਚੋਂ 40 ਬੱਚੇ ਉਹ ਸਿਲੈਕਟ ਕਰਦੇ ਨੇ। ਜੀ, ਜਿਵੇਂ ਕਿ ਤੁਸੀਂ ਕਿਹਾ ਕਿ ਹਜੇ ਵੀ ਮੇਰੇ ਘਰ ਦੇ ਜਿਹੜੇ ਪੂਰੀ ਤਰ੍ਹਾਂ ਇਸ ਚੀਜ਼ ਨੂੰ ਅਸੈਪਟ ਨਹੀਂ ਕਰ ਪਾਏ, ਅਤੇ ਹੁਣ ਤੁਸੀਂ ਸਿਲੈਕਟ ਹੋਏ ਹੋ, ਅਤੇ ਹੁਣ ਕੀ ਹਾਲਾਤ ਹੈ? ਕਿਹੜੇ ਚੈਲੰਜਸ ਹੈ ਜਿਹੜੇ ਤੁਸੀਂ ਹਜੇ ਉਹਨਾਂ ਦਾ ਸਾਹਮਣਾ ਕਰ ਰਹੇ ਹੋ? ਹੁਣ ਸਿਰਫ ਫਿਲਹਾਲ ਤਾਂ ਜਿੱਦਾਂ ਹੁਣ ਮੈਂ ਦਿੱਲੀ, ਕਿਉਂਕਿ ਅਪ ਡਾਊਨ ਤਾਂ ਪੋਸੀਬਲ ਨਹੀਂ ਹੈ, ਅਤੇ ਮੈਨੂੰ ਦੂਸਰੇ ਸ਼ਹਿਰ ਦੇ ਵਿੱਚ ਰਹਿਣਾ ਪੈ ਰਿਹਾ ਹੈ। ਇੱਕ ਤਾਂ ਮੇਰੇ ਫਾਦਰ ਨਹੀਂ ਹੈ, ਅਤੇ ਮੇਰੀ ਬਹੁਤ ਵੱਡੀ ਰਿਸਪੋਂਸੀਬਿਲਿਟੀ ਹੈ, ਮੇਰੇ ਮਦਰ ਜੀ, ਅਤੇ ਉਹ ਚਾਹੁੰਦੇ ਨਹੀਂ ਹੈ ਕਿ ਮੈਂ ਕਿਸੇ ਹੋਰ ਸਿਟੀ ਦੇ ਵਿੱਚ ਜਾ ਕੇ ਆਪਣਾ, ਕਿਉਂਕਿ ਮੇਰੀ ਕਾਫੀ ਥੋੜ੍ਹੀ ਏਜ ਵੀ ਜ਼ਿਆਦਾ ਹੋ ਚੁੱਕੀ ਹੈ ਕਿ ਇਸ ਏਜ ਤੱਕ ਲੋਕ ਆਪਣੇ ਜਿਹੜੇ ਮਤਲਬ ਮੇਰੀ ਉਮਰ ਦੇ ਉਹ ਸੈਟਲ ਹੋ ਚੁੱਕੇ ਨੇ, ਪ੍ਰੋਫੈਸ਼ਨਲੀ ਇਨਕਮ ਕਮਾ ਰਹੇ ਨੇ, ਲੇਕਿਨ ਮੈਂ ਸਟਿਲ ਸਟੱਡੀ ਕਰ ਰਿਹਾ। ਅਤੇ ਇਹ ਬਹੁਤ ਵੱਡਾ ਚੈਲੰਜ ਹੈ ਕਿ ਫਾਈਨੈਂਸ਼ੀਅਲੀ ਕੁਛ ਹੈਲਪ ਨਹੀਂ ਮਿਲਦੀ ਤੁਹਾਨੂੰ, ਬਟ ਹਾਂ ਜਿਹੜਾ ਇੰਸਟੀਟਿਊਟ ਹੈ ਤੁਹਾਨੂੰ ਇੱਕ ਸਕਾਈ ਫੰਡ ਦਿੰਦਾ ਥੋੜ੍ਹਾ ਜਿਹਾ ਰਿਲੈਕਸੇਸ਼ਨ ਕਰਨ ਵਾਸਤੇ, ਲੇਕਿਨ ਸਟਿਲ ਦਿੱਲੀ ਦੇ ਵਿੱਚ ਰਹਿ ਕੇ ਸਰਵਾਈਵ ਕਰਨਾ, ਉੱਥੇ ਦੇ ਖਰਚੇ ਮੈਨੇਜ ਕਰਨਾ, ਅਤੇ ਫਿਰ ਕਿਉਂਕਿ ਇੱਕ ਪ੍ਰੋਫੈਸ਼ਨ ਮੇਰਾ ਅਜਿਹਾ ਹੈ ਕਿ ਜਿਹਨੂੰ ਅੱਛਾ ਨਹੀਂ ਸਮਝਿਆ ਜਾਂਦਾ ਬॉयਜ਼ ਵਾਸਤੇ, ਅਤੇ ਉਹ ਸਟਿਲ ਕਿਉਂਕਿ ਮੈਂ ਸਿੱਖ ਫੈਮਿਲੀ ਤੋਂ ਬਿਲੋਂਗ ਕਰਦਾ, ਅਤੇ ਆਈ ਡੋਂਟ ਥਿੰਕ ਸੋ ਕਿ ਸਿੱਖ ਕਮਿਊਨਿਟੀ ਦੇ ਕੁਝ ਹਜੇ ਤੱਕ ਕੋਈ ਵੀ ਇੱਦਾਂ ਦਾ ਹੋਏਗਾ ਜਿਨ੍ਹਾਂ ਨੇ ਕਥਕ ਕੀਤਾ ਹੋਏਗਾ, ਅਤੇ ਉਹਨਾਂ ਨੂੰ ਲੱਗਦਾ ਹੈ ਕਿ ਸਾਨੂੰ ਆਪਣਾ ਕਲਚਰ ਪ੍ਰਮੋਟ ਕਰਨਾ ਚਾਹੀਦਾ। ਉਹਨਾਂ ਨੂੰ ਵੀ ਨਹੀਂ ਹਜੇ ਤੱਕ ਪਤਾ ਕਿ ਇਹ ਕਥਕ ਵੀ ਸਾਡਾ ਹੀ ਕਲਚਰ ਹੈ, ਜਿਹਨੂੰ ਅਸੀਂ ਹੀ ਲੈ ਕੇ ਅੱਗੇ ਜਾਣਾ ਹੈ। ਸੋ ਇੱਕ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ, ਜਿੱਦਾਂ ਹੁੰਦਾ ਹੈ ਕਿ ਨਹੀਂ ਲੜਕੀ ਕਰ ਲਏ, ਹੈ ਨਾ, ਪਰ ਐਜ਼ ਅ ਬॉय ਸਾਡੀ ਇੱਕ ਸੋਚ ਹੈ ਕਿ ਅਸੀਂ ਅਸੈਪਟ ਹੀ ਨਹੀਂ ਕਰਦੇ। ਐਕਚੁਅਲੀ ਬਦਲਾਵ ਜਦੋਂ ਆਉਂਦਾ ਹੈ ਨਾ, ਬਦਲਾਵ ਬੜਾ ਕੁਝ ਹਿਲਾ ਜਾਂਦਾ। ਪਿਛਲੀਆਂ ਚੀਜ਼ਾਂ ਨੂੰ ਖ਼ਤਮ ਕਰਨਾ ਔਰ ਨਵੀਂ ਚੀਜ਼ ਨੂੰ ਸਟਾਰਟਅਪ ਕਰਨਾ, ਉਹ ਇੱਕ ਸਟਰਗਲ ਪੀਰੀਅਡ ਹੈ। ਤੁਸੀਂ ਉਹਦੇ ਵਿੱਚ ਖੜ੍ਹੇ ਹੋ ਇਸ ਟਾਈਮ 'ਤੇ, ਹੈ ਨਾ, ਅਤੇ ਮੈਂ ਵੀ ਕਹੂੰਗੀ ਕਿ ਜਦੋਂ ਬਦਲਾਵ ਆਉਂਦਾ ਅਤੇ ਉਹ ਅਗਲੀ ਜਨਰੇਸ਼ਨ ਦੇ ਲਈ ਬੜਾ ਫਾਇਦੇਮੰਦ ਹੁੰਦਾ, ਹੈ ਨਾ। ਸੋ ਤੁਸੀਂ ਆਪਣੇ ਤੋਂ ਬਾਅਦ ਦੇ ਜਿਹੜੇ ਬੱਚੇ ਨੇ, ਜਿਹੜੇ ਇਸ ਫੀਲਡ 'ਚ ਕੁਛ ਕਰਨਾ ਚਾਹੁੰਦੇ ਨੇ ਜਾਂ ਬਣਨਾ ਚਾਹੁੰਦੇ ਨੇ, ਚਾਹੇ ਫਿਰ ਉਹ ਸਿੱਖ ਫੈਮਿਲੀ ਤੋਂ ਹੋਣ ਜਾਂ ਹਿੰਦੂ ਪਰਿਵਾਰ ਤੋਂ ਹੋਣ, ਲੜਕੇ ਹੋਣ, ਉਹਨਾਂ ਨੂੰ ਕੀ ਕਹੋਗੇ ਕਿ ਕਿਸ ਤਰੀਕੇ ਦੇ ਨਾਲ ਉਹ, ਕਿਉਂਕਿ ਤੁਸੀਂ ਸਟਰਗਲ ਕਰ ਚੁੱਕੇ ਹੋ, ਹੈ ਨਾ, ਅਤੇ ਕਈ ਵਾਰੀ ਹੁੰਦਾ ਹੈ ਕਿ ਸਟਰਗਲ ਦੇ ਦੌਰਾਨ ਕਈ ਪਿੱਛੇ ਹਟ ਜਾਂਦੇ ਆ, ਕਈ ਇੱਦਾਂ ਦੇ ਵੀ ਹੁੰਦੇ ਹੋਣਗੇ ਜਿਹੜੇ ਪਿੱਛੇ ਕਰ ਲੈਂਦੇ ਆ ਪੈਰ ਕਿ ਨਹੀਂ। ਕੀ ਕਹੋਗੇ ਕਿ ਕਿਸ ਤਰ੍ਹਾਂ ਕੀ ਸੋਚ ਕੇ ਬਸ ਚੱਲਦੇ ਜਾਓ? ਮੈਂ ਇੱਕ ਤਾਂ ਇਹ ਗੱਲ ਸ਼ੇਅਰ ਕਰਨਾ ਚਾਹਾਂਗਾ ਕਿ ਮੈਂ ਆਪਣੇ ਆਪ ਨੂੰ ਬਹੁਤ ਬਲੈਸ ਸਮਝਦਾ, ਕਿਉਂਕਿ ਮੈਂ 3 ਗੁਰੂਆਂ ਦੇ ਅੰਦਰ ਸਿੱਖਿਆ। ਅਸ਼ਵਨੀ ਕਥਕ ਜੀ ਦੇ ਅੰਦਰ, ਡਾਕਟਰ ਸੰਤੋਸ਼ ਵਿਆਸ ਜੀ ਦੇ ਅੰਦਰ, ਅਤੇ ਸਮੀਕਸ਼ਾ ਸ਼ਰਮਾ ਜੀ ਦੇ ਅੰਦਰ, ਜੋ ਦਿੱਲੀ ਦੇ ਵਿੱਚ ਨੇ। ਅਤੇ ਉਹਨਾਂ ਦੀ ਸੋਚ ਹੈ ਕਿ ਉਹ ਤਿੰਨੋਂ ਪਸੰਦ ਕਰਦੇ ਨੇ ਲੜਕਿਆਂ ਨੂੰ ਪ੍ਰਮੋਟ ਕਰਨਾ। ਉਹ ਲੜਕਿਆਂ ਨੂੰ ਜ਼ਿਆਦਾ ਸਿਖਾਉਣਾ ਪਸੰਦ ਕਰਦੇ ਨੇ। ਸਪੈਸ਼ਲੀ ਮੈਂ ਅਸ਼ਵਨੀ ਗੁਰੂ ਜੀ ਤੋਂ ਟ੍ਰੇਨਿੰਗ ਜਿਹੜੀ ਸਟਾਰਟ ਕੀਤੀ ਸੀ, ਉਹਨਾਂ ਦੀ ਇੱਕ ਖਾਸ ਗੱਲ ਹੈ ਕਿ ਉਹ ਲੜਕਿਆਂ ਨੂੰ ਫ੍ਰੀ ਸਿਖਾਉਂਦੇ ਨੇ। ਅਤੇ
ਉਹਨਾਂ ਤੋਂ ਹੀ ਇੰਸਪੀਰੇਸ਼ਨ ਸੀ ਕਿ ਉਹ ਖੁਦ ਵੀ ਕਰਦੇ ਰਹੇ ਨੇ ਅਤੇ ਉਹਨਾਂ ਨੇ ਮੈਨੂੰ ਸਿਖਾਇਆ। ਅਤੇ ਇਹ ਹੈ ਕਿ ਤੁਸੀਂ ਆਪਣਾ ਇੱਕ ਡੈਸਟੀਨੇਸ਼ਨ ਫਾਈਨਲ ਕਰ ਦਿਓ ਕਿ ਤੁਸੀਂ ਜੇ ਕਰਨਾ ਹੈ ਅਤੇ ਫਿਰ ਜੋ ਮਰਜ਼ੀ ਹੋ ਜਾਏ ਤੁਹਾਨੂੰ ਕਰਨਾ ਹੀ ਪੈਣਾ ਹੈ। ਹਾਂਜੀ, ਅਪਸ ਐਂਡ ਡਾਊਨਸ ਆਉਂਦੇ ਰਹਿੰਦੇ ਨੇ, ਲੇਕਿਨ ਜਦੋਂ ਤੁਹਾਨੂੰ ਆਪਣਾ ਵੇ ਕਲੀਅਰ ਹੈਗਾ ਤਾਂ ਤੁਸੀਂ ਕੁਛ ਵੀ ਕਰ ਸਕਦੇ ਹੋ। ਹਾਂ, ਪ੍ਰੋਬਲਮਸ ਆਉਂਦੀਆਂ ਨੇ, ਲੜਕੇ ਹੋਣ ਦੇ ਨਾਤੇ ਤਾਂ ਬਹੁਤ ਸਾਰੀਆਂ ਪ੍ਰੋਬਲਮਸ ਆਉਂਦੀਆਂ ਨੇ ਕਿ ਤੁਹਾਨੂੰ ਆਪਣੀ ਇੰਡੀਪੈਂਡੈਂਸ ਦੇਖਣੀ ਪੈਂਦੀ ਹੈ, ਤੁਹਾਡਾ ਫੈਮਿਲੀ ਪ੍ਰੈਸ਼ਰ ਹੁੰਦਾ ਹੈ ਕਿ ਆਪਣੀ ਫੈਮਿਲੀ ਨੂੰ ਸੰਭਾਲਣਾ ਹੈ। ਬਟ ਉਹਦੇ ਵਾਸਤੇ ਵੀ ਤੁਸੀਂ ਆਪਣਾ ਇਹ ਕਰ ਸਕਦੇ ਹੋ ਕਿ ਆਪਣਾ ਥੋੜ੍ਹਾ ਟਾਈਮ ਐਡਜਸਟ ਕਰਕੇ ਤੁਸੀਂ ਆਪਣਾ ਸੋਰਸ ਆਫ ਇਨਕਮ ਬਣਾ ਸਕਦੇ ਹੋ, ਪ੍ਰਾਈਵੇਟ ਟਿਊਸ਼ਨਸ ਦੇ ਸਕਦੇ ਹੋ ਅਤੇ ਆਪਣਾ ਜਿਹੜਾ ਲਰਨਿੰਗ ਹੈ ਉਹ ਚਾਲੂ ਰੱਖੋ, ਕਿਉਂਕਿ ਕੱਥਕ ਇੱਕ ਸਮੁੰਦਰ ਹੈ ਜਿਹਨੂੰ ਤੁਸੀਂ ਪਾਰ ਨਹੀਂ ਕਰ ਸਕਦੇ। ਜਿੰਨਾ ਅੰਦਰ ਜਾਈ ਜਾਓ ਉਹਨਾਂ ਤੁਹਾਨੂੰ ਸਮਝ ਆਉਣਾ ਸ਼ੁਰੂ ਹੋ ਜਾਂਦਾ ਹੈ। ਇੰਨੀ ਗਹਿਰਾਈ ਹੈ ਕਿ ਜਿੰਨਾ ਨੀਚੇ ਜਾਂਦੇ ਜਾਓਗੇ ਗਹਿਰਾਈ ਵੱਧਦੀ ਜਾਏਗੀ। ਅੱਛਾ, ਤੁਹਾਡੀ ਕੱਥਕ ਨੂੰ ਲੈ ਕੇ ਕਿੰਨੇ ਘੰਟੇ ਤੱਕ ਦੀ ਪ੍ਰੈਕਟਿਸ ਹੁੰਦੀ? ਕਿੰਨਾ ਕੁ ਕਹਿੰਦੇ ਅਭਿਆਸ ਤਾਂ ਬਹੁਤ ਕਰਨਾ ਪੈਂਦਾ, ਫਿਰ ਚਾਹੇ ਉਹ ਸੰਗੀਤ ਹੀ ਕਿਉਂ ਨਾ ਹੋਵੇ ਜਾਂ ਡਾਂਸ ਹੋਵੇ, ਹੈ ਨਾ? ਕਿਸ ਤਰ੍ਹਾਂ, ਕਿੱਦਾਂ ਤੁਸੀਂ ਆਪਣਾ ਟਾਈਮ ਰੱਖਿਆ? ਪੜ੍ਹਾਈ ਵੀ ਨਾਲ ਨਾਲ ਕਰਦੇ ਰਹੇ ਔਰ ਇਹ ਵੀ ਨਾਲ ਕਿਸ ਤਰ੍ਹਾਂ ਉਹਨੂੰ ਮੈਨੇਜ ਕੀਤਾ? ਕਿੰਨੇ ਘੰਟੇ ਲੈਂਦੇ ਹੋ? ਹਰ ਕਿਸੇ ਦੀ ਕਪੈਸਿਟੀ ਅਲੱਗ ਹੁੰਦੀ ਹੈ, ਸਰੀਰਿਕ ਜੋ ਤੁਹਾਡੀ ਕੈਪੇਬਿਲਿਟੀ ਉਹ ਡਿਪੈਂਡ ਕਰਦੀ ਹੈ ਕਿ ਤੁਸੀਂ ਕਿੰਨੇ ਟਾਈਮ ਕਰ ਸਕਦੇ ਹੋ। ਲੇਕਿਨ ਮਿਨੀਮਮ ਤੁਹਾਨੂੰ ਆਪਣੇ ਨੂੰ ਪਰਸਨਲ ਟਾਈਮ ਜਿਹੜਾ ਐਟਲੀਸਟ 3 ਤੋਂ 4 ਘੰਟੇ ਦੇਣੇ ਚਾਹੀਦੇ ਨੇ, ਤਾਂ ਕਿ ਤੁਸੀਂ ਉਹਨੂੰ ਸਮਝੋ ਕਿ ਤੁਹਾਡੀ ਸੋਚ, ਕਿਉਂਕਿ ਹਰ ਕੋਈ ਇੱਕ ਪਰਫੋਰਮਰ ਜਿਹੜਾ ਹੈ ਉਹ ਡਾਂਸ ਨੂੰ ਜਾਂ ਕਿਸੇ ਵੀ ਕਲਾਸੀਕਲ ਆਰਟ ਨੂੰ ਅਲੱਗ ਨਜ਼ਰੀਏ ਨਾਲ ਦੇਖਦਾ ਹੈ। ਹਰ ਕਿਸੇ ਦਾ ਡਾਂਸ ਦੇ ਪ੍ਰਤੀ ਜਿਹੜੀ ਸੋਚ ਹੈ ਅਲੱਗ ਹੁੰਦੀ ਹੈ, ਉਹਨੂੰ ਪ੍ਰੈਜ਼ੈਂਟ ਕਰਨ ਦਾ ਢੰਗ ਅਲੱਗ ਹੁੰਦਾ ਹੈ, ਅਤੇ ਤੁਹਾਨੂੰ ਉਹ 3-4 ਘੰਟੇ ਆਪਣੇ ਆਪ ਨੂੰ ਦੇ ਕੇ ਉਹਨੂੰ ਹੋਰ ਸੁੰਦਰ ਬਣਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਅੱਛਾ, ਜਲੰਧਰ ਦੀ ਗੱਲ ਕਰ ਲੈਂਦੇ ਹਾਂ। ਜਿੱਦਾਂ ਆਪਾਂ ਪਹਿਲਾਂ ਵੀ ਕਿਹਾ ਕਿ ਕੱਥਕ ਦਾ ਇੱਥੇ ਲੋਕਾਂ ਨੂੰ ਹੈ ਹੀ ਨਹੀਂ, ਪਤਾ ਹੀ ਨਹੀਂ ਹੈ। ਹਰੀਵੱਲਭ ਸੰਗੀਤ ਸੰਮੇਲਨ ਹੁੰਦਾ ਜਿਹੜਾ ਕਿ ਸ਼ਾਸਤਰੀ ਸੰਗੀਤ ਨਾਲ ਜੁੜਿਆ ਹੋਇਆ, ਉਹ ਆਪਾਂ ਸੁਣਿਆ ਹੈ ਨਾ। ਇਹੋ ਜਿਹਾ ਸੰਮੇਲਨ ਚਲੋ ਸਾਲ 'ਚ ਇੱਕ ਵਾਰ ਹੋ ਜਾਂਦਾ, ਥੋੜ੍ਹਾ ਬਹੁਤ ਜਿਹਨਾਂ ਨੂੰ ਸ਼ੌਂਕ ਹੁੰਦਾ ਉਹ ਤਾਂ ਚਲੇ ਜਾਂਦੇ ਨੇ। ਅਤੇ ਕੱਥਕ ਨੂੰ ਲੈ ਕੇ ਕਿਉਂ ਨਹੀਂ ਇਸ ਤਰ੍ਹਾਂ ਦੇ ਕੋਈ ਸੰਮੇਲਨ ਹੁੰਦੇ? ਕਿਉਂਕਿ ਕੱਥਕ ਨੂੰ ਲੈ ਕੇ ਜਾਗਰੂਕ ਨਹੀਂ ਹੈ ਕੁਛ ਜੋ ਇੰਸਟੀਟਿਊਟ ਹੈ ਪੰਜਾਬ ਦੇ ਵਿੱਚ। ਪਰ ਸਭ ਤੋਂ ਵੱਡਾ ਡਰਾਬੈਕ ਇਹ ਹੈ ਕਿ ਜਲੰਧਰ, ਪੂਰੇ ਪੰਜਾਬ ਦੇ ਵਿੱਚ ਜਿਹੜਾ ਕੱਥਕ ਸਿਖਾਉਣ ਵਾਲਾ ਇੱਕ ਹੀ ਇੰਸਟੀਟਿਊਟ ਹੈ ਜਲੰਧਰ ਦੇ ਵਿੱਚ, ਜਿਹੜੇ ਪ੍ਰੋਫੈਸ਼ਨਲ ਡਿਗਰੀ ਦੇ ਰਿਹਾ। ਬਾਕੀ ਸਾਰੀ ਜਗ੍ਹਾ ਜਿੱਥੇ ਬॉयਜ਼ ਨੂੰ ਪਰਮਿਸ਼ਨ ਹੈ, ਬਾਕੀ ਸਾਰੇ ਇੰਸਟੀਟਿਊਟ ਦੇ ਵਿੱਚ ਗਰਲਜ਼ ਨੂੰ ਪਰਮਿਸ਼ਨ ਹੈ। ਅਤੇ ਇਸ ਕਰਕੇ ਜਦ ਉਹ ਇੰਸਟੀਟਿਊਟ ਹੀ ਸਿਰਫ ਯੂਥ ਫੈਸਟੀਵਲ ਦੀ ਪਰਫੋਰਮੈਂਸਿਸ ਤੱਕ ਸੀਮਿਤ ਹੈ, ਉਹ ਖੁਦ ਹੀ ਕੁਛ ਆਪਣੇ ਬੱਚਿਆਂ ਨੂੰ ਪ੍ਰਮੋਟ ਨਹੀਂ ਕਰਨਾ ਚਾਹੁੰਦਾ, ਤਾਂ ਫਿਰ ਡਾਂਸ ਕਿੱਥੇ ਅੱਗੇ ਜਾਏਗਾ? ਅਤੇ ਇੱਕ ਇਹ ਰੀਜ਼ਨ ਹੈ। ਦੂਸਰਾ ਕਿ ਲੋਕਾਂ ਨੂੰ ਨਹੀਂ ਪਈ ਕਿ ਕੱਥਕ ਨੂੰ ਪ੍ਰਮੋਟ ਕਰਨਾ ਚਾਹੀਦਾ, ਸ਼ਾਸਤਰੀ ਨ੍ਰਿਤ, ਸ਼ਾਸਤਰੀ ਸੰਗੀਤ ਨੂੰ ਪ੍ਰਮੋਟ ਕਰਨਾ ਚਾਹੀਦਾ। ਹਰਵੱਲਭ ਇੱਕ ਬਹੁਤ ਪੁਰਾਣਾ ਫੈਸਟੀਵਲ ਹੈ ਜੋ, ਕਿਉਂਕਿ ਉਹਨੂੰ ਕੈਰੀ ਕਰਨ ਵਾਸਤੇ ਇੱਕ ਇੰਸਟੀਟਿਊਟ, ਇੱਕ ਕਮਿਊਨਿਟੀ ਹੈ ਜਿਹੜੀ ਉਹਨੂੰ ਚਾਲੂ ਰੱਖ ਰਹੀ ਹੈ, ਲੇਕਿਨ ਕੱਥਕ ਦੀ ਇੱਥੇ ਕੋਈ ਕਮਿਊਨਿਟੀ ਨਹੀਂ ਹੈ, ਅਤੇ ਇਹ ਡਰਾਬੈਕ ਹੈ। ਅਤੇ ਜੇ ਰੱਬ ਨੇ ਚਾਹਿਆ ਤਾਂ ਮੈਂ ਅਤੇ ਮੇਰੇ ਜਿਹੜੇ ਵੀ 1-2 ਫਰੈਂਡ ਨੇ ਕਿ ਅਸੀਂ ਇਸ ਨੂੰ ਜਲੰਧਰ ਦੇ ਵਿੱਚ ਲੈ ਕੇ ਆਵਾਂਗੇ, ਤਾਂ ਕਿ ਹੌਲੀ ਹੌਲੀ ਇੱਥੇ ਵੀ ਕੱਥਕ ਦੇ ਪ੍ਰਤੀ ਹੋਰ ਜਾਗਰੂਕਤਾ ਆਵੇ, ਲੋਕ ਸਿੱਖਣ, ਪ੍ਰਮੋਟ ਕਰਨ। ਕਿਉਂਕਿ ਯੂਜਲੀ ਇਹ ਹੁੰਦਾ ਕਿ ਜਦੋਂ ਆਪਾਂ ਕਿਤੋਂ ਅੱਛੀ ਜਗ੍ਹਾ ਸਿੱਖ ਲੈਂਦੇ ਹਾਂ, ਜਿੱਦਾਂ ਦਿੱਲੀ ਦੇ ਵਿੱਚ ਬਹੁਤ ਇਹ ਚੀਜ਼ ਹੁੰਦੀ ਹੈ ਕਿ ਅਲੱਗ-ਅਲੱਗ ਸਿਟੀਜ਼ ਦੇ ਵਿੱਚੋਂ ਲੋਕ ਆਉਂਦੇ ਨੇ, ਬੱਚੇ ਸਿੱਖਦੇ ਨੇ ਅਤੇ ਉਹ ਉੱਥੇ ਹੀ ਰਹਿ ਜਾਂਦੇ ਨੇ, ਅਤੇ ਉਹ ਡਾਂਸ ਉੱਥੇ ਹੀ ਰਹਿ ਗਿਆ, ਉਹ ਵਾਪਿਸ ਨਹੀਂ ਜਾਂਦੇ ਆਪਣੀ ਸਿਟੀਜ਼ ਦੇ ਵਿੱਚ। ਅਗਰ ਉਹ ਆਪਣੀ ਸਿਟੀਜ਼ ਦੇ ਵਿੱਚ ਜਾਣਗੇ ਤਾਂ ਹੀ ਉਹਨਾਂ ਦੀ ਕਲਾ ਫੈਲੂਗੀ। ਜੇ ਤੁਸੀਂ ਜਿੱਥੇ ਤੇ ਡਾਂਸ ਹੈ ਉੱਥੇ ਤੁਸੀਂ ਫੈਲਾ ਕੇ ਕੀ ਕਰਨਾ ਹੈ? ਉੱਥੇ ਤਾਂ ਆਲਰੇਡੀ ਬਹੁਤ ਹੈ। ਤਾਂ ਤੁਹਾਨੂੰ ਜਾਣਾ ਚਾਹੀਦਾ ਆਪਣੇ ਸ਼ਹਿਰਾਂ ਦੇ ਵਿੱਚ, ਤਾਂ ਕਿ ਤੁਸੀਂ ਡਾਂਸ ਨੂੰ ਹੋਰ ਵਧਾ ਸਕੋ। ਜਿਵੇਂ ਤੁਸੀਂ ਕਿਹਾ ਕਿ ਜਿਹੜੀ ਜਗ੍ਹਾ ਦੇ ਵਿੱਚ ਹੈਗਾ ਉੱਥੇ ਤਾਂ ਕਰਨ ਦਾ ਕੋਈ ਫਾਇਦਾ ਨਹੀਂ। ਵੈਸੇ ਤੁਹਾਨੂੰ ਕੀ ਲੱਗਦਾ ਕਿਹੜੀਆਂ ਸਟੇਟਸ ਦੇ ਵਿੱਚ ਫਿਰ ਵੀ ਇਹਨੂੰ ਕਾਫੀ ਜਿਹੜੀ ਹੈ ਮਿਲਦੀ ਹੈ, ਇਹਨੂੰ ਮਤਲਬ ਲੋਕਾਂ ਵੱਲੋਂ ਬੜਾ ਪਿਆਰ ਮਿਲਦਾ ਕੱਥਕ ਨੂੰ? ਕਿਹੜੀਆਂ ਸਟੇਟਸ ਨੇ ਇੰਡੀਆ 'ਚ? ਦਿੱਲੀ, ਮੁੰਬਈ, ਪੂਨੇ, ਰਾਜਸਥਾਨ ਦੇ ਵਿੱਚ ਵੀ ਕਾਫੀ ਇੰਸਟੀਟਿਊਟ ਨੇ। ਉਜੈਨ ਦੇ ਵਿੱਚ ਇੱਕ ਬਹੁਤ ਅੱਛਾ ਇੰਸਟੀਟਿਊਟ ਹੈ ਜੋ ਕੱਥਕ ਨੂੰ ਪ੍ਰਮੋਟ ਕਰਦਾ ਹੈ। ਇਸ ਤੋਂ ਇਲਾਵਾ ਐਕਚੁਅਲ ਮੇਂ ਫੋਰਨਰਸ ਜਿਹੜੇ ਹੈ ਉਹ ਬਹੁਤ ਪ੍ਰਮੋਟ ਕਰ ਰਹੇ ਨੇ। ਮਿਨਿਸਟਰੀ ਆਫ ਕਲਚਰ ਦੇ ਥਰੂ ਜਦੋਂ ਤੁਸੀਂ ICCR ਦੇ ਅੰਡਰ ਜਾਂਦੇ ਹੋ ਤਾਂ ਤੁਹਾਨੂੰ 3-4 ਸਾਲ ਵਾਸਤੇ ਇੱਕ ਇੰਸਟੀਟਿਊਟ ਫੋਰਨ ਦੇ ਥਰੂ ਇੱਕ ਤੁਹਾਨੂੰ ਐਸੋਸੀਏਸ਼ਨ ਇੱਕ ਪੋਸਟ ਦਿੱਤੀ ਜਾਂਦੀ ਹੈ, ਜਿੱਥੇ ਤੁਸੀਂ ਐਜ਼ ਅ ਐਂਬੈਸਡਰ ਬਣ ਕੇ ਇੰਡੀਆ ਨੂੰ ਰਿਪਰੈਜ਼ੈਂਟ ਕਰਦੇ ਹੋ, ਅਤੇ ਉੱਥੇ ਤੁਸੀਂ ਉੱਥੇ ਦੇ ਲੋਕਾਂ ਦੇ ਨਾਲ ਮਿਲ ਕੇ ਪਰਫੋਰਮੈਂਸਿਸ ਦਿੰਦੇ ਹੋ। ਅਤੇ ਫੋਰਨ ਦੇ ਵਿੱਚ ਬਹੁਤ ਸਾਰੇ ਇੰਡੀਅਨ ਸਾਡੇ ਇੰਸਟੀਟਿਊਟ ਨੇ ਜਿਹੜੇ ਕਲਾਸੀਕਲ ਡਾਂਸ ਨੂੰ ਉੱਥੇ ਪ੍ਰਮੋਟ ਕਰਦੇ ਨੇ। ਅਸੀਂ ਦੇਖਿਆ ਕਿ ਬਹੁਤ ਸਾਰੇ ਜਿਹੜੇ ਦੂਸਰੇ ਫੋਰਨਰਸ ਨੇ ਉਹ ਇਹਨੂੰ ਪਸੰਦ ਕਰਦੇ ਨੇ ਔਰ ਸਿੱਖਣ ਦੀ ਵੀ ਕੋਸ਼ਿਸ਼ ਕਰਦੇ ਨੇ, ਹੈ ਨਾ। ਸੋ ਮਨਪ੍ਰੀਤ ਜੀ, ਤੁਸੀਂ ਸਾਡੇ ਨਾਲ ਜੁੜੇ, ਸਾਨੂੰ ਕੱਥਕ ਡਾਂਸ ਦੇ ਬਾਰੇ ਇੰਨੀ ਗਹਿਰੀ ਮੈਂ ਕਹੂੰਗੀ ਜਾਣਕਾਰੀ ਦਿੱਤੀ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਧੰਨਵਾਦ ਜੀ ਤੁਹਾਡਾ ਵੀ।
ਤੁਸੀਂ ਵੇਖ ਰਹੇ ਸੀ HSN TV ਤੇ ਖਾਸ ਮੁਲਾਕਾਤ। ਮੈਂ ਸੀ ਸ਼ੀਤਲ ਠਾਕੁਰ, ਮੇਰੇ ਨਾਲ ਨੇ ਕੈਮਰਾਮੈਨ ਕੁਨਾਲ। ਸਤਿ ਸ਼੍ਰੀ ਅਕਾਲ। HSN TV ਦੇ ਵਿੱਚ ਤੁਸੀਂ ਜੁੜੇ ਹੋਏ ਹੋ ਆਪਣੀ ਦੋਸਤ ਸ਼ੀਤਲ ਦੇ ਨਾਲ। ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਕਲਾ ਦੀ, ਸੰਗੀਤ ਦੀ। ਜੀਵਨ ਅਗਰ ਇੱਕ ਆਨੰਦ ਦਾ ਬਗੀਚਾ ਹੈ ਤਾਂ ਸੰਗੀਤ, ਨ੍ਰਿਤਯ, ਕਲਾ ਇਸ ਬਗੀਚੇ ਦੇ ਪਿਆਰੇ ਜਿਹੇ ਫੁੱਲ ਨੇ। ਅਗਰ ਜੀਵਨ ਇੱਕ ਵਹਿੰਦੀ ਹੋਈ ਨਦੀ ਹੈ ਤਾਂ ਇਸ ਨਦੀ ਦੀ ਲਹਿਰ ਬਣ ਕੇ ਸਾਹਮਣੇ ਆਉਂਦੇ ਨੇ ਨ੍ਰਿਤਯ, ਕਲਾ ਤੇ ਸੰਗੀਤ। ਸੋ ਅੱਜ ਮੈਨੂੰ ਲੱਗਦਾ ਹੈ ਕਿ ਤੁਸੀਂ ਮੇਰਾ ਇਸ਼ਾਰਾ ਸਮਝ ਗਏ ਹੋ। ਅੱਜ ਅਸੀਂ ਇੱਕ ਇਹੋ ਜਿਹੀ ਸ਼ਖਸੀਅਤ ਦੇ ਨਾਲ ਮੁਲਾਕਾਤ ਕਰਨ ਜਾ ਰਹੇ ਹਾਂ ਜਿਨ੍ਹਾਂ ਨੇ ਸੰਗੀਤ ਔਰ ਨ੍ਰਿਤਯ ਇਸ ਖੇਤਰ ਦੇ ਵਿੱਚ ਚੰਗਾ ਨਾਮ ਕਮਾਇਆ। ਔਰ ਹੈਰਾਨੀ ਵਾਲੀ ਗੱਲ ਇਹ ਹੈ ਕਿ ਉਹ ਇੱਕ ਸਿੱਖ ਪਰਿਵਾਰ ਤੋਂ ਨੇ, ਪੰਜਾਬ ਜਲੰਧਰ ਸ਼ਹਿਰ ਤੋਂ ਨੇ, ਜਿੱਥੇ ਕੱਥਕ ਨਾਮ ਤੋਂ ਪਰਹੇਜ਼ ਹੀ ਕੀਤਾ ਜਾਂਦਾ ਹੈ। ਕੱਥਕ ਨ੍ਰਿਤਯ ਦਾ ਨਾਮ ਸ਼ਾਇਦ ਜਾਂ ਪਹਿਚਾਨ ਬਹੁਤ ਹੀ ਘੱਟ ਹੈ। ਕੱਥਕ ਡਾਂਸ ਸਿਰਫ ਇੱਕ ਸਟੇਜ ਦੇ ਵਿੱਚ ਪਰਫਾਰਮੈਂਸ ਦੇ ਤੌਰ 'ਤੇ ਕਦੀ ਕਦਾਰ ਵੇਖਿਆ ਜਾਂਦਾ ਹੈ, ਪਰ ਇਹਦਾ ਸ਼ੌਂਕ ਜਾਂ ਇਹਦਾ ਜਜ਼ਬਾ ਸ਼ਾਇਦ ਪੰਜਾਬ ਦੇ ਵਿੱਚ ਹੈ ਹੀ ਨਹੀਂ। ਸੋ ਆਓ ਮੁਲਾਕਾਤ ਕਰਦੇ ਹਾਂ। ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ। ਮਨਪ੍ਰੀਤ ਜੀ, ਤੁਹਾਡਾ ਸਾਡੇ TV ਦੇ ਵਿੱਚ ਸਾਡੇ ਨਾਲ ਜੁੜਨ ਦੇ ਲਈ ਬਹੁਤ-ਬਹੁਤ ਤੁਹਾਡਾ ਸਵਾਗਤ। ਸਤਿ ਸ਼੍ਰੀ ਅਕਾਲ ਜੀ। ਜਿਵੇਂ ਕਿ ਮੈਂ ਆਪਣੇ ਦਰਸ਼ਕਾਂ ਨੂੰ ਦੱਸਿਆ ਕਿ ਤੁਸੀਂ ਇੱਕ ਤਾਂ ਸਿੱਖ ਪਰਿਵਾਰ ਤੋਂ, ਉੱਤੋਂ ਪੰਜਾਬ ਤੋਂ ਬਿਲੋਂਗ ਕਰਦੇ ਹੋ, ਜਲੰਧਰ ਸ਼ਹਿਰ ਤੋਂ, ਔਰ ਡਾਂਸ ਦੇ ਨਾਲ, ਉਹ ਵੀ ਕੱਥਕ ਦੇ ਨਾਲ ਤੁਹਾਡਾ ਕਿਸ ਤਰ੍ਹਾਂ ਜੋੜ ਹੋਇਆ? ਮਤਲਬ ਕਿਸ ਤਰੀਕੇ ਦੇ ਨਾਲ ਤੁਹਾਡੇ ਜੀਵਨ ਦੇ ਵਿੱਚ ਇਹ ਲਹਿਰ ਆਈ ਕਿ ਮੈਂ ਇਹਦੇ ਵਿੱਚ ਜਾਣਾ? ਸ਼ੁਰੂਆਤ ਤਾਂ ਇਸ ਤਰ੍ਹਾਂ ਹੋਈ ਸੀ ਕਿ ਬਚਪਨ ਤੋਂ ਹੀ ਡਾਂਸ 'ਤੇ ਮੈਨੂੰ ਬਹੁਤ ਪਸੰਦ ਸੀ ਅਤੇ ਡਾਂਸ ਸਿੱਖਣ ਇੱਕ ਕਲਾਸੀਕਲ ਡਾਂਸ ਦਾ ਉਦੋਂ ਤੱਕ ਮੈਨੂੰ ਨਹੀਂ ਪਤਾ ਸੀ, ਪਰ ਜੋ ਬਾਲੀਵੁੱਡ ਮੂਵੀਜ਼ ਦੇ ਵਿੱਚ ਜੋ ਡਾਂਸ ਵਗੈਰਾ ਹੁੰਦਾ ਸੀ ਉਹ ਮੈਂ ਦੇਖਦਾ ਹੁੰਦਾ ਸੀ, ਘਰੇ ਕਰਦਾ ਹੁੰਦਾ ਸੀ। ਅਤੇ ਮੇਰੇ ਪਿਤਾ ਜੀ ਨੂੰ ਵੀ ਮੇਰਾ ਡਾਂਸ ਕਰਨਾ ਪਸੰਦ ਸੀ, ਇਸ ਕਰਕੇ ਉਹ ਵੀ ਮੈਨੂੰ ਡਾਂਸ ਸਿਖਾਉਣ ਲੈ ਕੇ ਜਾਂਦੇ ਸੀਗੇ। ਪਰ ਜਦੋਂ ਮੈਂ ਕਾਲਜ ਜੁਆਇਨ ਕੀਤਾ ਅਤੇ ਮੇਰੇ ਇੱਕ ਸੀਨੀਅਰ ਸੀਗੇ ਨਿਤਿਨ ਸ਼ਰਮਾ ਜੀ, ਅਤੇ ਉਹਨਾਂ ਨੇ ਕਲਾਸੀਕਲ ਡਾਂਸ ਦੀ ਪਰਫੋਰਮੈਂਸ ਦਿੱਤੀ ਸੀ। ਉਹਨਾਂ ਨੂੰ ਵੇਖ ਕੇ ਮੈਨੂੰ ਇੱਦਾਂ ਲੱਗਾ ਕਿ ਕੁਛ ਵੱਖਰਾ ਜਿਹਾ ਉਹਨਾਂ ਨੇ ਕੀਤਾ ਹੈ, ਜਿਹਨੂੰ ਦੇਖ ਕੇ ਥੋੜ੍ਹੀ ਅਟਰੈਕਸ਼ਨ ਹੋ ਗਈ ਕਿ ਮੈਨੂੰ ਵੀ ਕੁਛ ਅਜਿਹਾ ਸਿੱਖਣਾ ਚਾਹੀਦਾ, ਇਹਨੂੰ ਕਰੀਅਰ ਬਣਾਉਣਾ ਚਾਹੀਦਾ ਜਾਂ ਫਿਰ ਇਸ ਦੇ ਵਿੱਚ ਦੇਖਣਾ ਚਾਹੀਦਾ ਕੀ ਹੈ ਕੀ। ਅਤੇ ਉੱਥੋਂ ਮੈਂ ਆਪਣੇ ਡਾਂਸ ਕੱਥਕ ਦੀ ਸ਼ੁਰੂਆਤ ਉਹਨਾਂ ਨੂੰ ਦੇਖ ਕੇ ਕੀਤੀ ਹੈ। ਮਤਲਬ ਜਦੋਂ ਤੁਹਾਡੇ ਮਨ ਦੇ ਵਿੱਚ ਇਹ ਚੀਜ਼ ਆਈ ਕਿ ਮੈਂ ਇਹ ਕਰਨਾ ਹੈ ਜਾਂ ਮੇਰੇ ਅੰਦਰ ਹੈ, ਮੈਂ ਕਰਾਂ, ਹੈ ਨਾ, ਅਤੇ ਤੁਸੀਂ ਆਪਣੇ ਪਰਿਵਾਰ 'ਚ ਗੱਲ ਕਹੀ ਹੋਏਗੀ। ਦੇਖੋ ਪੰਜਾਬ ਦੇ ਵਿੱਚ ਨਾ ਮੈਨੂੰ ਨਹੀਂ ਲੱਗਦਾ ਕਿ ਠੀਕ ਹੈ ਬਦਲਾਵ ਆਇਆ, ਪਰ ਇੰਨਾ ਨਹੀਂ ਆਇਆ ਕਿ ਕੋਈ ਆਪਣੇ ਬੱਚੇ ਨੂੰ ਕਹੇ ਕਿ ਹਾਂ ਤੂੰ ਇਹਨੂੰ ਐਜ਼ ਅ ਪ੍ਰੋਫੈਸ਼ਨ ਚੂਜ਼ ਕਰ ਜਾਂ ਇਹਨੂੰ ਜਾ ਕੇ ਸਿੱਖ। ਕਿੱਦਾਂ ਰਿਹਾ ਤੁਹਾਡੇ ਪਰਿਵਾਰ ਦਾ ਉਸ ਟਾਈਮ ਮਾਹੌਲ? ਕਿੱਦਾਂ ਉਹ ਮੰਨੇ? ਉਹ ਵੈਸੇ ਫਿਲਹਾਲ ਵੀ ਹਜੇ ਵੀ ਮੇਰੇ ਇਸ ਫੀਲਡ ਨੂੰ ਲੈ ਕੇ ਤਿਆਰ ਨਹੀਂ ਨੇ, ਪਰ ਜਦੋਂ ਮੈਂ ਸਿੱਖਣਾ ਸ਼ੁਰੂ ਕੀਤਾ ਪਹਿਲਾਂ ਤਾਂ 1-2 ਸਾਲ ਮੈਂ ਉਹਨਾਂ ਨੂੰ ਬਿਲਕੁਲ ਨਹੀਂ ਦੱਸਿਆ ਕਿ ਮੈਂ ਇੱਕ ਪ੍ਰੋਫੈਸ਼ਨਲ ਕਥਕ ਦੀ ਟ੍ਰੇਨਿੰਗ ਲੈ ਰਿਹਾ। ਅਤੇ ਕਾਫੀ ਟਾਈਮ ਮੈਂ ਇੱਦਾਂ ਹੀ ਸਿੱਖਦਾ ਰਿਹਾ ਆਪਣੇ ਫਰੈਂਡ ਦੇ ਨਾਲ ਆ ਜਾ ਕੇ। ਪਰ ਇੱਕ ਵਾਰੀ ਨਿਤਿਨ ਜੀ ਦੀ ਪਰਫੋਰਮੈਂਸ ਸੀਗੀ ਅਤੇ ਉਹਨਾਂ ਦੇ ਨਾਲ ਹੀ ਮੈਂ ਜਦੋਂ ਆਪਣੀ ਪ੍ਰੈਕਟਿਸ ਆਪਣੇ ਗੁਰੂ ਜੀ ਅਸ਼ਵਨੀ ਕਥਕ ਜੀ ਕੋਲ ਸਿੱਖਦਾ ਹੁੰਦਾ ਸੀਗਾ, ਅਤੇ ਉਹਨਾਂ ਦੇ ਨਾਲ ਹੀ ਉਹ ਮੈਨੂੰ ਵੀ ਤਿਆਰ ਕਰ ਰਹੇ ਸੀ ਕਿ ਹੁਣ ਤੁਸੀਂ ਆ ਰਹੇ ਹੋ ਅਤੇ ਨਾਲ ਦੇਖ ਕੇ ਸਿੱਖਦੇ ਰਹੋ, ਕਿਉਂਕਿ ਕਰਨ ਦੇ ਨਾਲ ਹੀ ਕਲਾ ਇੱਕ ਇੱਦਾਂ ਦੀ ਚੀਜ਼ ਹੈ ਜਿਹਨੂੰ ਬਾਰ-ਬਾਰ ਕਰੋ ਤਾਂ ਹੀ ਉਹ ਆਉਂਦੀ ਹੈ। ਅਤੇ ਉਹ ਬਿਮਾਰ ਹੋ ਗਏ ਸੀ ਅਤੇ ਉਹਨਾਂ ਦੀ ਜਗ੍ਹਾ ਮੈਨੂੰ ਮੇਰੇ ਗੁਰੂ ਜੀ ਨੇ ਪੁਸ਼ ਕੀਤਾ ਕਿ ਹੁਣ ਤੂੰ ਪਰਫੋਰਮ ਕਰ। ਅਤੇ ਉਦੋਂ ਮੈਂ ਪਰਫੋਰਮ ਕਰਨ ਲਈ ਇੱਕ ਇੰਸੀਡੈਂਟ ਦੱਸਣਾ ਚਾਹਾਂਗਾ ਕਿ ਮੈਂ ਉਹ ਪਰਫੋਰਮੈਂਸ ਦੇਣ ਲਈ ਆਪਣੇ ਨਿਤਿਨ ਦੇ ਘੁੰਗਰੂ ਘਰ ਲੈ ਕੇ ਗਿਆ ਅਤੇ ਉਹ ਮੇਰੇ ਬੈਗ ਦੇ ਵਿੱਚ ਸੀ। ਉਹਨਾਂ ਦੀ ਆਵਾਜ਼ ਛਨ ਛਨ ਆ ਰਹੀ ਸੀ ਅਤੇ ਮੇਰੇ ਘਰ ਦੇ ਹੈਰਾਨ ਹੋ ਗਏ ਕਿ ਇਹ ਆਵਾਜ਼ ਕਿੱਥੋਂ ਆ ਰਹੀ ਹੈ।
ਤੇ ਜਦੋਂ ਉਹਨਾਂ ਨੇ ਦੇਖਿਆ ਕਿ ਮੇਰੇ ਬੈਗ ਦੇ ਵਿੱਚ ਘੁੰਗਰੂ ਪਏ ਨੇ ਤੇ ਅਗਲੇ ਦਿਨ ਮੇਰੀ ਪਰਫਾਰਮੈਂਸ ਸੀਗੀ ਤੇ ਉਹਨਾਂ ਨੇ ਮੇਰੇ ਘੁੰਗਰੂਆਂ ਦਾ ਬੈਗ ਲੁਕਾ ਦਿੱਤਾ ਤਾਂ ਕਿ ਮੈਂ ਪਰਫਾਰਮ ਹੀ ਨਾ ਕਰ ਸਕਾਂ। ਇਸ ਤਰ੍ਹਾਂ ਫਿਰ ਜਿਸ ਤਰ੍ਹਾਂ ਜਿੱਦਾਂ ਕਿੱਦਾਂ ਮੈਂ ਲੱਭ ਕੇ ਕਨਵਿੰਸ ਉਹਨਾਂ ਨੂੰ ਕੀਤਾ ਕਿ ਮੇਰੀ ਪਰਫਾਰਮੈਂਸ ਹੈ ਅਤੇ ਮੈਨੂੰ ਘੁੰਗਰੂ ਚਾਹੀਦੇ ਨੇ ਅਤੇ ਉਸ ਟਾਈਮ 'ਤੇ ਉਹਨਾਂ ਨੇ ਦੇ ਦਿੱਤੇ। ਪਰ ਉਸ ਤੋਂ ਬਾਅਦ ਵੀ ਉਹਨਾਂ ਨੇ ਮੈਨੂੰ ਕਿਹਾ ਕਿ ਅਸੀਂ ਤਿਆਰ ਨਹੀਂ ਹੈਗੇ, ਤੁਸੀਂ ਜੇ ਡਾਂਸ ਸਿੱਖਣਾ ਹੈ ਤਾਂ ਆਪਣੇ ਪੰਜਾਬ ਦਾ ਡਾਂਸ ਸਿੱਖੋ, ਭੰਗੜਾ ਸਿੱਖੋ। ਅਤੇ ਕੱਥਕ ਕਿਉਂਕਿ ਬਹੁਤ ਸਾਰੇ ਰੀਜ਼ਨ ਨੇ ਕਿ ਕੱਥਕ ਨੂੰ ਪਸੰਦ ਨਹੀਂ ਕੀਤਾ ਜਾਂਦਾ, ਕਿਉਂਕਿ ਬਾਲੀਵੁੱਡ ਮੂਵੀਜ਼ ਦੇ ਵਿੱਚ ਕੱਥਕ ਨੂੰ ਜਿਸ ਤਰੀਕੇ ਨਾਲ ਰਿਪਰੈਜ਼ੈਂਟ ਕੀਤਾ ਜਾਂਦਾ ਹੈ ਉਹ ਉਸ ਤਰ੍ਹਾਂ ਦਾ ਹੈ ਹੀ ਨਹੀਂ। ਅੱਜ ਕੱਲ੍ਹ ਟੀ ਵੀ ਰਿਐਲਿਟੀ ਸ਼ੋਜ਼ ਦੇ ਵਿੱਚ ਵੀ ਜੋ ਕੱਥਕ ਪ੍ਰੈਜ਼ੈਂਟ ਕੀਤਾ ਜਾਂਦਾ ਉਹ ਫਿਊਜ਼ਨ ਪ੍ਰੈਜ਼ੈਂਟ ਕੀਤਾ ਜਾਂਦਾ, ਪਿਓਰ ਫਾਰਮ ਉਹਦੀ ਨਹੀਂ ਕੀਤੀ ਜਾਂਦੀ। ਇਸੇ ਕਰਕੇ ਖਾਸ ਲੋਕਾਂ ਦਾ ਨਾ ਉਹਦੇ ਪ੍ਰਤੀ ਨਜ਼ਰੀਆ ਅੱਛਾ ਨਹੀਂ ਹੈ, ਖਾਸ ਕਰਕੇ ਪੰਜਾਬ ਦੇ ਵਿੱਚ ਤਾਂ ਕੱਥਕ ਦਾ ਵੀ ਕੋਈ ਹੈ ਹੀ ਨਹੀਂ, ਸਕੋਪ ਹੀ ਨਹੀਂ ਹੈ ਨਾ। ਇੱਕ ਇਹ ਵੀ ਰੀਜ਼ਨ ਹੋ ਸਕਦਾ ਹੈ ਕਿ ਇੱਕ ਤਾਂ ਨਾਰਥ ਇੰਡੀਆ ਦੀ ਓਰੀਜਨ ਨਹੀਂ ਹੈ, ਹੈ ਨਾ ਕੱਥਕ। ਨਹੀਂ, ਨਾਰਥ ਇੰਡੀਆ ਦਾ ਬਕਾਇਦਾ ਜਿਹੜਾ ਕਲਾਸੀਕਲ ਡਾਂਸ ਕੱਥਕ ਹੈ ਉਹ ਸਾਡੇ ਨਾਰਥ ਇੰਡੀਆ ਦਾ ਡਾਂਸ ਹੈ, ਯੂਪੀ ਵਾਲੀ ਸਾਈਡ ਦਾ। ਪਰ ਪੰਜਾਬ ਦੇ ਵਿੱਚ ਇੱਕ ਸੋਚ ਹੈ ਕਿ ਨਹੀਂ, ਜੇ ਡਾਂਸ ਕਰਨਾ ਹੈ ਗਿੱਧਾ ਕਰੋ, ਭੰਗੜਾ ਕਰੋ, ਹੈ ਨਾ। ਅੱਛਾ, ਇੱਕ ਤੁਸੀਂ ਸਿੱਖ ਪਰਿਵਾਰ ਤੋਂ ਸੀ, ਇੱਕ ਨਾ ਸੋਚ ਹੁੰਦੀ ਹੈ ਕਿ ਡਾਂਸ ਹੈ ਲੜਕੀ ਕਰੇਗੀ, ਹੈ ਨਾ, ਲੜਕੀ ਇਹਦੇ ਲਈ ਬਣੀ ਹੈ, ਜਾਂ ਲੜਕੀ ਦੇ ਅੰਦਰ ਉਹ ਸਾਰੇ ਇਮੋਸ਼ਨਸ ਆ ਸਕਦੇ ਨੇ ਜਿਹੜੇ ਕੱਥਕ ਦੇ ਵਿੱਚ ਹੁੰਦੇ ਨੇ। ਜਿਵੇਂ ਕਿ ਮੈਂ ਤੁਹਾਡਾ ਡਾਂਸ ਦੇਖਿਆ, ਉਹਦੇ ਵਿੱਚ ਅਗਰੈਸ਼ਨ ਵੀ ਆਈ ਹੈ, ਕਿਤੇ ਕਿਤੇ ਅਫੈਕਸ਼ਨ ਹੈ, ਲਵ ਵੀ ਹੈ ਨਾ। ਸੋ ਕਈ ਤਰ੍ਹਾਂ ਦੇ ਵੇਰੀਏਸ਼ਨਸ ਆਉਂਦੀਆਂ ਨੇ ਅਤੇ ਇੱਕ ਸੋਚ ਹੁੰਦੀ ਹੈ ਕਿ ਨਹੀਂ, ਇਹ ਸਿਰਫ ਵੇਰੀਏਸ਼ਨਸ ਲੜਕੀਆਂ ਦੇ ਅੰਦਰ ਹੁੰਦੀਆਂ ਨੇ। ਤੁਹਾਨੂੰ ਕੀ ਲੱਗਦਾ ਕਿ ਗਲਤ ਹੈ? ਬਿਲਕੁਲ ਜੀ, ਇਹ ਗਲਤ ਹੈ। ਰੱਬ ਦੇ ਬਣਾਏ ਦੋ ਹੀ ਬੰਦੇ ਨੇ, ਇੱਕ ਆਦਮੀ ਅਤੇ ਇੱਕ ਔਰਤ। ਦੋਨਾਂ ਦੇ ਸਿਰਫ ਫਿਜ਼ੀਕਲ ਡਿਫਰੈਂਸਿਸ ਹੈਗੇ ਨੇ, ਉਹਨਾਂ ਦੀ ਸ਼ਕਤੀ, ਕੈਪੇਬਿਲਿਟੀ, ਉਹਨਾਂ ਦੇ ਇਮੋਸ਼ਨ ਸਾਰੇ ਇੱਕ ਬਰਾਬਰ ਨੇ, ਕੋਈ ਫਰਕ ਨਹੀਂ ਹੈ ਉਹਦੇ ਵਿੱਚ। ਪਰ ਇਹ ਲੋਕਾਂ ਦੀ ਸੋਚ ਹੈ ਕਿ ਉਹਨਾਂ ਨੂੰ ਲੱਗਦਾ ਕਿ ਇੱਕ ਮੁੰਡਾ ਕਥਕ ਨਹੀਂ ਕਰ ਸਕਦਾ, ਕਿਉਂਕਿ ਉਹਦੇ ਵਿੱਚ ਉਹਨਾਂ ਨੂੰ ਇਸ ਤਰ੍ਹਾਂ ਲੱਗਦਾ ਕਿ ਉਹਦੇ ਵਿੱਚ ਫੈਮਿਨਿਨ ਕੁਆਲਿਟੀਜ਼ ਜ਼ਿਆਦਾ ਆ ਜਾਣਗੀਆਂ, ਜਦਕਿ ਇਸ ਤਰ੍ਹਾਂ ਨਹੀਂ ਹੁੰਦਾ। ਤੁਸੀਂ ਕੋਈ ਡਾਂਸ, ਕੋਈ ਕਲਾ ਸਿੱਖਦੇ ਹੋ, ਉਹਦੇ ਵਿੱਚ ਤੁਸੀਂ ਕਿਸ ਚੀਜ਼ ਨੂੰ, ਕਿਸ ਪੁਆਇੰਟ ਨੂੰ ਆਪਣੇ ਅੰਦਰ ਜ਼ਿਆਦਾ ਨਿਚੋੜ ਲੈਂਦੇ ਹੋ, ਉਹ ਤੁਹਾਡਾ ਵਿਅਕਤੀਤਵ ਬਣ ਜਾਂਦਾ ਹੈ। ਅਤੇ ਇਹ ਵੀ ਕਹਿਣਾ ਗਲਤ ਨਹੀਂ ਹੈ ਕਿ ਹਾਂ ਇਹ ਮੁਸ਼ਕਿਲ ਡਾਂਸ ਫਾਰਮ ਹੈ ਅਤੇ ਇਹਦੇ ਵਿੱਚੋਂ ਅਸੀਂ ਕੀ ਆਪਣਾ ਪਰਸਨੈਲਿਟੀ ਪਾਰਟ ਬਣਾ ਰਹੇ ਹਾਂ, ਉਹ ਸਾਡੇ 'ਤੇ ਹੈ। ਉਹ ਕਲਾ ਦੀ ਕੋਈ ਗਲਤੀ ਨਹੀਂ ਹੈਗੀ। ਕੁਛ ਮੈਂ ਕਹਿੰਦਾ ਕੁਛ ਫੈਮਿਨਿਨ ਹੋ ਜਾਂਦੇ ਨੇ, ਪਰ ਉਹਨਾਂ ਦਾ ਆਪਣਾ ਬਿਹੇਵੀਅਰ, ਆਪਣੀ ਚੋਇਸ ਹੁੰਦੀ ਹੈ ਕਿ ਉਹਨਾਂ ਨੇ ਡਾਂਸ ਦੇ ਵਿੱਚੋਂ ਉਹ ਪੁਆਇੰਟ ਲਿਆ। ਕਿਉਂਕਿ ਜਿਹੜਾ ਡਾਂਸ ਦਾ ਕੱਥਕ ਦਾ ਓਰੀਜਨ ਹੈ ਉਹ ਤਾਂਡਵ ਡਾਂਸ ਤੋਂ ਹੈ। ਤਾਂਡਵ ਸ਼ਿਵ ਦਾ ਡਾਂਸ ਹੈ, ਤਾਂ ਉਹ ਇੱਕ ਵੀਗਰਸ ਡਾਂਸ ਫਾਰਮ ਹੈ, ਗੁੱਸੇ ਦੇ ਵਿੱਚ ਉਤਪੰਨ ਕੀਤਾ ਗਿਆ, ਆਨੰਦ ਦੇ ਵਿੱਚ ਵੀ ਉਹਨਾਂ ਨੇ ਕੀਤਾ, ਅਤੇ ਉਹ ਇੱਕ ਆਦਮੀ ਵੱਲੋਂ ਹੀ ਇਜਾਦ ਕੀਤਾ ਗਿਆ ਸੀ। ਪਰ ਇਹ ਜਿਹੜੀ ਸੋਚ ਹੈ, ਜਾਂ ਮੈਂ ਕਹਾਂ ਅਵੇਅਰਨੈਸ ਹੈ ਜਿਹੜੀ, ਇਹਦੇ ਬਾਰੇ ਲੋਕਾਂ ਨੂੰ ਨਹੀਂ ਹੈ, ਅਤੇ ਸ਼ਾਇਦ ਲੋਕ ਲੈਣਾ ਵੀ ਨਹੀਂ ਚਾਹੁੰਦੇ ਇਹਦੇ ਬਾਰੇ ਕੋਈ ਜ਼ਿਆਦਾ ਜਾਣਕਾਰੀ। ਬਿਲਕੁਲ ਤੁਸੀਂ ਸਹੀ ਕਹਿ ਰਹੇ ਹੋ ਕਿ ਲੋਕ ਇਹਦੇ ਪ੍ਰਤੀ ਜਾਗਰੂਕ ਨਹੀਂ ਹੈ, ਉਹ ਤੇ ਉਹਨੂੰ ਜਾਣਨਾ ਵੀ ਨਹੀਂ, ਸਮਝਣਾ ਵੀ ਨਹੀਂ ਚਾਹੁੰਦੇ। ਕਿਉਂ? ਪਹਿਲਾ ਰੀਜ਼ਨ ਤਾਂ ਇਹ ਕਿ ਕਲਾਸੀਕਲ ਜਿਤਨੇ ਵੀ ਡਾਂਸ ਫਾਰਮ ਹੈ, ਕਲਾਵਾਂ ਵਾਂਗ ਸੰਗੀਤ ਆ, ਸਿੱਖਣ 'ਚ ਬਹੁਤ ਮੁਸ਼ਕਿਲ ਹੈ, ਬਹੁਤ ਟਾਈਮ ਲੈਂਦੀਆਂ ਨੇ, ਸਮਝ ਨਹੀਂ ਆਉਂਦੀਆਂ, ਅਤੇ ਇੱਕ ਨੋਰਮਲ ਆਦਮੀ ਵਾਸਤੇ ਇਹਨਾਂ ਨੂੰ ਸਮਝਣਾ, ਗ੍ਰਾਸਪ ਕਰਨਾ ਥੋੜ੍ਹਾ ਮੁਸ਼ਕਿਲ ਹੈ। ਇਸ ਕਰਕੇ ਲੋਕ ਅਵੋਇਡ ਕਰਦੇ, ਉਹਨਾਂ ਨੂੰ ਸਿਰਫ ਐਂਟਰਟੇਨਮੈਂਟ ਚਾਹੀਦਾ ਹੈ, ਜੋ ਕਿ ਬਾਲੀਵੁੱਡ ਵਿੱਚ ਮਸਾਲਾ ਮਿਲ ਜਾਂਦਾ ਹੈ, ਬਾਲੀਵੁੱਡ ਸੌਂਗਸ ਦੇ ਵਿੱਚ ਮਿਲ ਜਾਂਦਾ ਹੈ, ਗੇਮਸ ਦੇ ਵਿੱਚ ਮਿਲ ਜਾਂਦਾ ਹੈ। ਅਤੇ ਅੱਜ ਦੀ ਜਿੰਨੀ ਵੀ ਜਨਰੇਸ਼ਨ ਹੈ ਉਹ ਇਹਨਾਂ ਚੀਜ਼ਾਂ ਤੋਂ ਉਹ ਕੀ ਕੁਇੱਕ ਰਿਜ਼ਲਟ ਚਾਹੁੰਦੀਆਂ ਹੈ, ਅਤੇ ਇਸ ਕਰਕੇ ਉਹ ਰੂਟਸ ਦੇ ਨਾਲ ਕਨੈਕਟ ਨਾ ਹੋ ਕੇ ਉੱਪਰੀ ਸਤ੍ਹਾ ਦੇ 'ਤੇ ਰਹਿ ਕੇ ਸਾਰਾ ਕੁਛ ਉਹੀ ਹਾਸਿਲ ਕਰਨੀਆਂ ਚਾਹੁੰਦੀ, ਜਲਦੀ ਸਾਨੂੰ ਡਾਂਸ ਆ ਜਾਏ, ਹੈ ਨਾ। ਅੱਛਾ, ਇੱਕ ਚੀਜ਼ ਹੋਰ, ਜਿੱਦਾਂ ਅੱਜ ਕੱਲ੍ਹ ਸਕੂਲਾਂ 'ਚ ਆਪਾਂ ਦੇਖਦੇ, ਪੰਜਾਬ ਦੀ ਗੱਲ ਕਰਦੇ ਆ, ਪੰਜਾਬ ਦੇ ਸਕੂਲਾਂ 'ਚ ਡਾਂਸ ਐਕਟੀਵਿਟੀਜ਼ ਬਹੁਤ ਹੁੰਦੀਆਂ ਨੇ। ਪੇਰੈਂਟਸ ਦਾ ਵੀ ਥੋੜ੍ਹਾ ਜਿਹਾ ਰੁਝਾਨ ਹੈ ਕਿ ਬੱਚੇ ਨੂੰ ਸਟੱਡੀ ਦੇ ਨਾਲ ਡਾਂਸ ਵੱਲ ਲਗਾ ਦਿੱਤਾ ਜਾਏ। ਸੋ ਬਹੁਤ ਸਾਰੀਆਂ ਅਕੈਡਮੀਜ਼ ਨੇ ਜਿਹਦੇ ਵਿੱਚ ਡਾਂਸ ਸਿਖਾਇਆ ਜਾਂਦਾ। ਮੇਰੇ ਖਿਆਲ ਨਾਲ ਉਹ ਵੀ ਬਾਲੀਵੁੱਡ ਗੀਤਾਂ ਦੇ ਉੱਤੇ ਹੀ ਡਾਂਸ ਸਿਖਾਇਆ ਜਾਂਦਾ, ਹੈ ਨਾ। ਅਤੇ ਜ਼ਿਆਦਾ ਇਹਨੂੰ ਪ੍ਰੋਫੈਸ਼ਨ ਕਿਉਂ ਨਹੀਂ ਲੋਕ ਸੋਚਦੇ ਕਿ ਅਸੀਂ ਆਪਣੇ ਬੱਚੇ ਦਾ ਅਗਰ ਪ੍ਰੋਫੈਸ਼ਨ ਬਣਦਾ ਤਾਂ ਇਹਨੂੰ ਉੱਧਰ ਭੇਜੀਏ? ਵੈਸੇ ਕੀ ਸਕੋਪ ਹੈ ਅੱਗੇ ਇਹਦੇ ਵਿੱਚ? ਪ੍ਰੋਫੈਸ਼ਨਲੀ ਇਸ ਚੀਜ਼ ਦੇ ਵਿੱਚ ਬਹੁਤ ਸਕੋਪ ਹੈ। ਲੋਕਾਂ ਨੂੰ ਅਵੇਅਰਨੈਸ ਹੀ ਨਹੀਂ ਹੈ ਕਿ ਡਾਂਸ ਦੇ ਵਿੱਚ ਕੀ ਸਕੋਪ ਹੈ। ਫਸਟ ਕਿ ਤੁਸੀਂ ਅਗਰ ਡਾਂਸ ਦੇ ਵਿੱਚ ਡਿਗਰੀ ਕਰ ਲੈਂਦੇ ਹੋ, ਤੁਸੀਂ MA ਕਰ ਲੈਂਦੇ ਹੋ, ਫਿਰ ਤੁਸੀਂ PhD ਕਰਦੇ ਹੋ, ਤੁਸੀਂ ਇੱਕ ਡਾਕਟਰੇਟ ਬਣ ਸਕਦੇ ਹੋ, ਆਪਣੀ ਰਾਈਟਅਪਸ ਲਿਖ ਸਕਦੇ ਹੋ, ਆਪਣੀ ਬੁੱਕ ਪਬਲਿਸ਼ ਕਰ ਸਕਦੇ ਹੋ। ਫਸਟ ਇਹ ਹੈ ਕਿ ਤੁਸੀਂ ਡਾਕਟਰੇਟ ਬਣ ਕੇ ਤੁਸੀਂ ਗੌਰਮੈਂਟ ਇੰਸਟੀਟਿਊਟ ਦੇ ਵਿੱਚ ਬਕਾਇਦਾ ਪ੍ਰੋਫੈਸ਼ਨਲ ਵੈਕੈਂਸੀਆਂ ਨਿਕਲਦੀਆਂ ਨੇ ਕਲਾਸੀਕਲ ਡਾਂਸ ਵਾਸਤੇ, ਮਿਨਿਸਟਰੀ ਦੇ ਵਿੱਚ ਵੈਕੈਂਸੀਆਂ ਨਿਕਲਦੀਆਂ ਨੇ, ਰੇਲਵੇ ਦੇ ਵਿੱਚ ਸਪੈਸ਼ਲ ਇੱਕ ਕੋਟਾ ਹੈ ਜਿਹਦੇ ਵਿੱਚ ਉਹ ਇੱਕ ਹਰ ਸਾਲ ਕੋਈ ਨਾ ਕੋਈ ਆਪਣੇ ਖੇਤਰ ਦੇ ਵਿੱਚੋਂ ਇੱਕ ਕਲਾਸੀਕਲ ਡਾਂਸ ਵਾਲੇ ਨੂੰ ਕਰਦੇ ਨੇ। ਇਸੇ ਤਰ੍ਹਾਂ
बाकी भी जिन्ने इंस्टीट्यूट ने मिनिस्ट्री ऑफ कल्चर के अंतर्गत बहुत स्कोप ने। तुसी ICCR के थ्रू अगर अपना कथक स्ट्रॉन्ग करते हो तो तुसी कल्चरल रिलेशनशिप बढ़ाने वास्ते दूसरे कंट्रीज़ दे विच जाके अपने भारत नूं रिप्रजेंट कर सकते हो। इस तो इलावा एक इंटर्नशिप भी दी जाती है। कथक केंद्र जिहड़ा इंस्टीट्यूट है उहदे विच तुहानूं बकायदा इंटर्नशिप दी जाती है जिथे रह के तुसी कथक नूं प्रमोट कर सकते हो। तुहानूं रैगूलर उत्थे परफॉर्मेंसिस करने नूं मिलदियां ने। तो तुसी एक गुरु दे पद दे विच भी अपना जा सकते हो। तुसी अच्छी स्टडी करके अपना इंस्टीट्यूट खोल सकते हो। तो बहुत सारी अपॉर्चुनिटीज़ ने। बस ये है कि लोगों नूं इहदे बारे अवेयरनेस नहीं है कि इहदे विच की है। बस वो एक रिवायत बनी हुई है कि बच्चा पढ़ रहा है या मैडिकल करेगा, नॉन मैडिकल करेगा, कॉमर्स करेगा, है ना। अगर म्यूजिक है तो एक सिंगिंग तक ही वो हुंदा है ना। अजकल तो वो भी बहुत ज़्यादा मैं कहूँगी कि हर कोई सिंगर भी बनता जा रहा है, पर वो गलबात नहीं होंदी। इदां ही जिवें कि तुसी इस वारी नैशनल इंस्टीट्यूट है कथक दा, उहदे विच तुसी चुने गए हो और मैं अपने दर्शकों को दसदा कि पंजाब दे ये दूसरे इहो जिहे व्यक्ति ने जिहड़े कि उहदे लई चुने गए ने। अगे उत्थे की स्कोप है इस चीज़ का? अगर बच्चे जो चुन के उत्थे जाते हैं वो सारा प्रोसीजर सानू दसो। कथक केंद्र का एक मिनिस्ट्री ऑफ कल्चर के अंदर आता है। जिमें कि एक नैशनल स्कूल ऑफ ड्रामा NSD है, वो ही पैरलर नैशनल इंस्टीट्यूट ऑफ कथक है, जिदे विच हर साल वो 40 तो 45 बच्चे पूरे वर्ल्ड के विचों सिलैक्ट करते हैं कोर्सिज वास्ते। अलग अलग कोर्सिज ने उत्थे, डिप्लोमा कोर्सिज, पोस्ट डिप्लोमा कोर्सिज, फाउंडेशन कोर्सिज। तो उन्होंने बकायदा कथक की ट्रेनिंग दी जाती है। ना केवल कथक की, वो वोकल भी सिखाया जाता है, क्लासिकल म्यूजिक, तो क्लासिकल इंस्ट्रूमेंट तबला या पखावत सिखाया जाता है, तो योगा सिखाया जाता है, डांस की थ्योरी पढ़ाई जाती है, ताकि तुसी चारों पंचों चीज़ों को मिला के जी नॉलेज बढ़ सके, तुसी एक अपनी परफॉर्मेंस तैयार कर सको। उस इंस्टीट्यूट तुसी अलग अलग गुरुआं के अंदर उन्होंने कोरियोग्राफीज परफॉर्म करते हो। जो डांस परफॉर्मेंस अच्छा हो जाता है तो दिल्ली के बहुत सारे प्राइवेट इंस्टीट्यूट ने जो रेगूलर शोज़ करते हैं, अपने आर्टिस्ट नूं पे करते हैं, बैलेट बनाते हैं, फॉरन वगैरह के ट्रिप लगाते हैं। तो स्कोप तो बहुत है इस जी। ते किन्ने बच्चे उत्थे जिद्दां तुसी सिलैक्ट होए हो पंजाब तो, है ना, होर के अलग अलग स्टेट्स तो किन्ने टोटल वो बैच लैंदे ने, किन्ने बच्चों का? हर कोर्स के अलग ने। जिद्दां मैं डिप्लोमा कोर्स दे विच लिया, साडे पूरे बैच दे विच टोटल 40 बच्चे ने, जिहड़े कुछ झारखंड, महाराष्ट्र, पुणे, गुजरात, राजस्थान, इदां सारे अलग अलग जिहड़े सिटीज़ दे विचों आके उत्थे सिलैक्ट हुंदे ने। बकायदा पूरा इंटरव्यू हुंदा है, 5-6 जज बैठते हैं सामने, वो तुहानूं क्वेश्चनिंग करते हैं, तुहाडा डांस देखते हैं, तुहाडी नॉलेज देखते हैं कि तुसी की सिੱਖਿਆ, तुसी डांस नूं की समझदे हो। ये भी जज किया जाता है कि तुसी सिर्फ सीखण आए हो या उन्होंने ग्रास्प करना, उन्होंने अपने अंदर समान आए हो, उस दे बेसिस ते वो सिलैक्शन होंदी है। काफ़ी सारी एप्लीकेशनस आंदियां ने। मेरे टाइम आई गैस 750-800 एप्लीकेशनस थी, तो वो 40 बच्चे वो सिलैक्ट करते हैं जी। जिवें कि तुसीं कहा कि हजे भी मेरे घर दे जिहड़े पूरी तरह इस चीज़ नूं असैप्ट नहीं कर पाए, तो हुण तुसीं सिलैक्ट होए हो, तो हुण की हालात है? किहड़ी मतलब किहड़े चैलेंजेस है जिहड़े तुसीं हजे उन्हां दा सामना कर रहे हो? ਹੁਣ ਸਿਰਫ ਫਿਲਹਾਲ ਤੇ ਜਿੱਦਾਂ ਹੁਣ ਮੈਂ ਦਿੱਲੀ, ਕਿਉਂਕਿ ਅਪ ਡਾਊਨ ਤੇ ਪੋਸੀਬਲ ਨਹੀਂ ਹੈ ਤੇ ਮੈਨੂੰ ਦੂਸਰੇ ਸ਼ਹਿਰ ਦੇ ਵਿੱਚ ਰਹਿਣਾ ਪੈ ਰਿਹਾ ਹੈ। ਇੱਕ ਤਾਂ ਮੇਰੇ ਫਾਦਰ ਨਹੀਂ ਹੈ ਤੇ ਮੇਰੀ ਬਹੁਤ ਵੱਡੀ ਰਿਸਪੌਂਸਿਬਿਲਿਟੀ ਹੈ, ਮੇਰੇ ਮਦਰ ਜੀ, ਤੇ ਉਹ ਚਾਹੁੰਦੇ ਨਹੀਂ ਹੈ ਕਿ ਮੈਂ ਕਿਸੇ ਹੋਰ ਸਿਟੀ ਦੇ ਵਿੱਚ ਜਾ ਕੇ ਆਪਣਾ, क्योंकि मेरी काफ़ी थोड़ी एज भी ज़्यादा हो चुकी है कि इस एज तक लोग अपने जड़े मतलब मेरी उम्र दे वो सैटल हो चुके हैं, प्रोफैशनली इनकम कमा रहे हैं, लेकिन मैं स्टिल स्टडी कर रहा। तो ये बहुत बड़ा चैलेंज है कि फाइनैशियली कुछ हेल्प नहीं मिलती तो, बट हाँ जो इंस्टीट्यूट है तो उन्हें एक स्काई फंड दिंदा है थोड़ा जा रिलैक्सेशन करने वास्ते, लेकिन स्टिल दिल्ली दे विच रह के सर्वाइव करना, उत्थे दे खर्चे मैनेज करना, तो फिर क्योंकि एक प्रोफैशन मेरा जिहा है कि जिन्हों अच्छा नहीं समझा जाता बॉयज़ वास्ते, तो वो स्टिल क्योंकि मैं सिख फैमिली तो बिलोंग करदा, तो आई डोंट थिंक सो कि सिख कम्यूनिटी दे कुछ हजे तक कोई भी इदां दा होएगा जिन्हां ने कथक कीता होएगा, तो उन्हां नूं लगदा है कि सानूं अपना कल्चर प्रमोट करना चाहिए। उन्होंने भी नहीं हजे तक पता कि ये कथक भी साडा ही कल्चर है जिन्हों असीं ही लैके अगे जाना है। सो एक मैं तुहानूं पहला भी किया सी जिद्दां हुंदा है कि नहीं लड़की कर ले, है ना, पर एज अ बॉय आपां साडी एक सोच है कि असीं एक्सैप्ट ही नहीं करते। एक्चुअली बदलाव जदों आंदा है ना, बदलाव बड़ा कुछ हिला जांदा है,
ਪਿਛਲੀਆਂ ਚੀਜ਼ਾਂ ਨੂੰ ਖਤਮ ਕਰਨਾ ਔਰ ਨਵੀਂ ਚੀਜ਼ ਨੂੰ ਸਟਾਰਟਅਪ ਕਰਨਾ ਉਹ ਇੱਕ ਸਟਰਗਲ ਪੀਰੀਅਡ ਹੈ। ਤੁਸੀਂ ਉਹਦੇ ਵਿੱਚ ਖੜ੍ਹੇ ਹੋ ਇਸ ਟਾਈਮ 'ਤੇ, ਹੈ ਨਾ। ਅਤੇ ਮੈਂ ਇਹ ਵੀ ਕਹੂੰਗੀ ਕਿ ਜਦੋਂ ਬਦਲਾਵ ਆਉਂਦਾ ਅਤੇ ਉਹ ਅਗਲੀ ਜਨਰੇਸ਼ਨ ਦੇ ਲਈ ਬੜਾ ਫਾਇਦੇਮੰਦ ਹੁੰਦਾ, ਹੈ ਨਾ। ਸੋ ਤੁਸੀਂ ਆਪਣੇ ਤੋਂ ਬਾਅਦ ਦੇ ਜਿਹੜੇ ਬੱਚੇ ਨੇ ਜਿਹੜੇ ਇਸ ਫੀਲਡ 'ਚ ਕੁਛ ਕਰਨਾ ਚਾਹੁੰਦੇ ਨੇ ਜਾਂ ਬਣਨਾ ਚਾਹੁੰਦੇ ਨੇ, ਚਾਹੇ ਫਿਰ ਉਹ ਸਿੱਖ ਫੈਮਿਲੀ ਤੋਂ ਹੋਣ ਜਾਂ ਹਿੰਦੂ ਪਰਿਵਾਰ ਤੋਂ ਹੋਣ, ਲੜਕੇ ਹੋਣ, ਉਹਨਾਂ ਨੂੰ ਕੀ ਕਹੋਗੇ ਕਿ ਕਿਸ ਤਰੀਕੇ ਦੇ ਨਾਲ ਉਹ, ਕਿਉਂਕਿ ਤੁਸੀਂ ਸਟਰਗਲ ਕਰ ਚੁੱਕੇ ਹੋ, ਹੈ ਨਾ। ਅਤੇ ਕਈ ਵਾਰੀ ਹੁੰਦਾ ਹੈ ਕਿ ਸਟਰਗਲ ਦੇ ਦੌਰਾਨ ਕਈ ਪਿੱਛੇ ਹਟ ਜਾਂਦੇ ਆ, ਕਈ ਇੱਦਾਂ ਦੇ ਵੀ ਹੁੰਦੇ ਹੋਣਗੇ ਜਿਹੜੇ ਪਿੱਛੇ ਕਰ ਲੈਂਦੇ ਆ ਪੈਰ ਕਿ ਨਹੀਂ। ਕੀ ਕਹੋਗੇ ਕਿ ਕਿਸ ਤਰ੍ਹਾਂ ਕੀ ਸੋਚ ਕੇ ਬਸ ਚੱਲਦੇ ਜਾਓ? ਮੈਂ ਇੱਕ ਤਾਂ ਇਹ ਗੱਲ ਸ਼ੇਅਰ ਕਰਨਾ ਚਾਹਾਂਗਾ ਕਿ ਮੈਂ ਆਪਣੇ ਆਪ ਨੂੰ ਬਹੁਤ ਬਲੈਸ ਸਮਝਦਾ, ਕਿਉਂਕਿ ਮੈਂ 3 ਗੁਰੂਆਂ ਦੇ ਅੰਦਰ ਸਿੱਖਿਆ, ਅਸ਼ਵਨੀ ਕਥਕ ਜੀ ਦੇ ਅੰਦਰ, ਡਾਕਟਰ ਸੰਤੋਸ਼ ਵਿਆਸ ਜੀ ਦੇ ਅੰਦਰ ਅਤੇ ਸਮੀਕਸ਼ਾ ਸ਼ਰਮਾ ਜੀ ਦੇ ਅੰਦਰ, ਜੋ ਦਿੱਲੀ ਦੇ ਵਿੱਚ ਨੇ। ਅਤੇ ਉਹਨਾਂ ਦੀ ਸੋਚ ਹੈ ਕਿ ਉਹ ਤਿੰਨੋਂ ਪਸੰਦ ਕਰਦੇ ਨੇ ਲੜਕਿਆਂ ਨੂੰ ਪ੍ਰਮੋਟ ਕਰਨਾ, ਉਹ ਲੜਕਿਆਂ ਨੂੰ ਜ਼ਿਆਦਾ ਸਿਖਾਉਣਾ ਪਸੰਦ ਕਰਦੇ ਨੇ। ਸਪੈਸ਼ਲੀ ਮੈਂ ਅਸ਼ਵਨੀ ਗੁਰੂ ਜੀ ਤੋਂ ਟ੍ਰੇਨਿੰਗ ਜਿਹੜੀ ਸਟਾਰਟ ਕੀਤੀ ਸੀ, ਉਹਨਾਂ ਦੀ ਇੱਕ ਖਾਸ ਗੱਲ ਹੈ ਕਿ ਉਹ ਲੜਕਿਆਂ ਨੂੰ ਫ੍ਰੀ ਸਿਖਾਉਂਦੇ ਨੇ। ਅਤੇ ਉਹਨਾਂ ਤੋਂ ਹੀ ਇੰਸਪੀਰੇਸ਼ਨ ਸੀ ਕਿ ਉਹ ਖੁਦ ਵੀ ਕਰਦੇ ਰਹੇ ਨੇ ਅਤੇ ਉਹਨਾਂ ਨੇ ਮੈਨੂੰ ਸਿਖਾਇਆ। ਅਤੇ ਇਹ ਹੈ ਕਿ ਤੁਸੀਂ ਆਪਣਾ ਇੱਕ ਡੈਸਟੀਨੇਸ਼ਨ ਫਾਈਨਲ ਕਰ ਦਿਓ ਕਿ ਤੁਸੀਂ ਜੇ ਕਰਨਾ ਹੈ ਅਤੇ ਫਿਰ ਜੋ ਮਰਜ਼ੀ ਹੋ ਜਾਏ ਤੁਹਾਨੂੰ ਕਰਨਾ ਹੀ ਪੈਣਾ ਹੈ। ਹਾਂਜੀ, ਅਪਸ ਐਂਡ ਡਾਊਨਸ ਆਉਂਦੇ ਰਹਿੰਦੇ ਨੇ, ਲੇਕਿਨ ਜਦੋਂ ਤੁਹਾਨੂੰ ਆਪਣਾ ਵੇ ਕਲੀਅਰ ਹੈਗਾ ਤਾਂ ਤੁਸੀਂ ਕੁਛ ਵੀ ਕਰ ਸਕਦੇ ਹੋ। ਹਾਂ, ਪ੍ਰੋਬਲਮਸ ਆਉਂਦੀਆਂ ਨੇ, ਲੜਕੇ ਹੋਣ ਦੇ ਨਾਤੇ ਤਾਂ ਬਹੁਤ ਸਾਰੀਆਂ ਪ੍ਰੋਬਲਮਸ ਆਉਂਦੀਆਂ ਨੇ ਕਿ ਤੁਹਾਨੂੰ ਆਪਣੀ ਇੰਡੀਪੈਂਡੈਂਸ ਦੇਖਣੀ ਪੈਂਦੀ ਹੈ, ਤੁਹਾਡਾ ਫੈਮਿਲੀ ਪ੍ਰੈਸ਼ਰ ਹੁੰਦਾ ਹੈ ਕਿ ਆਪਣੀ ਫੈਮਿਲੀ ਨੂੰ ਸੰਭਾਲਣਾ ਹੈ। ਬਟ ਉਹਦੇ ਵਾਸਤੇ ਵੀ ਤੁਸੀਂ ਆਪਣਾ ਇਹ ਕਰ ਸਕਦੇ ਹੋ ਕਿ ਆਪਣਾ ਥੋੜ੍ਹਾ ਟਾਈਮ ਐਡਜਸਟ ਕਰਕੇ ਤੁਸੀਂ ਆਪਣਾ ਸੋਰਸ ਆਫ ਇਨਕਮ ਬਣਾ ਸਕਦੇ ਹੋ, ਪ੍ਰਾਈਵੇਟ ਟਿਊਸ਼ਨਸ ਦੇ ਸਕਦੇ ਹੋ ਅਤੇ ਆਪਣਾ ਜਿਹੜਾ ਲਰਨਿੰਗ ਹੈ ਉਹ ਚਾਲੂ ਰੱਖੋ, ਕਿਉਂਕਿ ਕੱਥਕ ਇੱਕ ਸਮੁੰਦਰ ਹੈ ਜਿਹਨੂੰ ਤੁਸੀਂ ਪਾਰ ਨਹੀਂ ਕਰ ਸਕਦੇ। ਜਿੰਨਾ ਅੰਦਰ ਜਾਈ ਜਾਓ ਉਹਨਾਂ ਤੁਹਾਨੂੰ ਸਮਝ ਆਉਣਾ ਸ਼ੁਰੂ ਹੋ ਜਾਂਦਾ ਹੈ। ਇੰਨੀ ਗਹਿਰਾਈ ਹੈ ਕਿ ਜਿੰਨਾ ਨੀਚੇ ਜਾਂਦੇ ਜਾਓਗੇ ਗਹਿਰਾਈ ਵੱਧਦੀ ਜਾਏਗੀ। ਅੱਛਾ, ਤੁਹਾਡੀ ਕੱਥਕ ਨੂੰ ਲੈ ਕੇ ਕਿੰਨੇ ਘੰਟੇ ਤੱਕ ਦੀ ਪ੍ਰੈਕਟਿਸ ਹੁੰਦੀ? ਕਿੰਨਾ ਕੁ ਕਹਿੰਦੇ ਅਭਿਆਸ ਤਾਂ ਬਹੁਤ ਕਰਨਾ ਪੈਂਦਾ, ਫਿਰ ਚਾਹੇ ਉਹ ਸੰਗੀਤ ਹੀ ਕਿਉਂ ਨਾ ਹੋਵੇ ਜਾਂ ਡਾਂਸ ਹੋਵੇ, ਹੈ ਨਾ। ਕਿਸ ਤਰ੍ਹਾਂ, ਕਿੱਦਾਂ ਤੁਸੀਂ ਆਪਣਾ ਟਾਈਮ ਰੱਖਿਆ? ਪੜ੍ਹਾਈ ਵੀ ਨਾਲ ਕਰਦੇ ਰਹੇ ਔਰ ਇਹ ਵੀ ਨਾਲ ਕਿਸ ਤਰ੍ਹਾਂ ਉਹਨੂੰ ਮੈਨੇਜ ਕੀਤਾ? ਕਿੰਨੇ ਘੰਟੇ ਲੈਂਦੇ ਹੋ? ਹਰ ਕਿਸੇ ਦੀ ਕਪੈਸਿਟੀ ਅਲੱਗ ਹੁੰਦੀ ਹੈ, ਸਰੀਰਿਕ ਜੋ ਤੁਹਾਡੀ ਕੈਪੇਬਿਲਿਟੀ ਉਹ ਡਿਪੈਂਡ ਕਰਦੀ ਹੈ ਕਿ ਤੁਸੀਂ ਕਿੰਨੇ ਟਾਈਮ ਕਰ ਸਕਦੇ ਹੋ। ਲੇਕਿਨ ਮਿਨੀਮਮ ਤੁਹਾਨੂੰ ਆਪਣੇ ਨੂੰ ਪਰਸਨਲ ਟਾਈਮ ਜਿਹੜਾ ਐਟਲੀਸਟ 3 ਤੋਂ 4 ਘੰਟੇ ਦੇਣੇ ਚਾਹੀਦੇ ਨੇ, ਤਾਂ ਕਿ ਤੁਸੀਂ ਉਹਨੂੰ ਸਮਝੋ ਕਿ ਤੁਹਾਡੀ ਸੋਚ, ਕਿਉਂਕਿ ਹਰ ਕੋਈ ਇੱਕ ਪਰਫੋਰਮਰ ਜਿਹੜਾ ਹੈ ਉਹ ਡਾਂਸ ਨੂੰ ਜਾਂ ਕਿਸੇ ਵੀ ਕਲਾਸੀਕਲ ਆਰਟ ਨੂੰ ਅਲੱਗ ਨਜ਼ਰੀਏ ਨਾਲ ਦੇਖਦਾ ਹੈ। ਹਰ ਕਿਸੇ ਦਾ ਡਾਂਸ ਦੇ ਪ੍ਰਤੀ ਜਿਹੜੀ ਸੋਚ ਹੈ ਅਲੱਗ ਹੁੰਦੀ ਹੈ, ਉਹਨੂੰ ਪ੍ਰੈਜ਼ੈਂਟ ਕਰਨ ਦਾ ਢੰਗ ਅਲੱਗ ਹੁੰਦਾ ਹੈ, ਅਤੇ ਤੁਹਾਨੂੰ ਉਹ 3-4 ਘੰਟੇ ਆਪਣੇ ਆਪ ਨੂੰ ਦੇ ਕੇ ਉਹਨੂੰ ਹੋਰ ਸੁੰਦਰ ਬਣਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਅੱਛਾ, ਜਲੰਧਰ ਦੀ ਗੱਲ ਕਰ ਲੈਂਦੇ ਹਾਂ। ਜਿੱਦਾਂ ਆਪਾਂ ਪਹਿਲਾਂ ਵੀ ਕਿਹਾ ਕਿ ਕੱਥਕ ਦਾ ਇੱਥੇ ਲੋਕਾਂ ਨੂੰ ਹੈ ਹੀ ਨਹੀਂ, ਪਤਾ ਹੀ ਨਹੀਂ ਹੈ। ਹਰੀਵੱਲਭ ਸੰਗੀਤ ਸੰਮੇਲਨ ਹੁੰਦਾ ਜਿਹੜਾ ਕਿ ਸ਼ਾਸਤਰੀ ਸੰਗੀਤ ਨਾਲ ਜੁੜਿਆ ਹੋਇਆ, ਉਹ ਆਪਾਂ ਸੁਣਿਆ ਹੈ ਨਾ। ਇਹੋ ਜਿਹਾ ਸੰਮੇਲਨ ਚਲੋ ਸਾਲ 'ਚ ਇੱਕ ਵਾਰ ਹੋ ਜਾਂਦਾ, ਥੋੜ੍ਹਾ ਬਹੁਤ ਜਿਹਨਾਂ ਨੂੰ ਸ਼ੌਂਕ ਹੁੰਦਾ ਉਹ ਤਾਂ ਚਲੇ ਜਾਂਦੇ ਨੇ। ਅਤੇ ਕੱਥਕ ਨੂੰ ਲੈ ਕੇ ਕਿਉਂ ਨਹੀਂ ਇਸ ਤਰ੍ਹਾਂ ਦੇ ਕੋਈ ਸੰਮੇਲਨ ਹੁੰਦੇ? ਕਿਉਂਕਿ ਕੱਥਕ ਨੂੰ ਲੈ ਕੇ ਜਾਗਰੂਕ ਨਹੀਂ ਹੈ ਕੁਝ ਜੋ ਇੰਸਟੀਟਿਊਟ ਹੈ ਪੰਜਾਬ ਦੇ ਵਿੱਚ। ਪਰ ਸਭ ਤੋਂ ਵੱਡਾ ਡਰੋਬੈਕ ਇਹ ਹੈ ਕਿ ਜਲੰਧਰ, ਪੂਰੇ ਪੰਜਾਬ ਦੇ ਵਿੱਚ ਜਿਹੜਾ ਕੱਥਕ ਸਿਖਾਉਣ ਵਾਲਾ ਇੱਕ ਹੀ ਇੰਸਟੀਟਿਊਟ ਹੈ ਜਲੰਧਰ ਦੇ ਵਿੱਚ, ਜਿਹੜੇ ਪ੍ਰੋਫੈਸ਼ਨਲ ਡਿਗਰੀ ਦੇ ਰਿਹਾ। ਬਾਕੀ ਸਾਰੀ ਜਗ੍ਹਾ ਜਿੱਥੇ ਬॉयਜ਼ ਨੂੰ ਪਰਮਿਸ਼ਨ ਹੈ, ਬਾਕੀ ਸਾਰੇ ਇੰਸਟੀਟਿਊਟ ਦੇ ਵਿੱਚ ਗਰਲਜ਼ ਨੂੰ ਪਰਮਿਸ਼ਨ ਹੈ। ਅਤੇ ਇਸ ਕਰਕੇ ਜਦ ਉਹ ਇੰਸਟੀਟਿਊਟ ਹੀ ਸਿਰਫ ਯੂਥ ਫੈਸਟੀਵਲ ਦੀ ਪਰਫੋਰਮੈਂਸਿਸ ਤੱਕ ਸੀਮਿਤ ਹੈ, ਉਹ ਖੁਦ ਹੀ ਕੁਝ ਆਪਣੇ ਬੱਚਿਆਂ ਨੂੰ ਪ੍ਰਮੋਟ ਨਹੀਂ ਕਰਨਾ ਚਾਹੁੰਦਾ, ਤਾਂ ਫਿਰ ਡਾਂਸ ਕਿੱਥੇ ਅੱਗੇ ਜਾਏਗਾ? ਅਤੇ ਇੱਕ ਇਹ ਰੀਜ਼ਨ ਹੈ। ਦੂਸਰਾ ਕਿ ਲੋਕਾਂ ਨੂੰ ਨਹੀਂ ਪਈ ਕਿ ਕੱਥਕ ਨੂੰ ਪ੍ਰਮੋਟ ਕਰਨਾ ਚਾਹੀਦਾ, ਸ਼ਾਸਤਰੀ ਨ੍ਰਿੱਤ, ਸ਼ਾਸਤਰੀ ਸੰਗੀਤ ਨੂੰ ਪ੍ਰਮੋਟ ਕਰਨਾ ਚਾਹੀਦਾ। ਹਰਵੱਲਭ ਇੱਕ ਬਹੁਤ ਪੁਰਾਣਾ ਫੈਸਟੀਵਲ ਹੈ ਜੋ, ਕਿਉਂਕਿ ਉਹਨੂੰ ਕੈਰੀ ਕਰਨ ਵਾਸਤੇ ਇੱਕ ਇੰਸਟੀਟਿਊਟ, ਇੱਕ ਕਮਿਊਨਿਟੀ ਹੈ ਜਿਹੜੀ ਉਹਨੂੰ ਚਾਲੂ ਰੱਖ ਰਹੀ ਹੈ, ਲੇਕਿਨ ਕੱਥਕ ਦੀ ਇੱਥੇ ਕੋਈ ਕਮਿਊਨਿਟੀ ਨਹੀਂ ਹੈ, ਅਤੇ ਇਹ ਡਰੋਬੈਕ ਹੈ। ਅਤੇ ਜੇ ਰੱਬ ਨੇ ਚਾਹਿਆ ਤਾਂ ਮੈਂ ਅਤੇ ਮੇਰੇ ਜਿਹੜੇ ਵੀ 1-2 ਫਰੈਂਡ ਨੇ ਕਿ ਅਸੀਂ ਇਸ ਨੂੰ ਜਲੰਧਰ ਦੇ ਵਿੱਚ ਲੈ ਕੇ ਆਵਾਂਗੇ, ਤਾਂ ਕਿ ਹੌਲੀ ਹੌਲੀ ਇੱਥੇ ਵੀ ਕੱਥਕ ਦੇ ਪ੍ਰਤੀ ਹੋਰ ਜਾਗਰੂਕਤਾ ਆਵੇ, ਲੋਕ ਸਿੱਖਣ, ਪ੍ਰਮੋਟ ਕਰਨ। ਕਿਉਂਕਿ ਯੂਜਲੀ ਇਹ ਹੁੰਦਾ ਕਿ ਜਦੋਂ ਆਪਾਂ ਕਿਤੋਂ ਅੱਛੀ ਜਗ੍ਹਾ ਸਿੱਖ ਲੈਂਦੇ ਹਾਂ, ਜਿੱਦਾਂ ਦਿੱਲੀ ਦੇ ਵਿੱਚ ਬਹੁਤ ਇਹ ਚੀਜ਼ ਹੁੰਦੀ ਹੈ ਕਿ ਅਲੱਗ-ਅਲੱਗ ਸਿਟੀਜ਼ ਦੇ ਵਿੱਚੋਂ ਲੋਕ ਆਉਂਦੇ ਨੇ, ਬੱਚੇ ਸਿੱਖਦੇ ਨੇ ਅਤੇ ਉਹ ਉੱਥੇ ਹੀ ਰਹਿ ਜਾਂਦੇ ਨੇ, ਅਤੇ ਉਹ ਡਾਂਸ ਉੱਥੇ ਹੀ ਰਹਿ ਗਿਆ, ਉਹ ਵਾਪਿਸ ਨਹੀਂ ਜਾਂਦੇ ਆਪਣੀ ਸਿਟੀਜ਼ ਦੇ ਵਿੱਚ। ਅਗਰ ਉਹ ਆਪਣੀ ਸਿਟੀਜ਼ ਦੇ ਵਿੱਚ ਜਾਣਗੇ ਤਾਂ ਹੀ ਉਹਨਾਂ ਦੀ ਕਲਾ ਫੈਲੂਗੀ। ਜੇ ਤੁਸੀਂ ਜਿੱਥੇ ਤੇ ਡਾਂਸ ਹੈ ਉੱਥੇ ਤੁਸੀਂ ਫੈਲਾ ਕੇ ਕੀ ਕਰਨਾ ਹੈ? ਉੱਥੇ ਤਾਂ ਆਲਰੇਡੀ ਬਹੁਤ ਹੈ।
ਤਾਂ ਤੁਹਾਨੂੰ ਜਾਣਾ ਚਾਹੀਦਾ ਆਪਣੇ ਸ਼ਹਿਰਾਂ ਦੇ ਵਿੱਚ ਤਾਂ ਕਿ ਤੁਸੀਂ ਡਾਂਸ ਨੂੰ ਹੋਰ ਵਧਾ ਸਕੋ। ਜਿਵੇਂ ਤੁਸੀਂ ਕਿਹਾ ਕਿ ਜਿਹੜੀ ਜਗ੍ਹਾ ਦੇ ਵਿੱਚ ਹੈਗਾ ਉੱਥੇ ਤਾਂ ਕਰਨ ਦਾ ਕੋਈ ਫਾਇਦਾ ਨਹੀਂ, ਵੈਸੇ ਤੁਹਾਨੂੰ ਕੀ ਲੱਗਦਾ ਕਿਹੜੀਆਂ ਸਟੇਟਸ ਦੇ ਵਿੱਚ ਫਿਰ ਵੀ ਇਹਨੂੰ ਕਾਫੀ ਜਿਹੜੀ ਹੈ ਮਿਲਦੀ ਹੈ, ਇਹਨੂੰ ਮਤਲਬ ਲੋਕਾਂ ਵੱਲੋਂ ਬੜਾ ਪਿਆਰ ਮਿਲਦਾ ਕੱਥਕ ਨੂੰ? ਕਿਹੜੀਆਂ ਸਟੇਟਸ ਨੇ ਇੰਡੀਆ 'ਚ? ਦਿੱਲੀ, ਮੁੰਬਈ, ਪੂਨੇ, ਰਾਜਸਥਾਨ ਦੇ ਵਿੱਚ ਵੀ ਕਾਫੀ ਇੰਸਟੀਟਿਊਟ ਨੇ। ਉਜੈਨ ਦੇ ਵਿੱਚ ਇੱਕ ਬਹੁਤ ਅੱਛਾ ਇੰਸਟੀਟਿਊਟ ਹੈ ਜੋ ਕਥਕ ਨੂੰ ਪ੍ਰਮੋਟ ਕਰਦਾ ਹੈ। ਇਸ ਤੋਂ ਇਲਾਵਾ ਐਕਚੁਅਲ ਮੇਂ ਫੋਰਨਰਸ ਜਿਹੜੇ ਹੈ ਉਹ ਬਹੁਤ ਪ੍ਰਮੋਟ ਕਰ ਰਹੇ ਨੇ। ਮਿਨਿਸਟਰੀ ਆਫ ਕਲਚਰ ਦੇ ਥਰੂ ਜਦੋਂ ਤੁਸੀਂ ICCR ਦੇ ਅੰਡਰ ਜਾਂਦੇ ਹੋ ਤਾਂ ਤੁਹਾਨੂੰ 3-4 ਸਾਲ ਵਾਸਤੇ ਇੱਕ ਇੰਸਟੀਟਿਊਟ ਫੋਰਨ ਦੇ ਥਰੂ ਇੱਕ ਤੁਹਾਨੂੰ ਐਸੋਸੀਏਸ਼ਨ ਇੱਕ ਪੋਸਟ ਦਿੱਤੀ ਜਾਂਦੀ ਹੈ ਜਿੱਥੇ ਤੁਸੀਂ ਐਜ਼ ਐਂਬੈਸਡਰ ਬਣ ਕੇ ਇੰਡੀਆ ਨੂੰ ਰਿਪਰੈਜ਼ੈਂਟ ਕਰਦੇ ਹੋ ਅਤੇ ਉੱਥੇ ਤੁਸੀਂ ਉੱਥੇ ਦੇ ਲੋਕਾਂ ਦੇ ਨਾਲ ਮਿਲ ਕੇ ਪਰਫੋਰਮੈਂਸਿਸ ਦਿੰਦੇ ਹੋ। ਅਤੇ ਫੋਰਨ ਦੇ ਵਿੱਚ ਬਹੁਤ ਸਾਰੇ ਇੰਡੀਅਨ ਸਾਡੇ ਇੰਸਟੀਟਿਊਟ ਨੇ ਜਿਹੜੇ ਕਲਾਸੀਕਲ ਡਾਂਸ ਨੂੰ ਉੱਥੇ ਪ੍ਰਮੋਟ ਕਰਦੇ ਨੇ। ਅਸੀਂ ਦੇਖਿਆ ਕਿ ਬਹੁਤ ਸਾਰੇ ਜਿਹੜੇ ਦੂਸਰੇ ਫੋਰਨਰਸ ਨੇ ਉਹ ਇਹਨੂੰ ਪਸੰਦ ਕਰਦੇ ਨੇ ਔਰ ਸਿੱਖਣ ਦੀ ਵੀ ਕੋਸ਼ਿਸ਼ ਕਰਦੇ ਨੇ, ਹੈ ਨਾ। ਸੋ ਮਨਪ੍ਰੀਤ ਜੀ, ਤੁਸੀਂ ਸਾਡੇ ਨਾਲ ਜੁੜੇ, ਸਾਨੂੰ ਕੱਥਕ ਡਾਂਸ ਦੇ ਬਾਰੇ ਇੰਨੀ ਗਹਿਰੀ ਮੈਂ ਕਹੂੰਗੀ ਜਾਣਕਾਰੀ ਦਿੱਤੀ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਧੰਨਵਾਦ ਜੀ ਤੁਹਾਡਾ ਵੀ। ਤੁਸੀਂ ਵੇਖ ਰਹੇ ਸੀ HSN TV ਤੇ ਖਾਸ ਮੁਲਾਕਾਤ। ਮੈਂ ਸੀ ਸ਼ੀਤਲ ਠਾਕੁਰ, ਮੇਰੇ ਨਾਲ ਨੇ ਕੈਮਰਾਮੈਨ ਕੁਨਾਲ। ਸਤਿ ਸ਼੍ਰੀ ਅਕਾਲ। HSN TV ਦੇ ਵਿੱਚ ਤੁਸੀਂ ਜੁੜੇ ਹੋਏ ਹੋ ਆਪਣੀ ਦੋਸਤ ਸ਼ੀਤਲ ਦੇ ਨਾਲ। ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਕਲਾ ਦੀ, ਸੰਗੀਤ ਦੀ। ਜੀਵਨ ਅਗਰ ਇੱਕ ਆਨੰਦ ਦਾ ਬਗੀਚਾ ਹੈ ਤਾਂ ਸੰਗੀਤ, ਨ੍ਰਿਤਯ, ਕਲਾ ਇਸ ਬਗੀਚੇ ਦੇ ਪਿਆਰੇ ਜਿਹੇ ਫੁੱਲ ਨੇ। ਅਗਰ ਜੀਵਨ ਇੱਕ ਵਹਿੰਦੀ ਹੋਈ ਨਦੀ ਹੈ ਤਾਂ ਇਸ ਨਦੀ ਦੀ ਲਹਿਰ ਬਣ ਕੇ ਸਾਹਮਣੇ ਆਉਂਦੇ ਨੇ ਨ੍ਰਿਤਯ, ਕਲਾ ਤੇ ਸੰਗੀਤ। ਸੋ ਅੱਜ ਮੈਨੂੰ ਲੱਗਦਾ ਹੈ ਕਿ ਤੁਸੀਂ ਮੇਰਾ ਇਸ਼ਾਰਾ ਸਮਝ ਗਏ ਹੋ। ਅੱਜ ਅਸੀਂ ਇੱਕ ਇਹੋ ਜਿਹੀ ਸ਼ਖਸੀਅਤ ਦੇ ਨਾਲ ਮੁਲਾਕਾਤ ਕਰਨ ਜਾ ਰਹੇ ਹਾਂ ਜਿਨ੍ਹਾਂ ਨੇ ਸੰਗੀਤ ਔਰ ਨ੍ਰਿਤਯ ਇਸ ਖੇਤਰ ਦੇ ਵਿੱਚ ਚੰਗਾ ਨਾਮ ਕਮਾਇਆ। ਔਰ ਹੈਰਾਨੀ ਵਾਲੀ ਗੱਲ ਇਹ ਹੈ ਕਿ ਉਹ ਇੱਕ ਸਿੱਖ ਪਰਿਵਾਰ ਤੋਂ ਨੇ, ਪੰਜਾਬ ਜਲੰਧਰ ਸ਼ਹਿਰ ਤੋਂ ਨੇ, ਜਿੱਥੇ ਕੱਥਕ ਨਾਮ ਤੋਂ ਪਰਹੇਜ਼ ਹੀ ਕੀਤਾ ਜਾਂਦਾ ਹੈ। ਕੱਥਕ ਨ੍ਰਿਤਯ ਦਾ ਨਾਮ ਸ਼ਾਇਦ ਜਾਂ ਪਹਿਚਾਨ ਬਹੁਤ ਹੀ ਘੱਟ ਹੈ। ਕੱਥਕ ਡਾਂਸ ਸਿਰਫ ਇੱਕ ਸਟੇਜ ਦੇ ਵਿੱਚ ਪਰਫਾਰਮੈਂਸ ਦੇ ਤੌਰ 'ਤੇ ਕਦੀ-ਕਦਾਰ ਵੇਖਿਆ ਜਾਂਦਾ ਹੈ, ਪਰ ਇਹਦਾ ਸ਼ੌਂਕ ਜਾਂ ਇਹਦਾ ਜਜ਼ਬਾ ਸ਼ਾਇਦ ਪੰਜਾਬ ਦੇ ਵਿੱਚ ਹੈ ਹੀ ਨਹੀਂ। ਸੋ ਆਓ ਮੁਲਾਕਾਤ ਕਰਦੇ ਹਾਂ। ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ। ਮਨਪ੍ਰੀਤ ਜੀ, ਤੁਹਾਡਾ ਸਾਡੇ TV ਦੇ ਵਿੱਚ ਸਾਡੇ ਨਾਲ ਜੁੜਨ ਦੇ ਲਈ ਬਹੁਤ-ਬਹੁਤ ਤੁਹਾਡਾ ਸਵਾਗਤ। ਸਤਿ ਸ਼੍ਰੀ ਅਕਾਲ ਜੀ। ਜਿਵੇਂ ਕਿ ਮੈਂ ਆਪਣੇ ਦਰਸ਼ਕਾਂ ਨੂੰ ਦੱਸਿਆ ਕਿ ਤੁਸੀਂ ਇੱਕ ਤਾਂ ਸਿੱਖ ਪਰਿਵਾਰ ਤੋਂ, ਉੱਤੋਂ ਪੰਜਾਬ ਤੋਂ ਬਿਲੋਂਗ ਕਰਦੇ ਹੋ, ਜਲੰਧਰ ਸ਼ਹਿਰ ਤੋਂ, ਔਰ ਡਾਂਸ ਦੇ ਨਾਲ, ਉਹ ਵੀ ਕੱਥਕ ਦੇ ਨਾਲ ਤੁਹਾਡਾ ਕਿਸ ਤਰ੍ਹਾਂ ਜੋੜ ਹੋਇਆ? ਮਤਲਬ ਕਿਸ ਤਰੀਕੇ ਦੇ ਨਾਲ ਤੁਹਾਡੇ ਜੀਵਨ ਦੇ ਵਿੱਚ ਇਹ ਲਹਿਰ ਆਈ ਕਿ ਮੈਂ ਇਹਦੇ ਵਿੱਚ ਜਾਣਾ? ਸ਼ੁਰੂਆਤ ਤਾਂ ਇਸ ਤਰ੍ਹਾਂ ਹੋਈ ਸੀ ਕਿ ਬਚਪਨ ਤੋਂ ਹੀ ਡਾਂਸ 'ਤੇ ਮੈਨੂੰ ਬਹੁਤ ਪਸੰਦ ਸੀ ਅਤੇ ਡਾਂਸ ਸਿੱਖਣ ਇੱਕ ਕਲਾਸੀਕਲ ਡਾਂਸ ਦਾ ਉਦੋਂ ਤੱਕ ਮੈਨੂੰ ਨਹੀਂ ਪਤਾ ਸੀ, ਪਰ ਜੋ ਬਾਲੀਵੁੱਡ ਮੂਵੀਜ਼ ਦੇ ਵਿੱਚ ਜੋ ਡਾਂਸ ਵਗੈਰਾ ਹੁੰਦਾ ਸੀ ਉਹ ਮੈਂ ਦੇਖਦਾ ਹੁੰਦਾ ਸੀ, ਘਰੇ ਕਰਦਾ ਹੁੰਦਾ ਸੀ। ਅਤੇ ਮੇਰੇ ਪਿਤਾ ਜੀ ਨੂੰ ਵੀ ਮੇਰਾ ਡਾਂਸ ਕਰਨਾ ਪਸੰਦ ਸੀ, ਇਸ ਕਰਕੇ ਉਹ ਵੀ ਮੈਨੂੰ ਡਾਂਸ ਸਿਖਾਉਣ ਲੈ ਕੇ ਜਾਂਦੇ ਸੀਗੇ। ਪਰ ਜਦੋਂ ਮੈਂ ਕਾਲਜ ਜੁਆਇਨ ਕੀਤਾ ਅਤੇ ਮੇਰੇ ਇੱਕ ਸੀਨੀਅਰ ਸੀਗੇ ਨਿਤਿਨ ਸ਼ਰਮਾ ਜੀ, ਅਤੇ ਉਹਨਾਂ ਨੇ ਕਲਾਸੀਕਲ ਡਾਂਸ ਦੀ ਪਰਫੋਰਮੈਂਸ ਦਿੱਤੀ ਸੀ। ਉਹਨਾਂ ਨੂੰ ਵੇਖ ਕੇ ਮੈਨੂੰ ਇੱਦਾਂ ਲੱਗਾ ਕਿ ਕੁਛ ਵੱਖਰਾ ਜਿਹਾ ਉਹਨਾਂ ਨੇ ਕੀਤਾ ਹੈ, ਜਿਹਨੂੰ ਦੇਖ ਕੇ ਥੋੜ੍ਹੀ ਅਟਰੈਕਸ਼ਨ ਹੋ ਗਈ ਕਿ ਮੈਨੂੰ ਵੀ ਕੁਛ ਅਜਿਹਾ ਸਿੱਖਣਾ ਚਾਹੀਦਾ, ਇਹਨੂੰ ਕਰੀਅਰ ਬਣਾਉਣਾ ਚਾਹੀਦਾ ਜਾਂ ਫਿਰ ਇਸ ਦੇ ਵਿੱਚ ਦੇਖਣਾ ਚਾਹੀਦਾ ਕੀ ਹੈ ਕੀ।
ਤੇ ਉੱਥੋਂ ਮੈਂ ਆਪਣੇ ਡਾਂਸ ਕੱਥਕ ਦੀ ਸ਼ੁਰੂਆਤ ਉਹਨਾਂ ਨੂੰ ਦੇਖ ਕੇ ਕੀਤੀ ਹੈ। ਮਤਲਬ ਜਦੋਂ ਤੁਹਾਡੇ ਮਨ ਦੇ ਵਿੱਚ ਇਹ ਚੀਜ਼ ਆਈ ਕਿ ਮੈਂ ਇਹ ਕਰਨਾ ਹੈ ਜਾਂ ਮੇਰੇ ਅੰਦਰ ਹੈ ਮੈਂ ਕਰਾਂ, ਹੈ ਨਾ, ਅਤੇ ਤੁਸੀਂ ਆਪਣੇ ਪਰਿਵਾਰ 'ਚ ਗੱਲ ਕਹੀ ਹੋਏਗੀ। ਦੇਖੋ ਪੰਜਾਬ ਦੇ ਵਿੱਚ ਨਾ ਮੈਨੂੰ ਨਹੀਂ ਲੱਗਦਾ ਕਿ ਠੀਕ ਹੈ ਬਦਲਾਵ ਆਇਆ, ਪਰ ਇੰਨਾ ਨਹੀਂ ਆਇਆ ਕਿ ਕੋਈ ਆਪਣੇ ਬੱਚੇ ਨੂੰ ਕਹੇ ਕਿ ਹਾਂ ਤੂੰ ਇਹਨੂੰ ਐਜ਼ ਅ ਪ੍ਰੋਫੈਸ਼ਨ ਚੂਜ਼ ਕਰ ਜਾਂ ਇਹਨੂੰ ਜਾ ਕੇ ਸਿੱਖ। ਕਿੱਦਾਂ ਰਿਹਾ ਤੁਹਾਡੇ ਪਰਿਵਾਰ ਦਾ ਉਸ ਟਾਈਮ ਮਾਹੌਲ, ਕਿੱਦਾਂ ਉਹ ਮੰਨੇ? ਉਹ ਵੈਸੇ ਫਿਲਹਾਲ ਵੀ ਹਜੇ ਵੀ ਮੇਰੇ ਇਸ ਫੀਲਡ ਨੂੰ ਲੈ ਕੇ ਤਿਆਰ ਨਹੀਂ ਨੇ, ਪਰ ਜਦੋਂ ਮੈਂ ਸਿੱਖਣਾ ਸ਼ੁਰੂ ਕੀਤਾ ਪਹਿਲਾਂ ਤਾਂ 1-2 ਸਾਲ ਮੈਂ ਉਹਨਾਂ ਨੂੰ ਬਿਲਕੁਲ ਨਹੀਂ ਦੱਸਿਆ ਕਿ ਮੈਂ ਇੱਕ ਪ੍ਰੋਫੈਸ਼ਨਲ ਕਥਕ ਦੀ ਟ੍ਰੇਨਿੰਗ ਲੈ ਰਿਹਾ, ਅਤੇ ਕਾਫੀ ਟਾਈਮ ਮੈਂ ਇੱਦਾਂ ਹੀ ਸਿੱਖਦਾ ਰਿਹਾ ਆਪਣੇ ਫਰੈਂਡ ਦੇ ਨਾਲ ਆ ਜਾ ਕੇ। ਪਰ ਇੱਕ ਵਾਰੀ ਨਿਤਿਨ ਜੀ ਦੀ ਪਰਫੋਰਮੈਂਸ ਸੀਗੀ ਅਤੇ ਉਹਨਾਂ ਦੇ ਨਾਲ ਹੀ ਮੈਂ ਜਦੋਂ ਆਪਣੀ ਪ੍ਰੈਕਟਿਸ ਆਪਣੇ ਗੁਰੂ ਜੀ ਅਸ਼ਵਨੀ ਕਥਕ ਜੀ ਕੋਲ ਸਿੱਖਦਾ ਹੁੰਦਾ ਸੀਗਾ, ਅਤੇ ਉਹਨਾਂ ਦੇ ਨਾਲ ਹੀ ਉਹ ਮੈਨੂੰ ਵੀ ਤਿਆਰ ਕਰ ਰਹੇ ਸੀ ਕਿ ਹੁਣ ਤੁਸੀਂ ਆ ਰਹੇ ਹੋ ਅਤੇ ਨਾਲ ਦੇਖ ਕੇ ਸਿੱਖਦੇ ਰਹੋ, ਕਿਉਂਕਿ ਕਰਨ ਦੇ ਨਾਲ ਹੀ ਕਲਾ ਇੱਕ ਇੱਦਾਂ ਦੀ ਚੀਜ਼ ਹੈ ਜਿਹਨੂੰ ਬਾਰ-ਬਾਰ ਕਰੋ ਤਾਂ ਹੀ ਉਹ ਆਉਂਦੀ ਹੈ। ਅਤੇ ਉਹ ਬਿਮਾਰ ਹੋ ਗਏ ਸੀ ਅਤੇ ਉਹਨਾਂ ਦੀ ਜਗ੍ਹਾ ਮੈਨੂੰ ਮੇਰੇ ਗੁਰੂ ਜੀ ਨੇ ਪੁਸ਼ ਕੀਤਾ ਕਿ ਹੁਣ ਤੂੰ ਪਰਫੋਰਮ ਕਰ। ਅਤੇ ਉਦੋਂ ਮੈਂ ਪਰਫੋਰਮ ਕਰਨ ਲਈ ਇੱਕ ਇਨਸੀਡੈਂਟ ਦੱਸਣਾ ਚਾਹਾਂਗਾ ਕਿ ਮੈਂ ਉਹ ਪਰਫੋਰਮੈਂਸ ਦੇਣ ਲਈ ਆਪਣੇ ਨਿਤਿਨ ਦੇ ਘੁੰਗਰੂ ਘਰ ਲੈ ਕੇ ਗਿਆ, ਅਤੇ ਉਹ ਮੇਰੇ ਬੈਗ ਦੇ ਵਿੱਚ ਸੀ। ਉਹਨਾਂ ਦੀ ਆਵਾਜ਼ ਛਨ ਆ ਰਹੀ ਸੀ ਅਤੇ ਮੇਰੇ ਘਰ ਦੇ ਹੈਰਾਨ ਹੋ ਗਏ ਕਿ ਇਹ ਆਵਾਜ਼ ਕਿੱਥੋਂ ਆ ਰਹੀ ਹੈ। ਅਤੇ ਜਦੋਂ ਉਹਨਾਂ ਨੇ ਦੇਖਿਆ ਕਿ ਮੇਰੇ ਬੈਗ ਦੇ ਵਿੱਚ ਘੁੰਗਰੂ ਪਏ ਨੇ, ਅਤੇ ਅਗਲੇ ਦਿਨ ਮੇਰੀ ਪਰਫੋਰਮੈਂਸ ਸੀਗੀ ਅਤੇ ਉਹਨਾਂ ਨੇ ਮੇਰੇ ਘੁੰਗਰੂਆਂ ਦਾ ਬੈਗ ਲੁਕਾ ਦਿੱਤਾ ਤਾਂ ਕਿ ਮੈਂ ਪਰਫੋਰਮ ਹੀ ਨਾ ਕਰ ਸਕਾਂ। ਇਸ ਤਰ੍ਹਾਂ ਫਿਰ ਜਿੱਦਾਂ ਕਿੱਦਾਂ ਮੈਂ ਲੱਭ ਕੇ ਕਨਵਿੰਸ ਉਹਨਾਂ ਨੂੰ ਕੀਤਾ ਕਿ ਮੇਰੀ ਪਰਫੋਰਮੈਂਸ ਹੈ ਅਤੇ ਮੈਨੂੰ ਘੁੰਗਰੂ ਚਾਹੀਦੇ ਨੇ, ਅਤੇ ਉਸ ਟਾਈਮ 'ਤੇ ਉਹਨਾਂ ਨੇ ਦੇ ਦਿੱਤੇ। ਪਰ ਉਸ ਤੋਂ ਬਾਅਦ ਵੀ ਉਹਨਾਂ ਨੇ ਮੈਨੂੰ ਕਿਹਾ ਕਿ ਅਸੀਂ ਤਿਆਰ ਨਹੀਂ ਹੈਗੇ, ਤੁਸੀਂ ਜੇ ਡਾਂਸ ਸਿੱਖਣਾ ਹੈ ਅਤੇ ਆਪਣੇ ਪੰਜਾਬ ਦਾ ਡਾਂਸ ਸਿੱਖੋ, ਭੰਗੜਾ ਸਿੱਖੋ। ਅਤੇ ਕੱਥਕ, ਕਿਉਂਕਿ ਬਹੁਤ ਸਾਰੇ ਰੀਜ਼ਨ ਨੇ ਕਿ ਕੱਥਕ ਨੂੰ ਪਸੰਦ ਨਹੀਂ ਕੀਤਾ ਜਾਂਦਾ, ਕਿਉਂਕਿ ਬਾਲੀਵੁੱਡ ਮੂਵੀਜ਼ ਦੇ ਵਿੱਚ ਕੱਥਕ ਨੂੰ ਜਿਸ ਤਰੀਕੇ ਨਾਲ ਰਿਪਰੈਜ਼ੈਂਟ ਕੀਤਾ ਜਾਂਦਾ ਹੈ ਉਹ ਉਸ ਤਰ੍ਹਾਂ ਦਾ ਹੈ ਹੀ ਨਹੀਂ। ਅੱਜ ਕੱਲ੍ਹ TV ਰਿਐਲਿਟੀ ਸ਼ੋਜ਼ ਦੇ ਵਿੱਚ ਵੀ ਜੋ ਕੱਥਕ ਪ੍ਰੈਜ਼ੈਂਟ ਕੀਤਾ ਜਾਂਦਾ ਉਹ ਫਿਊਜ਼ਨ ਪ੍ਰੈਜ਼ੈਂਟ ਕੀਤਾ ਜਾਂਦਾ, ਪਿਓਰ ਫਾਰਮ ਉਹਦੀ ਨਹੀਂ ਕੀਤੀ ਜਾਂਦੀ। ਇਸੇ ਕਰਕੇ ਖਾਸ ਲੋਕਾਂ ਦਾ ਨਾ ਉਹਦੇ ਪ੍ਰਤੀ ਨਜ਼ਰੀਆ ਅੱਛਾ ਨਹੀਂ ਹੈ, ਖਾਸ ਕਰਕੇ ਪੰਜਾਬ ਦੇ ਵਿੱਚ ਤਾਂ ਕੱਥਕ ਦਾ ਵੀ ਕੋਈ ਹੈ ਹੀ ਨਹੀਂ, ਸਕੋਪ ਹੀ ਨਹੀਂ ਹੈ ਨਾ। ਇੱਕ ਇਹ ਵੀ ਰੀਜ਼ਨ ਹੋ ਸਕਦਾ ਹੈ ਕਿ ਇੱਕ ਤਾਂ ਨਾਰਥ ਇੰਡੀਆ ਦੀ ਓਰੀਜਨ ਨਹੀਂ ਹੈ, ਹੈ ਨਾ ਕੱਥਕ। ਨਹੀਂ, ਨਾਰਥ ਇੰਡੀਆ ਦਾ ਬਕਾਇਦਾ ਜਿਹੜਾ ਕਲਾਸੀਕਲ ਡਾਂਸ ਕੱਥਕ ਹੈ ਉਹ ਸਾਡੇ ਨਾਰਥ ਇੰਡੀਆ ਦਾ ਡਾਂਸ ਹੈ, ਯੂਪੀ ਵਾਲੀ ਸਾਈਡ ਦਾ। ਪਰ ਪੰਜਾਬ ਦੇ ਵਿੱਚ ਇੱਕ ਸੋਚ ਹੈ ਕਿ ਨਹੀਂ, ਜੇ ਡਾਂਸ ਕਰਨਾ ਹੈ ਗਿੱਧਾ ਕਰੋ, ਭੰਗੜਾ ਕਰੋ, ਹੈ ਨਾ। ਅੱਛਾ, ਇੱਕ ਤੁਸੀਂ ਸਿੱਖ ਪਰਿਵਾਰ ਤੋਂ ਸੀ, ਇੱਕ ਨਾ ਸੋਚ ਹੁੰਦੀ ਹੈ ਕਿ ਡਾਂਸ ਹੈ ਲੜਕੀ ਕਰੇਗੀ, ਹੈ ਨਾ, ਲੜਕੀ ਇਹਦੇ ਲਈ ਬਣੀ ਆ, ਜਾਂ ਲੜਕੀ ਦੇ ਅੰਦਰ ਉਹ ਸਾਰੇ ਇਮੋਸ਼ਨਸ ਆ ਸਕਦੇ ਨੇ ਜਿਹੜੇ ਕੱਥਕ ਦੇ ਵਿੱਚ ਹੁੰਦੇ ਨੇ। ਜਿਵੇਂ ਕਿ ਮੈਂ ਤੁਹਾਡਾ ਡਾਂਸ ਦੇਖਿਆ, ਉਹਦੇ ਵਿੱਚ ਅਗਰੈਸ਼ਨ ਵੀ ਆਈ ਹੈ, ਕਿਤੇ ਅਫੈਕਸ਼ਨ ਹੈ, ਲਵ ਵੀ ਹੈ ਨਾ। ਸੋ ਕਈ ਤਰ੍ਹਾਂ ਦੇ ਵੇਰੀਏਸ਼ਨਸ ਆਉਂਦੀਆਂ ਨੇ, ਅਤੇ ਇੱਕ ਸੋਚ ਹੁੰਦੀ ਹੈ ਕਿ ਨਹੀਂ ਇਹ ਸਿਰਫ ਵੇਰੀਏਸ਼ਨਸ ਲੜਕੀਆਂ ਦੇ ਅੰਦਰ ਹੁੰਦੀਆਂ ਨੇ। ਤੁਹਾਨੂੰ ਕੀ ਲੱਗਦਾ ਕਿ ਗਲਤ ਹੈ? ਬਿਲਕੁਲ ਜੀ, ਇਹ ਗਲਤ ਹੈ। ਰੱਬ ਦੇ ਬਣਾਏ ਦੋ ਹੀ ਬੰਦੇ ਨੇ, ਇੱਕ ਆਦਮੀ ਅਤੇ ਇੱਕ ਔਰਤ। ਦੋਨਾਂ ਦੇ ਸਿਰਫ ਫਿਜ਼ੀਕਲ ਡਿਫਰੈਂਸਿਸ ਹੈਗੇ ਨੇ, ਉਹਨਾਂ ਦੀ ਸ਼ਕਤੀ, ਕੈਪੇਬਿਲਿਟੀ, ਉਹਨਾਂ ਦੇ ਇਮੋਸ਼ਨ ਸਾਰੇ ਇੱਕ ਬਰਾਬਰ ਨੇ, ਕੋਈ ਫਰਕ ਨਹੀਂ ਹੈ ਉਹਦੇ ਵਿੱਚ। ਪਰ ਇਹ ਲੋਕਾਂ ਦੀ ਸੋਚ ਹੈ ਕਿ ਉਹਨਾਂ ਨੂੰ ਲੱਗਦਾ ਕਿ ਇੱਕ ਮੁੰਡਾ ਕਥਕ ਨਹੀਂ ਕਰ ਸਕਦਾ, ਕਿਉਂਕਿ ਉਹਦੇ ਵਿੱਚ ਉਹਨਾਂ ਨੂੰ ਇਸ ਤਰ੍ਹਾਂ ਲੱਗਦਾ ਕਿ ਉਹਦੇ ਵਿੱਚ ਫੈਮਿਨਿਨ ਕੁਆਲਿਟੀਜ਼ ਜ਼ਿਆਦਾ ਆ ਜਾਣਗੀਆਂ, ਜਦਕਿ ਇਸ ਤਰ੍ਹਾਂ ਨਹੀਂ ਹੁੰਦਾ। ਤੁਸੀਂ ਕੋਈ ਡਾਂਸ, ਕੋਈ ਕਲਾ ਸਿੱਖਦੇ ਹੋ, ਉਹਦੇ ਵਿੱਚ ਤੁਸੀਂ ਕਿਸ ਚੀਜ਼ ਨੂੰ, ਕਿਸ ਪੁਆਇੰਟ ਨੂੰ ਆਪਣੇ ਅੰਦਰ ਜ਼ਿਆਦਾ ਨਿਚੋੜ ਲੈਂਦੇ ਹੋ, ਉਹ ਤੁਹਾਡਾ ਵਿਅਕਤੀਤਵ ਬਣ ਜਾਂਦਾ ਹੈ। ਅਤੇ ਇਹ ਵੀ ਕਹਿਣਾ ਗਲਤ ਨਹੀਂ ਹੈ ਕਿ ਹਾਂ ਇਹ ਮੁਸ਼ਕਿਲ ਡਾਂਸ ਫਾਰਮ ਹੈ ਅਤੇ ਇਹਦੇ ਵਿੱਚੋਂ ਅਸੀਂ ਕੀ ਆਪਣਾ ਪਰਸਨੈਲਿਟੀ ਪਾਰਟ ਬਣਾ ਰਹੇ ਹਾਂ, ਉਹ ਸਾਡੇ 'ਤੇ ਹੈ। ਉਹ ਕਲਾ ਦੀ ਕੋਈ ਗਲਤੀ ਨਹੀਂ ਹੈਗੀ। ਕੁਛ ਮੈਂ ਕਹਿੰਦਾ ਕੁਛ ਫੈਮਿਨਿਨ ਹੋ ਜਾਂਦੇ ਨੇ, ਪਰ ਉਹਨਾਂ ਦਾ ਆਪਣਾ ਬਿਹੇਵੀਅਰ, ਆਪਣੀ ਚੋਇਸ ਹੁੰਦੀ ਹੈ ਕਿ ਉਹਨਾਂ ਨੇ ਡਾਂਸ ਦੇ ਵਿੱਚੋਂ ਉਹ ਪੁਆਇੰਟ ਲਿਆ। ਕਿਉਂਕਿ ਜਿਹੜਾ ਡਾਂਸ ਦਾ ਕੱਥਕ ਦਾ ਓਰੀਜਨ ਹੈ ਉਹ ਤਾਂਡਵ ਡਾਂਸ ਤੋਂ ਹੈ। ਤਾਂਡਵ ਸ਼ਿਵ ਦਾ ਡਾਂਸ ਹੈ, ਤਾਂ ਉਹ ਇੱਕ ਵੀਗਰਸ ਡਾਂਸ ਫਾਰਮ ਹੈ, ਗੁੱਸੇ ਦੇ ਵਿੱਚ ਉਤਪੰਨ ਕੀਤਾ ਗਿਆ, ਆਨੰਦ ਦੇ ਵਿੱਚ ਵੀ ਉਹਨਾਂ ਨੇ ਕੀਤਾ, ਅਤੇ ਉਹ ਇੱਕ ਆਦਮੀ ਵੱਲੋਂ ਹੀ ਇਜਾਦ ਕੀਤਾ ਗਿਆ ਸੀ। ਪਰ ਇਹ ਜਿਹੜੀ ਸੋਚ ਹੈ, ਜਾਂ ਮੈਂ ਕਹਾਂ ਅਵੇਅਰਨੈਸ ਹੈ ਜਿਹੜੀ, ਇਹਦੇ ਬਾਰੇ ਲੋਕਾਂ ਨੂੰ ਨਹੀਂ ਹੈ, ਅਤੇ ਸ਼ਾਇਦ ਲੋਕ ਲੈਣਾ ਵੀ ਨਹੀਂ ਚਾਹੁੰਦੇ ਇਹਦੇ ਬਾਰੇ ਕੋਈ ਜ਼ਿਆਦਾ ਜਾਣਕਾਰੀ। ਬਿਲਕੁਲ ਤੁਸੀਂ ਸਹੀ ਕਹਿ ਰਹੇ ਹੋ ਕਿ ਲੋਕ ਇਹਦੇ ਪ੍ਰਤੀ ਜਾਗਰੂਕ ਨਹੀਂ ਹੈ, ਅਤੇ ਉਹਨੂੰ ਜਾਣਨਾ ਵੀ ਨਹੀਂ, ਸਮਝਣਾ ਵੀ ਨਹੀਂ ਚਾਹੁੰਦੇ। ਕਿਉਂ? ਪਹਿਲਾ ਰੀਜ਼ਨ ਤਾਂ ਇਹ ਕਿ ਕਲਾਸੀਕਲ ਜਿਤਨੇ ਵੀ ਡਾਂਸ ਫਾਰਮ ਹੈ, ਕਲਾਵਾਂ ਵਾਂਗ ਸੰਗੀਤ ਆ, ਸਿੱਖਣ 'ਚ ਬਹੁਤ ਮੁਸ਼ਕਿਲ ਹੈ, ਬਹੁਤ ਟਾਈਮ ਲੈਂਦੀਆਂ ਨੇ, ਸਮਝ ਨਹੀਂ ਆਉਂਦੀਆਂ, ਅਤੇ ਇੱਕ ਨੋਰਮਲ ਆਦਮੀ ਵਾਸਤੇ ਇਹਨਾਂ ਨੂੰ ਸਮਝਣਾ, ਗ੍ਰਾਸਪ ਕਰਨਾ ਥੋੜ੍ਹਾ ਮੁਸ਼ਕਿਲ ਹੈ। ਇਸ ਕਰਕੇ ਲੋਕ ਅਵੋਇਡ ਕਰਦੇ, ਉਹਨਾਂ ਨੂੰ ਸਿਰਫ ਐਂਟਰਟੇਨਮੈਂਟ ਚਾਹੀਦਾ ਹੈ, ਜੋ ਕਿ ਬਾਲੀਵੁੱਡ ਵਿੱਚ ਮਸਾਲਾ ਮਿਲ ਜਾਂਦਾ ਹੈ, ਬਾਲੀਵੁੱਡ ਸੌਂਗਸ ਦੇ ਵਿੱਚ ਮਿਲ ਜਾਂਦਾ ਹੈ, ਗੇਮਸ ਦੇ ਵਿੱਚ ਮਿਲ ਜਾਂਦਾ ਹੈ। ਅਤੇ ਅੱਜ ਦੀ ਜਿੰਨੀ ਵੀ ਜਨਰੇਸ਼ਨ ਹੈ ਉਹ ਇਹਨਾਂ ਚੀਜ਼ਾਂ ਤੋਂ ਉਹ ਕੀ ਕੁਇੱਕ ਰਿਜ਼ਲਟ ਚਾਹੁੰਦੀਆਂ ਹੈ, ਅਤੇ ਇਸ ਕਰਕੇ ਉਹ
रूट्स ਦੇ ਨਾਲ ਕਨੈਕਟ ਨਾ ਹੋ ਕੇ ਉੱਪਰੀ ਸਤ੍ਹਾ ਦੇ ਤੇ ਰਹਿ ਕੇ ਸਾਰਾ ਕੁਝ ਉਹੀ ਹਾਸਲ ਕਰਨਾ ਚਾਹੁੰਦੀ। ਜਲਦੀ ਸਾਨੂੰ ਡਾਂਸ ਆ ਜਾਏ, ਹੈ ਨਾ। ਅੱਛਾ, ਇੱਕ ਚੀਜ਼ ਹੋਰ, ਜਿੱਦਾਂ ਅੱਜ ਕੱਲ੍ਹ ਸਕੂਲਾਂ 'ਚ ਆਪਾਂ ਦੇਖਦੇ, ਪੰਜਾਬ ਦੀ ਗੱਲ ਕਰਦੇ ਆ, ਪੰਜਾਬ ਦੇ ਸਕੂਲਾਂ 'ਚ ਡਾਂਸ ਐਕਟੀਵਿਟੀਜ਼ ਬਹੁਤ ਹੁੰਦੀਆਂ ਨੇ। ਪੇਰੈਂਟਸ ਦਾ ਵੀ ਥੋੜ੍ਹਾ ਜਿਹਾ ਰੁਝਾਨ ਹੈ ਕਿ ਬੱਚੇ ਨੂੰ ਸਟੱਡੀ ਦੇ ਨਾਲ ਡਾਂਸ ਵੱਲ ਲਗਾ ਦਿੱਤਾ ਜਾਏ। ਸੋ ਬਹੁਤ ਸਾਰੀਆਂ ਅਕੈਡਮੀਜ਼ ਨੇ ਜਿਹਦੇ ਵਿੱਚ ਡਾਂਸ ਸਿਖਾਇਆ ਜਾਂਦਾ। ਮੇਰੇ ਖਿਆਲ ਨਾਲ ਉਹ ਵੀ ਬਾਲੀਵੁੱਡ ਗੀਤਾਂ ਦੇ ਉੱਤੇ ਹੀ ਡਾਂਸ ਸਿਖਾਇਆ ਜਾਂਦਾ, ਹੈ ਨਾ। ਅਤੇ ਜ਼ਿਆਦਾ ਇਹਨੂੰ ਪ੍ਰੋਫੈਸ਼ਨ ਕਿਉਂ ਨਹੀਂ ਲੋਕ ਸੋਚਦੇ ਕਿ ਅਸੀਂ ਆਪਣੇ ਬੱਚੇ ਦਾ ਅਗਰ ਪ੍ਰੋਫੈਸ਼ਨ ਬਣਦਾ ਤਾਂ ਇਹਨੂੰ ਉੱਧਰ ਭੇਜੀਏ। ਵੈਸੇ ਕੀ ਸਕੋਪ ਹੈ ਅੱਗੇ ਇਹਦੇ ਵਿੱਚ? ਪ੍ਰੋਫੈਸ਼ਨਲੀ ਇਸ ਚੀਜ਼ ਦੇ ਵਿੱਚ ਬਹੁਤ ਸਕੋਪ ਹੈ। ਲੋਕਾਂ ਨੂੰ ਅਵੇਅਰਨੈਸ ਹੀ ਨਹੀਂ ਹੈ ਕਿ ਡਾਂਸ ਦੇ ਵਿੱਚ ਕੀ ਸਕੋਪ ਹੈ। ਫਸਟ ਕਿ ਤੁਸੀਂ ਅਗਰ ਡਾਂਸ ਦੇ ਵਿੱਚ ਡਿਗਰੀ ਕਰ ਲੈਂਦੇ ਹੋ, ਤੁਸੀਂ MA ਕਰ ਲੈਂਦੇ ਹੋ, ਫਿਰ ਤੁਸੀਂ PhD ਕਰਦੇ ਹੋ, ਤੁਸੀਂ ਇੱਕ ਡਾਕਟਰੇਟ ਬਣ ਸਕਦੇ ਹੋ, ਆਪਣੀ ਰਾਈਟਅਪਸ ਲਿਖ ਸਕਦੇ ਹੋ, ਆਪਣੀ ਬੁੱਕ ਪਬਲਿਸ਼ ਕਰ ਸਕਦੇ ਹੋ। ਫਸਟ ਇਹ ਹੈ ਕਿ ਤੁਸੀਂ ਡਾਕਟਰੇਟ ਬਣ ਕੇ ਤੁਸੀਂ ਗੌਰਮੈਂਟ ਇੰਸਟੀਟਿਊਟ ਦੇ ਵਿੱਚ ਬਕਾਇਦਾ ਪ੍ਰੋਫੈਸ਼ਨਲ ਵੈਕੈਂਸੀਆਂ ਨਿਕਲਦੀਆਂ ਨੇ ਕਲਾਸੀਕਲ ਡਾਂਸ ਵਾਸਤੇ। ਮਿਨਿਸਟਰੀ ਦੇ ਵਿੱਚ ਵੈਕੈਂਸੀਆਂ ਨਿਕਲਦੀਆਂ ਨੇ। ਰੇਲਵੇ ਦੇ ਵਿੱਚ ਸਪੈਸ਼ਲ ਇੱਕ ਕੋਟਾ ਹੈ ਜਿਹਦੇ ਵਿੱਚ ਉਹ ਇੱਕ ਹਰ ਸਾਲ ਕੋਈ ਨਾ ਕੋਈ ਆਪਣੇ ਖੇਤਰ ਦੇ ਵਿੱਚੋਂ ਇੱਕ ਕਲਾਸੀਕਲ ਡਾਂਸ ਵਾਲੇ ਨੂੰ ਕਰਦੇ ਨੇ। ਇਸੇ ਤਰ੍ਹਾਂ ਬਾਕੀ ਵੀ ਜਿੰਨੇ ਇੰਸਟੀਟਿਊਟ ਨੇ ਮਿਨਿਸਟਰੀ ਆਫ ਕਲਚਰ ਦੇ ਅੰਤਰਗਤ ਬਹੁਤ ਸਕੋਪ ਨੇ। ਤੁਸੀਂ ICCR ਦੇ ਥਰੂ ਅਗਰ ਤੁਸੀਂ ਆਪਣਾ ਕੱਥਕ ਸਟਰੋਂਗ ਕਰਦੇ ਹੋ ਤਾਂ ਤੁਸੀਂ ਕਲਚਰਲ ਰਿਲੇਸ਼ਨਸ਼ਿਪ ਵਧਾਉਣ ਵਾਸਤੇ ਦੂਸਰੇ ਕੰਟਰੀਜ਼ ਦੇ ਵਿੱਚ ਜਾ ਕੇ ਆਪਣੇ ਭਾਰਤ ਨੂੰ ਰਿਪਰੈਜ਼ੈਂਟ ਕਰ ਸਕਦੇ ਹੋ। ਇਸ ਤੋਂ ਇਲਾਵਾ ਇੱਕ ਇੰਟਰਨਸ਼ਿਪ ਵੀ ਦਿੱਤੀ ਜਾਂਦੀ ਹੈ। ਕੱਥਕ ਕੇਂਦਰ ਜਿਹੜਾ ਇੰਸਟੀਟਿਊਟ ਹੈ ਉਹਦੇ ਵਿੱਚ ਤੁਹਾਨੂੰ ਬਕਾਇਦਾ ਇੰਟਰਨਸ਼ਿਪ ਦਿੱਤੀ ਜਾਂਦੀ ਹੈ ਜਿੱਥੇ ਰਹਿ ਕੇ ਤੁਸੀਂ ਕੱਥਕ ਨੂੰ ਪ੍ਰਮੋਟ ਕਰ ਸਕਦੇ ਹੋ। ਤੁਹਾਨੂੰ ਰੈਗੂਲਰ ਉੱਥੇ ਪਰਫੋਰਮੈਂਸਿਸ ਕਰਨ ਨੂੰ ਮਿਲਦੀਆਂ ਨੇ। ਤੋ ਤੁਸੀਂ ਇੱਕ ਗੁਰੂ ਦੇ ਪਦ ਦੇ ਵਿੱਚ ਵੀ ਆਪਣਾ ਜਾ ਸਕਦੇ ਹੋ। ਤੁਸੀਂ ਅੱਛੀ ਸਟੱਡੀ ਕਰਕੇ ਆਪਣਾ ਇੰਸਟੀਟਿਊਟ ਖੋਲ੍ਹ ਸਕਦੇ ਹੋ। ਤਾਂ ਬਹੁਤ ਸਾਰੀ ਓਪਰਚੁਨਿਟੀਜ਼ ਨੇ। ਬਸ ਇਹ ਹੈ ਕਿ ਲੋਕਾਂ ਨੂੰ ਇਹਦੇ ਬਾਰੇ ਅਵੇਅਰਨੈਸ ਨਹੀਂ ਹੈ ਕਿ ਇਹਦੇ ਵਿੱਚ ਕੀ ਹੈ। ਬਸ ਉਹ ਇੱਕ ਰਵਾਇਤ ਬਣੀ ਹੋਈ ਹੈ ਕਿ ਬੱਚਾ ਪੜ੍ਹ ਰਿਹਾ ਹੈ ਜਾਂ ਮੈਡੀਕਲ ਕਰੇਗਾ, ਨॉन ਮੈਡੀਕਲ ਕਰੇਗਾ, ਕਮਰਸ ਕਰੇਗਾ, ਹੈ ਨਾ। ਅਗਰ ਮਿਊਜ਼ਿਕ ਹੈ ਤਾਂ ਇੱਕ ਸਿੰਗਿੰਗ ਤੱਕ ਹੀ ਉਹ ਹੁੰਦਾ, ਹੈ ਨਾ। ਅੱਜ ਕੱਲ੍ਹ ਤਾਂ ਉਹ ਵੀ ਬਹੁਤ ਜ਼ਿਆਦਾ ਮੈਂ ਕਹੂੰਗੀ ਕਿ ਹਰ ਕੋਈ ਸਿੰਗਰ ਵੀ ਬਣਦਾ ਜਾ ਰਿਹਾ, ਪਰ ਉਹ ਗੱਲਬਾਤ ਨਹੀਂ ਹੁੰਦੀ। ਇੱਦਾਂ ਹੀ ਜਿਵੇਂ ਕਿ ਤੁਸੀਂ ਇਸ ਵਾਰੀ ਨੈਸ਼ਨਲ ਇੰਸਟੀਟਿਊਟ ਹੈ ਕੱਥਕ ਦਾ, ਉਹਦੇ ਵਿੱਚ ਤੁਸੀਂ ਚੁਣੇ ਗਏ ਹੋ। ਔਰ ਮੈਂ ਆਪਣੇ ਦਰਸ਼ਕਾਂ ਨੂੰ ਦੱਸਦਾ ਕਿ ਪੰਜਾਬ ਦੇ ਇਹ ਦੂਸਰੇ ਇਹੋ ਜਿਹੇ ਵਿਅਕਤੀ ਨੇ ਜਿਹੜੇ ਕਿ ਉਹਦੇ ਲਈ ਚੁਣੇ ਗਏ ਨੇ। ਅੱਗੇ ਉੱਥੇ ਕੀ ਸਕੋਪ ਹੈ ਇਸ ਚੀਜ਼ ਦਾ? ਅਗਰ ਬੱਚੇ ਜਦੋਂ ਚੁਣ ਕੇ ਉੱਥੇ ਜਾਂਦੇ ਨੇ, ਉਹ ਸਾਰਾ ਪ੍ਰੋਸੀਜਰ ਸਾਨੂੰ ਦੱਸੋ। ਕੱਥਕ ਕੇਂਦਰ ਦਾ ਇੱਕ ਮਿਨਿਸਟਰੀ ਆਫ ਕਲਚਰ ਦੇ ਅੰਦਰ ਆਉਂਦਾ ਹੈ। ਜਿਵੇਂ ਕਿ ਇੱਕ ਨੈਸ਼ਨਲ ਸਕੂਲ ਆਫ ਡਰਾਮਾ NSD ਹੈ, ਉਹਦੇ ਹੀ ਪੈਰਲਰ ਨੈਸ਼ਨਲ ਇੰਸਟੀਟਿਊਟ ਆਫ ਕੱਥਕ ਹੈ, ਜਿਹਦੇ ਵਿੱਚ ਹਰ ਸਾਲ ਉਹ 40 ਤੋਂ 45 ਬੱਚੇ ਪੂਰੇ ਵਰਲਡ ਦੇ ਵਿੱਚੋਂ ਸਿਲੈਕਟ ਕਰਦੇ ਨੇ ਕੋਰਸਿਸ ਵਾਸਤੇ। ਅਲੱਗ-ਅਲੱਗ ਕੋਰਸਿਸ ਨੇ ਉੱਥੇ, ਡਿਪਲੋਮਾ ਕੋਰਸਿਸ, ਪੋਸਟ ਡਿਪਲੋਮਾ ਕੋਰਸਿਸ, ਫਾਊਂਡੇਸ਼ਨ ਕੋਰਸਿਸ। ਅਤੇ ਉਹਨਾਂ ਦੇ ਵਿੱਚ ਉਹਨਾਂ ਨੂੰ ਬਕਾਇਦਾ ਕੱਥਕ ਦੀ ਟ੍ਰੇਨਿੰਗ ਦਿੱਤੀ ਜਾਂਦੀ ਹੈ। ਨਾ ਕੇਵਲ ਕੱਥਕ ਦੀ, ਉਹਦੇ ਵਿੱਚ ਤੁਹਾਨੂੰ ਵੋਕਲ ਵੀ ਸਿਖਾਇਆ ਜਾਂਦਾ, ਕਲਾਸੀਕਲ ਮਿਊਜ਼ਿਕ, ਤੁਹਾਨੂੰ ਕਲਾਸੀਕਲ ਇੰਸਟਰੂਮੈਂਟ ਤਬਲਾ ਜਾਂ ਪਖਾਵਤ ਸਿਖਾਇਆ ਜਾਂਦਾ ਹੈ, ਤੁਹਾਨੂੰ ਯੋਗਾ ਸਿਖਾਇਆ ਜਾਂਦਾ ਹੈ, ਡਾਂਸ ਦੀ ਥਿਊਰੀ ਪੜ੍ਹਾਈ ਜਾਂਦੀ ਹੈ, ਤਾਂ ਕਿ ਤੁਸੀਂ ਚਾਰੋਂ ਪੰਜੋਂ ਚੀਜ਼ਾਂ ਨੂੰ ਮਿਲਾ ਕੇ ਤੁਹਾਡੀ ਨੌਲੇਜ ਵੱਧ ਸਕੇ, ਤੁਸੀਂ ਇੱਕ ਆਪਣੀ ਪਰਫੋਰਮੈਂਸ ਤਿਆਰ ਕਰ ਸਕੋ। ਉਸ ਇੰਸਟੀਟਿਊਟ ਦੇ ਵਿੱਚ ਤੁਸੀਂ ਅਲੱਗ-ਅਲੱਗ ਗੁਰੂਆਂ ਦੇ ਅੰਦਰ ਉਹਨਾਂ ਦੀ ਕੋਰੀਓਗ੍ਰਾਫੀਜ਼ ਪਰਫੋਰਮ ਕਰਦੇ ਹੋ। ਜੇ ਤੁਹਾਡਾ ਡਾਂਸ ਪਰਫੋਰਮੈਂਸ ਅੱਛਾ ਹੋ ਜਾਂਦਾ ਹੈ ਤਾਂ ਦਿੱਲੀ ਦੇ ਵਿੱਚ ਬਹੁਤ ਸਾਰੇ ਪ੍ਰਾਈਵੇਟ ਇੰਸਟੀਟਿਊਟ ਨੇ ਜੋ ਰੈਗੂਲਰ ਸ਼ੋਜ਼ ਕਰਦੇ ਨੇ, ਆਪਣੇ ਆਰਟਿਸਟ ਨੂੰ ਪੇ ਕਰਦੇ ਨੇ, ਬੈਲੇਟ ਬਣਾਉਂਦੇ ਨੇ, ਫੋਰਨ ਵਗੈਰਾ ਦੇ ਟ੍ਰਿਪ ਲਗਾਉਂਦੇ ਨੇ। ਅਤੇ ਸਕੋਪ ਤਾਂ ਬਹੁਤ ਹੈ ਇਸ। ਜੀ। ਅਤੇ ਕਿੰਨੇ ਬੱਚੇ ਉੱਥੇ ਜਿੱਦਾਂ ਤੁਸੀਂ ਸਿਲੈਕਟ ਹੋਏ ਹੋ ਪੰਜਾਬ ਤੋਂ, ਹੈ ਨਾ, ਹੋਰ ਕਿ ਅਲੱਗ-ਅਲੱਗ ਸਟੇਟਸ ਤੋਂ ਕਿੰਨੇ ਟੋਟਲ ਉਹ ਬੈਚ ਲੈਂਦੇ ਨੇ, ਕਿੰਨੇ ਬੱਚਿਆਂ ਦਾ? ਹਰ ਕੋਰਸ ਦੇ ਅਲੱਗ ਨੇ। ਜਿੱਦਾਂ ਮੈਂ ਡਿਪਲੋਮਾ ਕੋਰਸ ਦੇ ਵਿੱਚ ਲਿਆ, ਸਾਡੇ ਪੂਰੇ ਬੈਚ ਦੇ ਵਿੱਚ ਟੋਟਲ 40 ਬੱਚੇ ਨੇ, ਜਿਹੜੇ ਕੁਝ ਝਾਰਖੰਡ, ਮਹਾਰਾਸ਼ਟਰ, ਪੁਣੇ, ਗੁਜਰਾਤ, ਰਾਜਸਥਾਨ, ਇੱਦਾਂ ਸਾਰੇ ਅਲੱਗ-ਅਲੱਗ ਜਿਹੜੇ ਸਿਟੀਜ਼ ਦੇ ਵਿੱਚੋਂ ਆ ਕੇ ਉੱਥੇ ਸਿਲੈਕਟ ਹੁੰਦੇ ਨੇ। ਬਕਾਇਦਾ ਪੂਰਾ ਇੰਟਰਵਿਊ ਹੁੰਦਾ ਹੈ, 5-6 ਜੱਜ ਬੈਠਦੇ ਨੇ ਸਾਹਮਣੇ, ਉਹ ਤੁਹਾਨੂੰ ਕੁਐਸਚਨਿੰਗ ਕਰਦੇ ਨੇ, ਤੁਹਾਡਾ ਡਾਂਸ ਦੇਖਦੇ ਨੇ, ਤੁਹਾਡੀ ਨੌਲੇਜ ਦੇਖਦੇ ਨੇ ਕਿ ਤੁਸੀਂ ਕੀ ਸਿੱਖਿਆ, ਤੁਸੀਂ ਡਾਂਸ ਨੂੰ ਕੀ ਸਮਝਦੇ ਹੋ। ਇਹ ਵੀ ਜੱਜ ਕੀਤਾ ਜਾਂਦਾ ਹੈ ਕਿ ਤੁਸੀਂ ਸਿਰਫ ਸਿੱਖਣ ਆਏ ਹੋ ਜਾਂ ਉਹਨੂੰ ਗ੍ਰਾਸਪ ਕਰਨਾ, ਉਹਨੂੰ ਆਪਣੇ ਅੰਦਰ ਸਮਾਨ ਆਏ ਹੋ। ਉਸ ਦੇ ਬੇਸਿਸ 'ਤੇ ਉਹ ਸਿਲੈਕਸ਼ਨ ਹੁੰਦੀ ਹੈ। ਕਾਫੀ ਸਾਰੀ ਐਪਲੀਕੇਸ਼ਨਸ ਆਉਂਦੀਆਂ ਨੇ। ਮੇਰੇ ਟਾਈਮ ਆਈ ਗੈਸ 750-800 ਐਪਲੀਕੇਸ਼ਨਸ ਸੀ, ਅਤੇ ਉਹਦੇ ਵਿੱਚ ਉਹ 40 ਬੱਚੇ ਉਹ ਸਿਲੈਕਟ ਕਰਦੇ ਨੇ। ਜੀ, ਜਿਵੇਂ ਕਿ ਤੁਸੀਂ ਕਿਹਾ ਕਿ ਹਜੇ ਵੀ ਮੇਰੇ ਘਰ ਦੇ ਜਿਹੜੇ ਪੂਰੀ ਤਰ੍ਹਾਂ ਇਸ ਚੀਜ਼ ਨੂੰ ਅਸੈਪਟ ਨਹੀਂ ਕਰ ਪਾਏ, ਅਤੇ ਹੁਣ ਤੁਸੀਂ ਸਿਲੈਕਟ ਹੋਏ ਹੋ, ਅਤੇ ਹੁਣ ਕੀ ਹਾਲਾਤ ਹੈ? ਕਿਹੜੇ ਚੈਲੰਜਸ ਹੈ ਜਿਹੜੇ ਤੁਸੀਂ ਹਜੇ ਉਹਨਾਂ ਦਾ ਸਾਹਮਣਾ ਕਰ ਰਹੇ ਹੋ? ਹੁਣ ਸਿਰਫ ਫਿਲਹਾਲ ਤਾਂ ਜਿੱਦਾਂ ਹੁਣ ਮੈਂ ਦਿੱਲੀ, ਕਿਉਂਕਿ ਅਪ ਡਾਊਨ ਤਾਂ ਪੋਸੀਬਲ ਨਹੀਂ ਹੈ, ਅਤੇ ਮੈਨੂੰ ਦੂਸਰੇ ਸ਼ਹਿਰ ਦੇ ਵਿੱਚ ਰਹਿਣਾ ਪੈ ਰਿਹਾ ਹੈ। ਇੱਕ ਤਾਂ ਮੇਰੇ ਫਾਦਰ ਨਹੀਂ ਹੈ, ਅਤੇ ਮੇਰੀ ਬਹੁਤ ਵੱਡੀ ਰਿਸਪੋਂਸੀਬਿਲਿਟੀ ਹੈ ਮੇਰੇ ਮਦਰ ਜੀ, ਅਤੇ ਉਹ ਚਾਹੁੰਦੇ ਨਹੀਂ ਹੈ ਕਿ ਮੈਂ ਕਿਸੇ ਹੋਰ ਸਿਟੀ ਦੇ ਵਿੱਚ ਜਾ ਕੇ ਆਪਣਾ,
क्योंकि मेरी काफ़ी थोड़ी एज भी ज़्यादा हो चुकी है कि इस एज तक लोग अपने जड़े मतलब मेरी उम्र दे वो सैटल हो चुके हैं प्रोफैशनली, इनकम कमा रहे हैं, लेकिन मैं स्टिल स्टडी कर रहा। तो ये बहुत वड्डा चैलेंज है कि फाइनैंशियली कुछ हैल्प नहीं मिलती तो बट हाँ जो इंस्टीट्यूट है तो एक स्काई फंड दिंदा है थोड़ा जहा रिलैक्सेशन करने वास्ते, लेकिन स्टिल दिल्ली दे विच रह के सर्वाइव करना, उत्थे दे खर्चे मैनेज करना। तो फिर क्योंकि एक प्रोफैशन मेरा जिहा है कि जिन्हों अच्छा नहीं समझा जाता बॉयज़ वास्ते, तो स्टिल क्योंकि मैं सिख फैमिली तो बिलोंग करदा, तो आई डोंट थिंक सो कि सिख कम्यूनिटी दे कुछ हजे तक कोई भी इदां दा होएगा जिन्हां ने कथक कीता होएगा। तो उन्होंने लगता है कि सानू अपना कल्चर प्रमोट करना चाहिए। उन्होंने भी नहीं हजे तक पता कि ये कथक भी साडा ही कल्चर है जिन्हों असी ही लैके अगे जाना है। सो एक मैं तुहानूं पहला भी कहा सी जिद्दां हुंदा है कि नहीं लड़की कर ले है ना, पर एज अ बॉय आपां साडी एक सोच है कि असीं एक्सैप्ट ही नहीं करते। एक्चुअली बदलाव जदों आंदा है ना, बदलाव बड़ा कुछ हिला जांदा है। पिछलियां चीज़ां नूं खत्म करना और नवीं चीज़ नूं जो स्टार्टअप करना वो एक स्ट्रगल पीरीयड है, तुसीं उहदे विच खड़े हो इस टाइम ते है ना। तो मैं भी कहूँगी कि जदों बदलाव आंदा है तो अगली जनरेशन दे लई बड़ा फ़ायदेमंद हुंदा है ना। सो तुसीं अपने तो बाद दे जिहड़े बच्चे ने जिहड़े इस फील्ड च कुछ करना चाहते हैं या बनना चाहते हैं, चाहे फिर वो सिख फैमिली तो होण या हिंदू परिवार तो होण, लड़के होण, उन्हां नूं की कहोगे कि किस तरीके दे नाल वो, क्योंकि तुसीं स्ट्रगल कर चुके हो है ना। तो कई बार हुंदा है कि स्ट्रगल के दौरान कई पिछे हट जाते हैं, कई इदां दे भी हुंदे होणगे जिहड़े पिछे कर लैंदे आ पैर के नहीं। की कहोगे कि किस तरह की सोच के बस चलते जाओ? मैं एक तो ये गल शेयर करना चाहवांगा कि मैं अपने आप को बहुत ब्लैस समझदा, क्योंकि मैं 3 गुरुआं दे अंदर सीखिया, अश्विनी कथक जी दे अंदर, डॉक्टर संतोष व्यास जी दे अंदर ते समीक्षा शर्मा जी दे अंदर जो दिल्ली दे विच ने। ते उन्हां दा एक उन्हां दी सोच है कि वो तीनों पसंद करते हैं लड़कियां नूं प्रमोट करना, वो लड़कियां नूं ज़्यादा सिखाना पसंद करते हैं। स्पैशली मैं अश्विनी गुरु जी तो ट्रेनिंग जी स्टार्ट की सी, उन्होंने एक खास गल है कि वो लड़कियों को फ्री सिखाते हैं। तो उन्होंने तो ही इंस्पिरेशन सी कि वो खुद भी करते रहे हैं, तो उन्होंने मैंने सिखाया। तो ये है कि तुसी अपना एक डेस्टिनेशन फाइनल कर दो कि तुसी जे करना है तो फिर जो मर्जी हो जाए तो करना ही पैना है। हाँ जी, अप्स एंड डाउनस आते रहते हैं, लेकिन जो तुहानू अपना वे क्लीयर हैगा तो तुसी कुछ भी कर सकते हो। हाँ, प्रॉब्लम्स आंदियां ने, लड़के होने के नाते तो बहुत सारिया प्रॉब्लम्स आंदियां ने कि तुहानू अपनी इंडिपेंडेंस देखनी पैंदी है, थोड़ा फैमिली प्रैशर होंदा है कि अपनी फैमिली नू संभालना है। बट उहदे वास्ते भी तुसी अपना ये कर सकते हो कि अपना थोड़ा टाइम एडजस्ट करके तुसी अपना सोर्स ऑफ इनकम बना सकते हो, प्राइवेट ट्यूशनस दे सकते हो, तो अपना जो लर्निंग है वो चालू रखो। क्योंकि कथक एक समंदर है जिन्हों तुसी पार नहीं कर सकते, जिन्ना अंदर जाई जाओ उन्ना तुहानू समझ आना शुरू हो जाता है। इतनी गहराई है कि जिन्ना नीचे जाते जाओगे गहराई वधदी जाएगी। अच्छा, तुहाडी कथक नूं लैके किन्ने घंटे तक दी प्रैक्टिस हुंदी? किन्ना कहंदे अभ्यास तो बहुत करना पैंदा, फिर चाहे वो संगीत ही क्यों ना होवे या डांस होवे, है ना। किस तरह किद्दां तुसी अपना टाइम रखिया? पढ़ाई भी नाल नाल करदे रहे और ये भी नाल नाल, किस तरह उन्नू मैनेज किया? किन्ने घंटे लैंदे हो? हर किसी की कैपेसिटी अलग होंदी है, शरीरिक जो तुहाडी कैपेबिलिटी डिपेंड करती है कि तुसी किन्ने टाइम कर सकते हो। लेकिन मिनीमम तुहानू अपने नू पर्सनल टाइम जिहड़ा एटलीस्ट 3 तो 4 घंटे देने चाहिए ने, ताकि तुसी उन्नू समझो कि तुहाडी सोच, क्योंकि हर कोई एक परफॉर्मर जिहड़ा है वो डांस नू या किसी भी क्लासिकल आर्ट नू अलग नज़रिए ने देखता है। हर किसी का डांस के प्रति जिहड़ी सोच है अलग होंदी है, उन्होंने प्रेजेंट करने का ढंग अलग होंदा है। तो तुहानू वो 3-4 घंटे अपने आप नू दे के उन्होंने होर सुंदर बनाने की कोशिश करनी चाहिए है। अच्छा, जलंधर की गल कर लैंदे आ, जिद्दां आपां पहलां भी कहा कि कथक दा इत्थे लोकां नूं है ही नहीं, पता ही नहीं है। हरिवल्लभ संगीत सम्मेलन हुंदा है जिहड़ा कि शास्त्री संगीत नाल जुड़िया होया है, वो आपां सुनिया है ना। इहो जिहा सम्मेलन चलो साल च 1 बार हो जाता, थोड़ा बहुत जिन्हां नूं शौक हुंदा वो ते चले जांदे ने। ते कथक नूं लैके क्यों नहीं इस तरह के कोई सम्मेलन होंदे? क्योंकि कथक नूं लैके जागरूक नहीं है कुछ जो इंस्टीट्यूट है पंजाब दे विच। पर सब तो बड़ा ड्रॉबैक एक है कि जलंधर पूरे पंजाब दे विच जिहड़ा कथक सिखाने वाला एक ही इंस्टीट्यूट है जलंधर दे विच, जिहड़े प्रोफैशनल डिग्री दे रहे हैं। बाकी सारी जगह जिथे बॉयज़ नूं परमिशन है,
ਬਾਕੀ ਸਾਰੇ ਇੰਸਟੀਚਿਊਟ ਦੇ ਵਿੱਚ ਗਰਲਸ ਨੂੰ ਪਰਮਿਸ਼ਨ ਹੈ। ਅਤੇ ਇਸ ਕਰਕੇ ਜਦ ਉਹ ਇੰਸਟੀਚਿਊਟ ਹੀ ਸਿਰਫ ਯੂਥ ਫੈਸਟੀਵਲ ਦੀ ਪਰਫੋਰਮੈਂਸਿਸ ਤੱਕ ਸੀਮਿਤ ਹੈ, ਉਹ ਖੁਦ ਹੀ ਕੁਛ ਆਪਣੇ ਬੱਚਿਆਂ ਨੂੰ ਪ੍ਰਮੋਟ ਨਹੀਂ ਕਰਨਾ ਚਾਹੁੰਦਾ, ਤਾਂ ਫਿਰ ਡਾਂਸ ਕਿੱਥੇ ਅੱਗੇ ਜਾਏਗਾ। ਅਤੇ ਇੱਕ ਇਹ ਰੀਜ਼ਨ ਹੈ। ਦੂਸਰਾ ਕਿ ਲੋਕਾਂ ਨੂੰ ਨਹੀਂ ਪਈ ਕਿ ਕੱਥਕ ਨੂੰ ਪ੍ਰਮੋਟ ਕਰਨਾ ਚਾਹੀਦਾ, ਸ਼ਾਸਤਰੀ ਨ੍ਰਿੱਤ ਸ਼ਾਸਤਰੀ ਸੰਗੀਤ ਨੂੰ ਪ੍ਰਮੋਟ ਕਰਨਾ ਚਾਹੀਦਾ। ਹਰਵੱਲਭ ਇੱਕ ਬਹੁਤ ਪੁਰਾਣਾ ਫੈਸਟੀਵਲ ਹੈ ਜੋ ਕਿਉਂਕਿ ਉਹਨੂੰ ਕੈਰੀ ਕਰਨ ਵਾਸਤੇ ਇੱਕ ਇੰਸਟੀਚਿਊਟ ਇੱਕ ਕਮਿਊਨਿਟੀ ਹੈ ਜਿਹੜੀ ਉਹਨੂੰ ਚਾਲੂ ਰੱਖ ਰਹੀ ਹੈ, ਲੇਕਿਨ ਕੱਥਕ ਦੀ ਇੱਥੇ ਕੋਈ ਕਮਿਊਨਿਟੀ ਨਹੀਂ ਹੈ ਅਤੇ ਇਹ ਡਰੋਬੈਕ ਹੈ। ਅਤੇ ਜੇ ਰੱਬ ਨੇ ਚਾਹਿਆ ਤਾਂ ਮੈਂ ਅਤੇ ਮੇਰੇ ਜਿਹੜੇ ਵੀ 1-2 ਫਰੈਂਡ ਨੇ ਕਿ ਅਸੀਂ ਇਸ ਨੂੰ ਜਲੰਧਰ ਦੇ ਵਿੱਚ ਲੈ ਕੇ ਆਵਾਂਗੇ ਤਾਂ ਕਿ ਹੌਲੀ ਹੌਲੀ ਇੱਥੇ ਵੀ ਕੱਥਕ ਦੇ ਪ੍ਰਤੀ ਹੋਰ ਜਾਗਰੂਕਤਾ ਆਵੇ, ਲੋਕ ਸਿੱਖਣ, ਪ੍ਰਮੋਟ ਕਰਨ। ਕਿਉਂਕਿ ਯੂਜਲੀ ਇਹ ਹੁੰਦਾ ਕਿ ਜਦੋਂ ਆਪਾਂ ਕਿਤੋਂ ਅੱਛੀ ਜਗ੍ਹਾ ਸਿੱਖ ਲੈਂਦੇ ਹਾਂ, ਜਿੱਦਾਂ ਦਿੱਲੀ ਦੇ ਵਿੱਚ ਬਹੁਤ ਇਹ ਚੀਜ਼ ਹੁੰਦੀ ਹੈ ਕਿ ਅਲੱਗ-ਅਲੱਗ ਸਿਟੀਜ਼ ਦੇ ਵਿੱਚੋਂ ਲੋਕ ਆਉਂਦੇ ਨੇ, ਬੱਚੇ ਸਿੱਖਦੇ ਨੇ ਅਤੇ ਉਹ ਉੱਥੇ ਹੀ ਰਹਿ ਜਾਂਦੇ ਨੇ ਅਤੇ ਉਹ ਡਾਂਸ ਉੱਥੇ ਹੀ ਰਹਿ ਗਿਆ, ਉਹ ਵਾਪਿਸ ਨਹੀਂ ਜਾਂਦੇ ਆਪਣੀ ਸਿਟੀਜ਼ ਦੇ ਵਿੱਚ। ਅਗਰ ਉਹ ਆਪਣੀ ਸਿਟੀਜ਼ ਦੇ ਵਿੱਚ ਜਾਣਗੇ ਤਾਂ ਹੀ ਉਹਨਾਂ ਦੀ ਕਲਾ ਫੈਲੂਗੀ। ਜੇ ਤੁਸੀਂ ਜਿੱਥੇ ਤੇ ਡਾਂਸ ਹੈ ਉੱਥੇ ਤੁਸੀਂ ਫੈਲਾ ਕੇ ਕੀ ਕਰਨਾ ਹੈ, ਉੱਥੇ ਤਾਂ ਆਲਰੇਡੀ ਬਹੁਤ ਹੈ। ਤਾਂ ਤੁਹਾਨੂੰ ਜਾਣਾ ਚਾਹੀਦਾ ਆਪਣੇ ਸ਼ਹਿਰਾਂ ਦੇ ਵਿੱਚ ਤਾਂ ਕਿ ਤੁਸੀਂ ਡਾਂਸ ਨੂੰ ਹੋਰ ਵਧਾ ਸਕੋ। ਜਿਵੇਂ ਤੁਸੀਂ ਕਿਹਾ ਕਿ ਜਿਹੜੀ ਜਗ੍ਹਾ ਦੇ ਵਿੱਚ ਹੈਗਾ ਉੱਥੇ ਤਾਂ ਕਰਨ ਦਾ ਕੋਈ ਫਾਇਦਾ ਨਹੀਂ। ਵੈਸੇ ਤੁਹਾਨੂੰ ਕੀ ਲੱਗਦਾ ਕਿਹੜੀਆਂ ਸਟੇਟਸ ਦੇ ਵਿੱਚ ਫਿਰ ਵੀ ਇਹਨੂੰ ਕਾਫੀ ਜਿਹੜੀ ਹੈ ਮਿਲਦੀ ਹੈ, ਇਹਨੂੰ ਮਤਲਬ ਲੋਕਾਂ ਵੱਲੋਂ ਬੜਾ ਪਿਆਰ ਮਿਲਦਾ ਕੱਥਕ ਨੂੰ? ਕਿਹੜੀਆਂ ਸਟੇਟਸ ਨੇ ਇੰਡੀਆ 'ਚ? ਦਿੱਲੀ, ਮੁੰਬਈ, ਪੂਨੇ, ਰਾਜਸਥਾਨ ਦੇ ਵਿੱਚ ਵੀ ਕਾਫੀ ਇੰਸਟੀਚਿਊਟ ਨੇ। ਉਜੈਨ ਦੇ ਵਿੱਚ ਇੱਕ ਬਹੁਤ ਅੱਛਾ ਇੰਸਟੀਚਿਊਟ ਹੈ ਜੋ ਕੱਥਕ ਨੂੰ ਪ੍ਰਮੋਟ ਕਰਦਾ ਹੈ। ਇਸ ਤੋਂ ਇਲਾਵਾ ਐਕਚੁਅਲ ਮੇਂ ਫੋਰਨਰਸ ਜਿਹੜੇ ਹੈ ਉਹ ਬਹੁਤ ਪ੍ਰਮੋਟ ਕਰ ਰਹੇ ਨੇ। ਮਿਨਿਸਟਰੀ ਆਫ ਕਲਚਰ ਦੇ ਥਰੂ ਜਦੋਂ ਤੁਸੀਂ ICCR ਦੇ ਅੰਡਰ ਜਾਂਦੇ ਹੋ ਤਾਂ ਤੁਹਾਨੂੰ 3-4 ਸਾਲ ਵਾਸਤੇ ਇੱਕ ਇੰਸਟੀਚਿਊਟ ਫੋਰਨ ਦੇ ਥਰੂ ਇੱਕ ਤੁਹਾਨੂੰ ਐਸੋਸੀਏਸ਼ਨ ਇੱਕ ਪੋਸਟ ਦਿੱਤੀ ਜਾਂਦੀ ਹੈ ਜਿੱਥੇ ਤੁਸੀਂ ਐਜ਼ ਐਂਬੈਸਡਰ ਬਣ ਕੇ ਇੰਡੀਆ ਨੂੰ ਰਿਪਰੈਜ਼ੈਂਟ ਕਰਦੇ ਹੋ ਅਤੇ ਉੱਥੇ ਤੁਸੀਂ ਉੱਥੇ ਦੇ ਲੋਕਾਂ ਦੇ ਨਾਲ ਮਿਲ ਕੇ ਪਰਫੋਰਮੈਂਸਿਸ ਦਿੰਦੇ ਹੋ। ਅਤੇ ਫੋਰਨ ਦੇ ਵਿੱਚ ਬਹੁਤ ਸਾਰੇ ਇੰਡੀਅਨ ਸਾਡੇ ਇੰਸਟੀਚਿਊਟ ਨੇ ਜਿਹੜੇ ਕਲਾਸੀਕਲ ਡਾਂਸ ਨੂੰ ਉੱਥੇ ਪ੍ਰਮੋਟ ਕਰਦੇ ਨੇ। ਅਸੀਂ ਦੇਖਿਆ ਕਿ ਬਹੁਤ ਸਾਰੇ ਜਿਹੜੇ ਦੂਸਰੇ ਫੋਰਨਰਸ ਨੇ ਉਹ ਇਹਨੂੰ ਪਸੰਦ ਕਰਦੇ ਨੇ ਔਰ ਸਿੱਖਣ ਦੀ ਵੀ ਕੋਸ਼ਿਸ਼ ਕਰਦੇ ਨੇ, ਹੈ ਨਾ। ਸੋ ਮਨਪ੍ਰੀਤ ਜੀ, ਤੁਸੀਂ ਸਾਡੇ ਨਾਲ ਜੁੜੇ, ਸਾਨੂੰ ਕੱਥਕ ਡਾਂਸ ਦੇ ਬਾਰੇ ਇੰਨੀ ਗਹਿਰੀ ਮੈਂ ਕਹੂੰਗੀ ਜਾਣਕਾਰੀ ਦਿੱਤੀ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਧੰਨਵਾਦ ਜੀ ਤੁਹਾਡਾ ਵੀ। ਤੁਸੀਂ ਵੇਖ ਰਹੇ ਸੀ HSN TV ਤੇ ਖਾਸ ਮੁਲਾਕਾਤ। ਮੈਂ ਸੀ ਸ਼ੀਤਲ ਠਾਕੁਰ, ਮੇਰੇ ਨਾਲ ਨੇ ਕੈਮਰਾਮੈਨ ਕੁਨਾਲ। ਸਤਿ ਸ਼੍ਰੀ ਅਕਾਲ। HSN TV ਦੇ ਵਿੱਚ ਤੁਸੀਂ ਜੁੜੇ ਹੋਏ ਹੋ ਆਪਣੀ ਦੋਸਤ ਸ਼ੀਤਲ ਦੇ ਨਾਲ। ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਕਲਾ ਦੀ, ਸੰਗੀਤ ਦੀ। ਜੀਵਨ ਅਗਰ ਇੱਕ ਆਨੰਦ ਦਾ ਬਗੀਚਾ ਹੈ ਤਾਂ ਸੰਗੀਤ, ਨ੍ਰਿਤਯ, ਕਲਾ ਇਸ ਬਗੀਚੇ ਦੇ ਪਿਆਰੇ ਜਿਹੇ ਫੁੱਲ ਨੇ। ਅਗਰ ਜੀਵਨ ਇੱਕ ਵਹਿੰਦੀ ਹੋਈ ਨਦੀ ਹੈ ਤਾਂ ਇਸ ਨਦੀ ਦੀ ਲਹਿਰ ਬਣ ਕੇ ਸਾਹਮਣੇ ਆਉਂਦੇ ਨੇ ਨ੍ਰਿਤਯ, ਕਲਾ ਅਤੇ ਸੰਗੀਤ। ਸੋ ਅੱਜ ਮੈਨੂੰ ਲੱਗਦਾ ਹੈ ਕਿ ਤੁਸੀਂ ਮੇਰਾ ਇਸ਼ਾਰਾ ਸਮਝ ਗਏ ਹੋ। ਅੱਜ ਅਸੀਂ ਇੱਕ ਇਹੋ ਜਿਹੀ ਸ਼ਖਸੀਅਤ ਦੇ ਨਾਲ ਮੁਲਾਕਾਤ ਕਰਨ ਜਾ ਰਹੇ ਹਾਂ ਜਿਨ੍ਹਾਂ ਨੇ ਸੰਗੀਤ ਔਰ ਨ੍ਰਿਤਯ ਇਸ ਖੇਤਰ ਦੇ ਵਿੱਚ ਚੰਗਾ ਨਾਮ ਕਮਾਇਆ। ਔਰ ਹੈਰਾਨੀ ਵਾਲੀ ਗੱਲ ਇਹ ਹੈ ਕਿ ਉਹ ਇੱਕ ਸਿੱਖ ਪਰਿਵਾਰ ਤੋਂ ਨੇ, ਪੰਜਾਬ ਜਲੰਧਰ ਸ਼ਹਿਰ ਤੋਂ ਨੇ, ਜਿੱਥੇ ਕੱਥਕ ਨਾਮ ਤੋਂ ਪਰਹੇਜ਼ ਹੀ ਕੀਤਾ ਜਾਂਦਾ ਹੈ। ਕੱਥਕ ਨ੍ਰਿਤਯ ਦਾ ਨਾਮ ਸ਼ਾਇਦ ਜਾਂ ਪਹਿਚਾਨ ਬਹੁਤ ਹੀ ਘੱਟ ਹੈ। ਕੱਥਕ ਡਾਂਸ ਸਿਰਫ ਇੱਕ ਸਟੇਜ ਦੇ ਵਿੱਚ ਪਰਫਾਰਮੈਂਸ ਦੇ ਤੌਰ 'ਤੇ ਕਦੀ ਕਦਾਰ ਵੇਖਿਆ ਜਾਂਦਾ ਹੈ, ਪਰ ਇਹਦਾ ਸ਼ੌਂਕ ਜਾਂ ਇਹਦਾ ਜਜ਼ਬਾ ਸ਼ਾਇਦ ਪੰਜਾਬ ਦੇ ਵਿੱਚ ਹੈ ਹੀ ਨਹੀਂ।
ਸੋ ਆਓ ਮੁਲਾਕਾਤ ਕਰਦੇ ਹਾਂ। ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ। ਮਨਪ੍ਰੀਤ ਜੀ, ਤੁਹਾਡਾ ਸਾਡੇ ਟੀਵੀ ਦੇ ਵਿੱਚ ਸਾਡੇ ਨਾਲ ਜੁੜਨ ਦੇ ਲਈ ਬਹੁਤ-ਬਹੁਤ ਤੁਹਾਡਾ ਸਵਾਗਤ। ਸਤਿ ਸ਼੍ਰੀ ਅਕਾਲ ਜੀ। ਜਿਵੇਂ ਕਿ ਮੈਂ ਆਪਣੇ ਦਰਸ਼ਕਾਂ ਨੂੰ ਦੱਸਿਆ ਕਿ ਤੁਸੀਂ ਇੱਕ ਤਾਂ ਸਿੱਖ ਪਰਿਵਾਰ ਤੋਂ, ਉੱਤੋਂ ਪੰਜਾਬ ਤੋਂ ਬਿਲੋਂਗ ਕਰਦੇ ਹੋ, ਜਲੰਧਰ ਸ਼ਹਿਰ ਤੋਂ, ਔਰ ਡਾਂਸ ਦੇ ਨਾਲ, ਉਹ ਵੀ ਕੱਥਕ ਦੇ ਨਾਲ ਤੁਹਾਡਾ ਕਿਸ ਤਰ੍ਹਾਂ ਜੋੜ ਹੋਇਆ? ਮਤਲਬ ਕਿਸ ਤਰੀਕੇ ਦੇ ਨਾਲ ਤੁਹਾਡੇ ਜੀਵਨ ਦੇ ਵਿੱਚ ਇਹ ਲਹਿਰ ਆਈ ਕਿ ਮੈਂ ਇਹਦੇ ਵਿੱਚ ਜਾਣਾ? ਸ਼ੁਰੂਆਤ ਤਾਂ ਇਸ ਤਰ੍ਹਾਂ ਹੋਈ ਸੀ ਕਿ ਬਚਪਨ ਤੋਂ ਹੀ ਡਾਂਸ ਤੇ ਮੈਨੂੰ ਬਹੁਤ ਪਸੰਦ ਸੀ ਅਤੇ ਡਾਂਸ ਸਿੱਖਣ ਇੱਕ ਕਲਾਸੀਕਲ ਡਾਂਸ ਦਾ ਉਦੋਂ ਤੱਕ ਮੈਨੂੰ ਨਹੀਂ ਪਤਾ ਸੀ, ਪਰ ਜੋ ਬਾਲੀਵੁੱਡ ਮੂਵੀਜ਼ ਦੇ ਵਿੱਚ ਜੋ ਡਾਂਸ ਵਗੈਰਾ ਹੁੰਦਾ ਸੀ ਉਹ ਮੈਂ ਦੇਖਦਾ ਹੁੰਦਾ ਸੀ, ਘਰੇ ਕਰਦਾ ਹੁੰਦਾ ਸੀ। ਅਤੇ ਮੇਰੇ ਪਿਤਾ ਜੀ ਨੂੰ ਵੀ ਮੇਰਾ ਡਾਂਸ ਕਰਨਾ ਪਸੰਦ ਸੀ, ਇਸ ਕਰਕੇ ਉਹ ਵੀ ਮੈਨੂੰ ਡਾਂਸ ਸਿਖਾਉਣ ਲੈ ਕੇ ਜਾਂਦੇ ਸੀਗੇ। ਪਰ ਜਦੋਂ ਮੈਂ ਕਾਲਜ ਜੁਆਇਨ ਕੀਤਾ ਅਤੇ ਮੇਰੇ ਇੱਕ ਸੀਨੀਅਰ ਸੀਗੇ ਨਿਤਿਨ ਸ਼ਰਮਾ ਜੀ, ਅਤੇ ਉਹਨਾਂ ਨੇ ਕਲਾਸੀਕਲ ਡਾਂਸ ਦੀ ਪਰਫੋਰਮੈਂਸ ਦਿੱਤੀ ਸੀ। ਉਹਨਾਂ ਨੂੰ ਵੇਖ ਕੇ ਮੈਨੂੰ ਇੱਦਾਂ ਲੱਗਾ ਕਿ ਕੁਛ ਵੱਖਰਾ ਜਿਹਾ ਉਹਨਾਂ ਨੇ ਕੀਤਾ ਹੈ, ਜਿਹਨੂੰ ਦੇਖ ਕੇ ਥੋੜ੍ਹੀ ਅਟਰੈਕਸ਼ਨ ਹੋ ਗਈ ਕਿ ਮੈਨੂੰ ਵੀ ਕੁਛ ਅਜਿਹਾ ਸਿੱਖਣਾ ਚਾਹੀਦਾ, ਇਹਨੂੰ ਕਰੀਅਰ ਬਣਾਉਣਾ ਚਾਹੀਦਾ ਜਾਂ ਫਿਰ ਇਸ ਦੇ ਵਿੱਚ ਦੇਖਣਾ ਚਾਹੀਦਾ ਕੀ ਹੈ ਕੀ। ਅਤੇ ਉੱਥੋਂ ਮੈਂ ਆਪਣੇ ਡਾਂਸ ਕੱਥਕ ਦੀ ਸ਼ੁਰੂਆਤ ਉਹਨਾਂ ਨੂੰ ਦੇਖ ਕੇ ਕੀਤੀ ਹੈ। ਮਤਲਬ ਜਦੋਂ ਤੁਹਾਡੇ ਮਨ ਦੇ ਵਿੱਚ ਇਹ ਚੀਜ਼ ਆਈ ਕਿ ਮੈਂ ਇਹ ਕਰਨਾ ਜਾਂ ਮੇਰੇ ਅੰਦਰ ਹੈ, ਮੈਂ ਕਰਾਂ, ਹੈ ਨਾ, ਅਤੇ ਤੁਸੀਂ ਆਪਣੇ ਪਰਿਵਾਰ 'ਚ ਗੱਲ ਕਹੀ ਹੋਏਗੀ। ਦੇਖੋ, ਪੰਜਾਬ ਦੇ ਵਿੱਚ ਨਾ ਮੈਨੂੰ ਨਹੀਂ ਲੱਗਦਾ ਕਿ ਠੀਕ ਹੈ ਬਦਲਾਵ ਆਇਆ, ਪਰ ਇੰਨਾ ਨਹੀਂ ਆਇਆ ਕਿ ਕੋਈ ਆਪਣੇ ਬੱਚੇ ਨੂੰ ਕਹੇ ਕਿ ਹਾਂ ਤੂੰ ਇਹਨੂੰ ਐਜ਼ ਆ ਪ੍ਰੋਫੈਸ਼ਨ ਚੂਜ਼ ਕਰ ਜਾਂ ਇਹਨੂੰ ਜਾ ਕੇ ਸਿੱਖ। ਕਿੱਦਾਂ ਰਿਹਾ ਤੁਹਾਡੇ ਪਰਿਵਾਰ ਦਾ ਉਸ ਟਾਈਮ ਮਾਹੌਲ? ਕਿੱਦਾਂ ਉਹ ਮੰਨੇ? ਉਹ ਵੈਸੇ ਫਿਲਹਾਲ ਵੀ ਹਜੇ ਵੀ ਮੇਰੇ ਇਸ ਫੀਲਡ ਨੂੰ ਲੈ ਕੇ ਤਿਆਰ ਨਹੀਂ ਨੇ, ਪਰ ਜਦੋਂ ਮੈਂ ਸਿੱਖਣਾ ਸ਼ੁਰੂ ਕੀਤਾ ਪਹਿਲਾਂ ਤਾਂ 1-2 ਸਾਲ ਮੈਂ ਉਹਨਾਂ ਨੂੰ ਬਿਲਕੁਲ ਨਹੀਂ ਦੱਸਿਆ ਕਿ ਮੈਂ ਇੱਕ ਪ੍ਰੋਫੈਸ਼ਨਲ ਕਥਕ ਦੀ ਟ੍ਰੇਨਿੰਗ ਲੈ ਰਿਹਾ, ਅਤੇ ਕਾਫੀ ਟਾਈਮ ਮੈਂ ਇੱਦਾਂ ਹੀ ਸਿੱਖਦਾ ਰਿਹਾ ਆਪਣੇ ਫਰੈਂਡ ਦੇ ਨਾਲ ਆ ਜਾ ਕੇ। ਪਰ ਇੱਕ ਵਾਰੀ ਨਿਤਿਨ ਜੀ ਦੀ ਪਰਫੋਰਮੈਂਸ ਸੀਗੀ ਅਤੇ ਉਹਨਾਂ ਦੇ ਨਾਲ ਹੀ ਮੈਂ ਜਦੋਂ ਆਪਣੀ ਪ੍ਰੈਕਟਿਸ ਆਪਣੇ ਗੁਰੂ ਜੀ ਅਸ਼ਵਨੀ ਕਥਕ ਜੀ ਕੋਲ ਸਿੱਖਦਾ ਹੁੰਦਾ ਸੀਗਾ, ਅਤੇ ਉਹਨਾਂ ਦੇ ਨਾਲ ਹੀ ਉਹ ਮੈਨੂੰ ਵੀ ਤਿਆਰ ਕਰ ਰਹੇ ਸੀ ਕਿ ਹੁਣ ਤੁਸੀਂ ਆ ਰਹੇ ਹੋ ਅਤੇ ਨਾਲ ਦੇਖ ਕੇ ਸਿੱਖਦੇ ਰਹੋ, ਕਿਉਂਕਿ ਕਰਨ ਦੇ ਨਾਲ ਹੀ ਕਲਾ ਇੱਕ ਇੱਦਾਂ ਦੀ ਚੀਜ਼ ਹੈ ਜਿਹਨੂੰ ਬਾਰ-ਬਾਰ ਕਰੋ ਤਾਂ ਹੀ ਉਹ ਆਉਂਦੀ ਹੈ। ਅਤੇ ਉਹ ਬਿਮਾਰ ਹੋ ਗਏ ਸੀ ਅਤੇ ਉਹਨਾਂ ਦੀ ਜਗ੍ਹਾ ਮੈਨੂੰ ਮੇਰੇ ਗੁਰੂ ਜੀ ਨੇ ਪੁਸ਼ ਕੀਤਾ ਕਿ ਹੁਣ ਤੂੰ ਪਰਫੋਰਮ ਕਰ। ਅਤੇ ਉਦੋਂ ਮੈਂ ਪਰਫੋਰਮ ਕਰਨ ਲਈ ਇੱਕ ਇੰਸੀਡੈਂਟ ਦੱਸਣਾ ਚਾਹਾਂਗਾ ਕਿ ਮੈਂ ਉਹ ਪਰਫੋਰਮੈਂਸ ਦੇਣ ਲਈ ਆਪਣੇ ਨਿਤਿਨ ਦੇ ਘੁੰਗਰੂ ਘਰ ਲੈ ਕੇ ਗਿਆ, ਅਤੇ ਉਹ ਮੇਰੇ ਬੈਗ ਦੇ ਵਿੱਚ ਸੀ। ਉਹਨਾਂ ਦੀ ਆਵਾਜ਼ ਛਨ ਆ ਰਹੀ ਸੀ ਅਤੇ ਮੇਰੇ ਘਰ ਦੇ ਹੈਰਾਨ ਹੋ ਗਏ ਕਿ ਇਹ ਆਵਾਜ਼ ਕਿੱਥੋਂ ਆ ਰਹੀ ਹੈ। ਅਤੇ ਜਦੋਂ ਉਹਨਾਂ ਨੇ ਦੇਖਿਆ ਕਿ ਮੇਰੇ ਬੈਗ ਦੇ ਵਿੱਚ ਘੁੰਗਰੂ ਪਏ ਨੇ, ਅਤੇ ਅਗਲੇ ਦਿਨ ਮੇਰੀ ਪਰਫੋਰਮੈਂਸ ਸੀਗੀ ਅਤੇ ਉਹਨਾਂ ਨੇ ਮੇਰੇ ਘੁੰਗਰੂਆਂ ਦਾ ਬੈਗ ਲੁਕਾ ਦਿੱਤਾ ਤਾਂ ਕਿ ਮੈਂ ਪਰਫੋਰਮ ਹੀ ਨਾ ਕਰ ਸਕਾਂ। ਇਸ ਤਰ੍ਹਾਂ ਫਿਰ ਜਿੱਦਾਂ ਕਿੱਦਾਂ ਮੈਂ ਲੱਭ ਕੇ ਕਨਵਿੰਸ ਉਹਨਾਂ ਨੂੰ ਕੀਤਾ ਕਿ ਮੇਰੀ ਪਰਫੋਰਮੈਂਸ ਹੈ ਅਤੇ ਮੈਨੂੰ ਘੁੰਗਰੂ ਚਾਹੀਦੇ ਨੇ, ਅਤੇ ਉਸ ਟਾਈਮ 'ਤੇ ਉਹਨਾਂ ਨੇ ਦੇ ਦਿੱਤੇ। ਪਰ ਉਸ ਤੋਂ ਬਾਅਦ ਵੀ ਉਹਨਾਂ ਨੇ ਮੈਨੂੰ ਕਿਹਾ ਕਿ ਅਸੀਂ ਤਿਆਰ ਨਹੀਂ ਹੈਗੇ, ਤੁਸੀਂ ਜੇ ਡਾਂਸ ਸਿੱਖਣਾ ਹੈ ਅਤੇ ਆਪਣੇ ਪੰਜਾਬ ਦਾ ਡਾਂਸ ਸਿੱਖੋ, ਭੰਗੜਾ ਸਿੱਖੋ। ਅਤੇ ਕੱਥਕ, ਕਿਉਂਕਿ ਬਹੁਤ ਸਾਰੇ ਰੀਜ਼ਨ ਨੇ ਕਿ ਕੱਥਕ ਨੂੰ ਪਸੰਦ ਨਹੀਂ ਕੀਤਾ ਜਾਂਦਾ, ਕਿਉਂਕਿ ਬਾਲੀਵੁੱਡ ਮੂਵੀਜ਼ ਦੇ ਵਿੱਚ ਕੱਥਕ ਨੂੰ ਜਿਸ ਤਰੀਕੇ ਨਾਲ ਰਿਪਰੈਜ਼ੈਂਟ ਕੀਤਾ ਜਾਂਦਾ ਹੈ ਉਹ ਉਸ ਤਰ੍ਹਾਂ ਦਾ ਹੈ ਹੀ ਨਹੀਂ। ਅੱਜ ਕੱਲ੍ਹ TV ਰਿਐਲਿਟੀ ਸ਼ੋਜ਼ ਦੇ ਵਿੱਚ ਵੀ ਜੋ ਕੱਥਕ ਪ੍ਰੈਜ਼ੈਂਟ ਕੀਤਾ ਜਾਂਦਾ ਉਹ ਫਿਊਜ਼ਨ ਪ੍ਰੈਜ਼ੈਂਟ ਕੀਤਾ ਜਾਂਦਾ, ਪਿਓਰ ਫਾਰਮ ਉਹਦੀ ਨਹੀਂ ਕੀਤੀ ਜਾਂਦੀ। ਇਸੇ ਕਰਕੇ ਖਾਸ ਲੋਕਾਂ ਦਾ ਨਾ ਉਹਦੇ ਪ੍ਰਤੀ ਨਜ਼ਰੀਆ ਅੱਛਾ ਨਹੀਂ ਹੈ, ਖਾਸ ਕਰਕੇ ਪੰਜਾਬ ਦੇ ਵਿੱਚ ਤਾਂ ਕੱਥਕ ਦਾ ਵੀ ਕੋਈ ਹੈ ਹੀ ਨਹੀਂ, ਸਕੋਪ ਹੀ ਨਹੀਂ ਹੈ ਨਾ। ਇੱਕ ਇਹ ਵੀ ਰੀਜ਼ਨ ਹੋ ਸਕਦਾ ਹੈ ਕਿ ਇੱਕ ਤਾਂ ਨਾਰਥ ਇੰਡੀਆ ਦੀ ਓਰੀਜਨ ਨਹੀਂ ਹੈ, ਹੈ ਨਾ ਕੱਥਕ? ਨਹੀਂ, ਨਾਰਥ ਇੰਡੀਆ ਦਾ ਬਕਾਇਦਾ ਜਿਹੜਾ ਕਲਾਸੀਕਲ ਡਾਂਸ ਕੱਥਕ ਹੈ ਉਹ ਸਾਡੇ ਨਾਰਥ ਇੰਡੀਆ ਦਾ ਡਾਂਸ ਹੈ, ਯੂਪੀ ਵਾਲੀ ਸਾਈਡ ਦਾ। ਪਰ ਪੰਜਾਬ ਦੇ ਵਿੱਚ ਇੱਕ ਸੋਚ ਹੈ ਕਿ ਨਹੀਂ, ਜੇ ਡਾਂਸ ਕਰਨਾ ਹੈ ਗਿੱਧਾ ਕਰੋ, ਭੰਗੜਾ ਕਰੋ, ਹੈ ਨਾ। ਅੱਛਾ, ਇੱਕ ਤੁਸੀਂ ਸਿੱਖ ਪਰਿਵਾਰ ਤੋਂ ਸੀ, ਇੱਕ ਨਾ ਸੋਚ ਹੁੰਦੀ ਹੈ ਕਿ ਡਾਂਸ ਹੈ ਲੜਕੀ ਕਰੇਗੀ, ਹੈ ਨਾ, ਲੜਕੀ ਇਹਦੇ ਲਈ ਬਣੀ ਹੈ, ਜਾਂ ਲੜਕੀ ਦੇ ਅੰਦਰ ਉਹ ਸਾਰੇ ਇਮੋਸ਼ਨਸ ਆ ਸਕਦੇ ਨੇ ਜਿਹੜੇ ਕੱਥਕ ਦੇ ਵਿੱਚ ਹੁੰਦੇ ਨੇ। ਜਿਵੇਂ ਕਿ ਮੈਂ ਤੁਹਾਡਾ ਡਾਂਸ ਦੇਖਿਆ, ਉਹਦੇ ਵਿੱਚ ਐਗਰੈਸ਼ਨ ਵੀ ਆਈ ਹੈ, ਕਿਤੇ ਅਫੈਕਸ਼ਨ ਹੈ, ਲਵ ਵੀ ਹੈ ਨਾ। ਸੋ ਕਈ ਤਰ੍ਹਾਂ ਦੇ ਵੇਰੀਏਸ਼ਨਸ ਆਉਂਦੀਆਂ ਨੇ, ਅਤੇ ਇੱਕ ਸੋਚ ਹੁੰਦੀ ਹੈ ਕਿ ਨਹੀਂ ਇਹ ਸਿਰਫ ਵੇਰੀਏਸ਼ਨਸ ਲੜਕੀਆਂ ਦੇ ਅੰਦਰ ਹੁੰਦੀਆਂ ਨੇ। ਤੁਹਾਨੂੰ ਕੀ ਲੱਗਦਾ ਕਿ ਗਲਤ ਹੈ? ਬਿਲਕੁਲ ਜੀ, ਇਹ ਗਲਤ ਹੈ। ਰੱਬ ਦੇ ਬਣਾਏ ਦੋ ਹੀ ਬੰਦੇ ਨੇ, ਇੱਕ ਆਦਮੀ ਅਤੇ ਇੱਕ ਔਰਤ। ਦੋਨਾਂ ਦੇ ਸਿਰਫ ਫਿਜ਼ੀਕਲ ਡਿਫਰੈਂਸਿਸ ਹੈਗੇ ਨੇ, ਉਹਨਾਂ ਦੀ ਸ਼ਕਤੀ, ਕੈਪੇਬਿਲਿਟੀ, ਉਹਨਾਂ ਦੇ ਇਮੋਸ਼ਨ ਸਾਰੇ ਇੱਕ ਬਰਾਬਰ ਨੇ, ਕੋਈ ਫਰਕ ਨਹੀਂ ਹੈ ਉਹਦੇ ਵਿੱਚ। ਪਰ ਇਹ ਲੋਕਾਂ ਦੀ ਸੋਚ ਹੈ ਕਿ ਉਹਨਾਂ ਨੂੰ ਲੱਗਦਾ ਕਿ ਇੱਕ ਮੁੰਡਾ ਕਥਕ ਨਹੀਂ ਕਰ ਸਕਦਾ, ਕਿਉਂਕਿ ਉਹਦੇ ਵਿੱਚ ਉਹਨਾਂ ਨੂੰ ਇਸ ਤਰ੍ਹਾਂ ਲੱਗਦਾ ਕਿ ਉਹਦੇ ਵਿੱਚ ਫੈਮਿਨਿਨ ਕੁਆਲਿਟੀਜ਼ ਜ਼ਿਆਦਾ ਆ ਜਾਣਗੀਆਂ, ਜਦਕਿ ਇਸ ਤਰ੍ਹਾਂ ਨਹੀਂ ਹੁੰਦਾ। ਤੁਸੀਂ ਕੋਈ ਡਾਂਸ, ਕੋਈ ਕਲਾ ਸਿੱਖਦੇ ਹੋ, ਉਹਦੇ ਵਿੱਚ ਤੁਸੀਂ ਕਿਸ ਚੀਜ਼ ਨੂੰ, ਕਿਸ ਪੁਆਇੰਟ ਨੂੰ ਆਪਣੇ ਅੰਦਰ ਜ਼ਿਆਦਾ ਨਿਚੋੜ ਲੈਂਦੇ ਹੋ, ਉਹ ਤੁਹਾਡਾ ਵਿਅਕਤੀਤਵ ਬਣ ਜਾਂਦਾ ਹੈ। ਅਤੇ ਇਹ ਵੀ ਕਹਿਣਾ ਗਲਤ ਨਹੀਂ ਹੈ ਕਿ ਹਾਂ ਇਹ ਮੁਸ਼ਕਿਲ ਡਾਂਸ ਫਾਰਮ ਹੈ ਅਤੇ ਇਹਦੇ ਵਿੱਚੋਂ ਅਸੀਂ ਕੀ ਆਪਣਾ ਪਰਸਨੈਲਿਟੀ ਪਾਰਟ ਬਣਾ ਰਹੇ ਹਾਂ, ਉਹ ਸਾਡੇ 'ਤੇ ਹੈ। ਉਹ ਕਲਾ ਦੀ ਕੋਈ ਗਲਤੀ ਨਹੀਂ ਹੈਗੀ। ਕੁਛ ਹਾਂ ਮੈਂ ਕਹਿੰਦਾ ਕੁਛ ਫੈਮਿਨਿਨ ਹੋ ਜਾਂਦੇ ਨੇ,
ਪਰ ਉਹਨਾਂ ਦਾ ਆਪਣਾ ਬਿਹੇਵੀਅਰ, ਆਪਣੀ ਚੋਇਸ ਹੁੰਦੀ ਹੈ ਕਿ ਉਹਨਾਂ ਨੇ ਡਾਂਸ ਦੇ ਵਿੱਚੋਂ ਉਹ ਪੁਆਇੰਟ ਲਿਆ, ਕਿਉਂਕਿ ਜਿਹੜਾ ਡਾਂਸ ਦਾ ਕੱਥਕ ਦਾ ਓਰੀਜਨ ਹੈ ਉਹ ਤਾਂਡਵ ਡਾਂਸ ਤੋਂ ਹੈ। ਤਾਂਡਵ ਅਤੇ ਤਾਂਡਵ ਸ਼ਿਵ ਦਾ ਡਾਂਸ ਹੈ, ਤਾਂ ਉਹ ਇੱਕ ਵੀਗਰਸ ਡਾਂਸ ਫਾਰਮ ਹੈ, ਗੁੱਸੇ ਦੇ ਵਿੱਚ ਉਤਪੰਨ ਕੀਤਾ ਗਿਆ, ਆਨੰਦ ਦੇ ਵਿੱਚ ਵੀ ਉਹਨਾਂ ਨੇ ਕੀਤਾ, ਅਤੇ ਉਹ ਇੱਕ ਆਦਮੀ ਵੱਲੋਂ ਹੀ ਇਜਾਦ ਕੀਤਾ ਗਿਆ ਸੀ। ਪਰ ਇਹ ਜਿਹੜੀ ਸੋਚ ਹੈ ਜਾਂ ਮੈਂ ਕਹਾਂ ਅਵੇਅਰਨੈਸ ਹੈ ਜਿਹੜੀ ਇਹਦੇ ਬਾਰੇ ਲੋਕਾਂ ਨੂੰ ਨਹੀਂ ਹੈ, ਅਤੇ ਸ਼ਾਇਦ ਲੋਕ ਲੈਣਾ ਵੀ ਨਹੀਂ ਚਾਹੁੰਦੇ ਇਹਦੇ ਬਾਰੇ ਕੋਈ ਜ਼ਿਆਦਾ ਜਾਣਕਾਰੀ। ਬਿਲਕੁਲ ਬਿਲਕੁਲ, ਤੁਸੀਂ ਸਹੀ ਕਹਿ ਰਹੇ ਹੋ ਕਿ ਲੋਕ ਇਹਦੇ ਪ੍ਰਤੀ ਜਾਗਰੂਕ ਨਹੀਂ ਹੈ, ਅਤੇ ਉਹਨੂੰ ਜਾਣਨਾ ਵੀ ਨਹੀਂ, ਸਮਝਣਾ ਵੀ ਨਹੀਂ ਚਾਹੁੰਦੇ। ਕਿਉਂ? ਪਹਿਲਾ ਰੀਜ਼ਨ ਤਾਂ ਇਹ ਕਿ ਕਲਾਸੀਕਲ ਜਿਤਨੇ ਵੀ ਡਾਂਸ ਫਾਰਮ ਹੈ, ਕਲਾਵਾਂ ਵਾਂਗ ਸੰਗੀਤ ਆ, ਸਿੱਖਣ 'ਚ ਬਹੁਤ ਮੁਸ਼ਕਿਲ ਹੈ, ਬਹੁਤ ਟਾਈਮ ਲੈਂਦੀਆਂ ਨੇ, ਸਮਝ ਨਹੀਂ ਆਉਂਦੀਆਂ, ਅਤੇ ਇੱਕ ਨੋਰਮਲ ਆਦਮੀ ਵਾਸਤੇ ਇਹਨਾਂ ਨੂੰ ਸਮਝਣਾ, ਗ੍ਰਾਸਪ ਕਰਨਾ ਥੋੜ੍ਹਾ ਮੁਸ਼ਕਿਲ ਹੈ। ਇਸ ਕਰਕੇ ਲੋਕ ਅਵੋਇਡ ਕਰਦੇ, ਉਹਨਾਂ ਨੂੰ ਸਿਰਫ ਐਂਟਰਟੇਨਮੈਂਟ ਚਾਹੀਦਾ ਹੈ, ਜੋ ਕਿ ਬਾਲੀਵੁੱਡ ਵਿੱਚ ਮਸਾਲਾ ਮਿਲ ਜਾਂਦਾ ਹੈ, ਬਾਲੀਵੁੱਡ ਸੌਂਗਸ ਦੇ ਵਿੱਚ ਮਿਲ ਜਾਂਦਾ ਹੈ, ਗੇਮਸ ਦੇ ਵਿੱਚ ਮਿਲ ਜਾਂਦਾ ਹੈ। ਅਤੇ ਅੱਜ ਦੀ ਜਿੰਨੀ ਵੀ ਜਨਰੇਸ਼ਨ ਹੈ ਉਹ ਇਹਨਾਂ ਚੀਜ਼ਾਂ ਤੋਂ ਉਹ ਕੀ ਕੁਇੱਕ ਰਿਜ਼ਲਟ ਚਾਹੁੰਦੀਆਂ ਹੈ, ਅਤੇ ਇਸ ਕਰਕੇ ਉਹ ਰੂਟਸ ਦੇ ਨਾਲ ਕਨੈਕਟ ਨਾ ਹੋ ਕੇ ਉੱਪਰੀ ਸਤ੍ਹਾ ਦੇ 'ਤੇ ਰਹਿ ਕੇ ਸਾਰਾ ਕੁਛ ਉਹੀ ਹਾਸਲ ਕਰਨੀਆਂ ਚਾਹੁੰਦੀ, ਜਲਦੀ ਜਲਦੀ ਸਾਨੂੰ ਡਾਂਸ ਆ ਜਾਏ, ਹੈ ਨਾ। ਅੱਛਾ, ਇੱਕ ਚੀਜ਼ ਹੋਰ, ਜਿੱਦਾਂ ਅੱਜ ਕੱਲ੍ਹ ਸਕੂਲਾਂ 'ਚ ਆਪਾਂ ਦੇਖਦੇ, ਪੰਜਾਬ ਦੀ ਗੱਲ ਕਰਦੇ ਆ, ਪੰਜਾਬ ਦੇ ਸਕੂਲਾਂ 'ਚ ਡਾਂਸ ਐਕਟੀਵਿਟੀਜ਼ ਬਹੁਤ ਹੁੰਦੀਆਂ ਨੇ, ਪੇਰੈਂਟਸ ਦਾ ਵੀ ਥੋੜ੍ਹਾ ਜਿਹਾ ਰੁਝਾਨ ਹੈ ਕਿ ਬੱਚੇ ਨੂੰ ਸਟੱਡੀ ਦੇ ਨਾਲ ਨਾਲ ਡਾਂਸ ਵੱਲ ਲਗਾ ਦਿੱਤਾ ਜਾਏ। ਸੋ ਬਹੁਤ ਸਾਰੀਆਂ ਅਕੈਡਮੀਜ਼ ਨੇ ਜਿਹਦੇ ਵਿੱਚ ਡਾਂਸ ਸਿਖਾਇਆ ਜਾਂਦਾ, ਮੇਰੇ ਖਿਆਲ ਨਾਲ ਉਹ ਵੀ ਬਾਲੀਵੁੱਡ ਗੀਤਾਂ ਦੇ ਉੱਤੇ ਹੀ ਡਾਂਸ ਸਿਖਾਇਆ ਜਾਂਦਾ, ਹੈ ਨਾ। ਅਤੇ ਜ਼ਿਆਦਾ ਇਹਨੂੰ ਪ੍ਰੋਫੈਸ਼ਨ ਕਿਉਂ ਨਹੀਂ ਲੋਕ ਸੋਚਦੇ ਕਿ ਅਸੀਂ ਆਪਣੇ ਬੱਚੇ ਦਾ ਅਗਰ ਪ੍ਰੋਫੈਸ਼ਨ ਬਣਦਾ ਤਾਂ ਇਹਨੂੰ ਉੱਧਰ ਭੇਜੀਏ? ਵੈਸੇ ਕੀ ਸਕੋਪ ਹੈ ਅੱਗੇ ਇਹਦੇ ਵਿੱਚ? ਪ੍ਰੋਫੈਸ਼ਨਲੀ ਇਸ ਚੀਜ਼ ਦੇ ਵਿੱਚ ਬਹੁਤ ਸਕੋਪ ਹੈ, ਲੋਕਾਂ ਨੂੰ ਅਵੇਅਰਨੈਸ ਹੀ ਨਹੀਂ ਹੈ ਕਿ ਡਾਂਸ ਦੇ ਵਿੱਚ ਕੀ ਸਕੋਪ ਹੈ। ਫਸਟ ਕਿ ਤੁਸੀਂ ਅਗਰ ਡਾਂਸ ਦੇ ਵਿੱਚ ਡਿਗਰੀ ਕਰ ਲੈਂਦੇ ਹੋ, ਤੁਸੀਂ MA ਕਰ ਲੈਂਦੇ ਹੋ, ਫਿਰ ਤੁਸੀਂ PhD ਕਰਦੇ ਹੋ, ਤੁਸੀਂ ਇੱਕ ਡਾਕਟਰੇਟ ਬਣ ਸਕਦੇ ਹੋ, ਆਪਣੀ ਰਾਈਟਅਪਸ ਲਿਖ ਸਕਦੇ ਹੋ, ਆਪਣੀ ਬੁੱਕ ਪਬਲਿਸ਼ ਕਰ ਸਕਦੇ ਹੋ। ਫਸਟ ਇਹ ਹੈ ਕਿ ਤੁਸੀਂ ਡਾਕਟਰੇਟ ਬਣ ਕੇ ਤੁਸੀਂ ਗੌਰਮੈਂਟ ਇੰਸਟੀਟਿਊਟ ਦੇ ਵਿੱਚ ਬਾਕਾਇਦਾ ਪ੍ਰੋਫੈਸ਼ਨਲ ਵੈਕੈਂਸੀਆਂ ਨਿਕਲਦੀਆਂ ਨੇ ਕਲਾਸੀਕਲ ਡਾਂਸ ਵਾਸਤੇ, ਮਿਨਿਸਟਰੀ ਦੇ ਵਿੱਚ ਵੈਕੈਂਸੀਆਂ ਨਿਕਲਦੀਆਂ ਨੇ, ਰੇਲਵੇ ਦੇ ਵਿੱਚ ਸਪੈਸ਼ਲ ਇੱਕ ਕੋਟਾ ਹੈ ਜਿਹਦੇ ਵਿੱਚ ਉਹ ਇੱਕ ਹਰ ਸਾਲ ਕੋਈ ਨਾ ਕੋਈ ਆਪਣੇ ਖੇਤਰ ਦੇ ਵਿੱਚੋਂ ਇੱਕ ਕਲਾਸੀਕਲ ਡਾਂਸ ਵਾਲੇ ਨੂੰ ਕਰਦੇ ਨੇ। ਇਸੇ ਤਰ੍ਹਾਂ ਬਾਕੀ ਵੀ ਜਿੰਨੇ ਇੰਸਟੀਟਿਊਟ ਨੇ, ਮਿਨਿਸਟਰੀ ਆਫ ਕਲਚਰ ਦੇ ਅੰਤਰਗਤ ਬਹੁਤ ਸਕੋਪ ਨੇ। ਤੁਸੀਂ ICCR ਦੇ ਥਰੂ ਅਗਰ ਤੁਸੀਂ ਆਪਣਾ ਕੱਥਕ ਸਟਰੋਂਗ ਕਰਦੇ ਹੋ ਤਾਂ ਤੁਸੀਂ ਕਲਚਰਲ ਰਿਲੇਸ਼ਨਸ਼ਿਪ ਵਧਾਉਣ ਵਾਸਤੇ ਦੂਸਰੇ ਕੰਟਰੀਜ਼ ਦੇ ਵਿੱਚ ਜਾ ਕੇ ਆਪਣੇ ਭਾਰਤ ਨੂੰ ਰਿਪਰੈਜ਼ੈਂਟ ਕਰ ਸਕਦੇ ਹੋ। ਇਸ ਤੋਂ ਇਲਾਵਾ ਇੱਕ ਇੰਟਰਨਸ਼ਿਪ ਵੀ ਦਿੱਤੀ ਜਾਂਦੀ ਹੈ। ਕੱਥਕ ਕੇਂਦਰ ਜਿਹੜਾ ਇੰਸਟੀਟਿਊਟ ਹੈ ਉਹਦੇ ਵਿੱਚ ਤੁਹਾਨੂੰ ਬਕਾਇਦਾ ਇੰਟਰਨਸ਼ਿਪ ਦਿੱਤੀ ਜਾਂਦੀ ਹੈ, ਜਿੱਥੇ ਰਹਿ ਕੇ ਤੁਸੀਂ ਕੱਥਕ ਨੂੰ ਪ੍ਰਮੋਟ ਕਰ ਸਕਦੇ ਹੋ, ਤੁਹਾਨੂੰ ਰੈਗੂਲਰ ਉੱਥੇ ਪਰਫੋਰਮੈਂਸਿਸ ਕਰਨ ਨੂੰ ਮਿਲਦੀਆਂ ਨੇ। ਤਾਂ ਤੁਸੀਂ ਇੱਕ ਗੁਰੂ ਦੇ ਪਦ ਦੇ ਵਿੱਚ ਵੀ ਆਪਣਾ ਜਾ ਸਕਦੇ ਹੋ, ਤੁਸੀਂ ਅੱਛੀ ਸਟੱਡੀ ਕਰਕੇ ਆਪਣਾ ਇੰਸਟੀਟਿਊਟ ਖੋਲ੍ਹ ਸਕਦੇ ਹੋ। ਤਾਂ ਬਹੁਤ ਸਾਰੀ ਓਪਰਚੁਨਿਟੀਜ਼ ਨੇ, ਬਸ ਇਹ ਹੈ ਕਿ ਲੋਕਾਂ ਨੂੰ ਇਹਦੇ ਬਾਰੇ ਅਵੇਅਰਨੈਸ ਨਹੀਂ ਹੈ ਕਿ ਇਹਦੇ ਵਿੱਚ ਕੀ ਹੈ। ਬਸ ਉਹ ਇੱਕ ਰਵਾਇਤ ਬਣੀ ਹੋਈ ਹੈ ਕਿ ਬੱਚਾ ਪੜ੍ਹ ਰਿਹਾ ਹੈ ਜਾਂ ਮੈਡੀਕਲ ਕਰੇਗਾ, ਨॉन ਮੈਡੀਕਲ ਕਰੇਗਾ, ਕਮਰਸ ਕਰੇਗਾ, ਹੈ ਨਾ। ਅਗਰ ਮਿਊਜ਼ਿਕ ਹੈ ਤਾਂ ਇੱਕ ਸਿੰਗਿੰਗ ਤੱਕ ਹੀ ਉਹ ਹੁੰਦਾ ਹੈ ਨਾ। ਅੱਜ ਕੱਲ੍ਹ ਤਾਂ ਉਹ ਵੀ ਬਹੁਤ ਜ਼ਿਆਦਾ, ਮੈਂ ਕਹੂੰਗੀ ਕਿ ਹਰ ਕੋਈ ਸਿੰਗਰ ਵੀ ਬਣਦਾ ਜਾ ਰਿਹਾ, ਪਰ ਉਹ ਗੱਲਬਾਤ ਨਹੀਂ ਹੁੰਦੀ। ਇੱਦਾਂ ਹੀ ਜਿਵੇਂ ਕਿ ਤੁਸੀਂ ਇਸ ਵਾਰੀ ਨੈਸ਼ਨਲ ਇੰਸਟੀਟਿਊਟ ਹੈ ਕੱਥਕ ਦਾ, ਉਹਦੇ ਵਿੱਚ ਤੁਸੀਂ ਚੁਣੇ ਗਏ ਹੋ, ਔਰ ਮੈਂ ਆਪਣੇ ਦਰਸ਼ਕਾਂ ਨੂੰ ਦੱਸਦਾ ਕਿ ਪੰਜਾਬ ਦੇ ਇਹ ਦੂਸਰੇ ਇਹੋ ਜਿਹੇ ਵਿਅਕਤੀ ਨੇ ਜਿਹੜੇ ਕਿ ਉਹਦੇ ਲਈ ਚੁਣੇ ਗਏ ਨੇ। ਅੱਗੇ ਉੱਥੇ ਕੀ ਸਕੋਪ ਹੈ ਇਸ ਚੀਜ਼ ਦਾ? ਅਗਰ ਬੱਚੇ ਜਦੋਂ ਚੁਣ ਕੇ ਉੱਥੇ ਜਾਂਦੇ ਨੇ, ਉਹ ਸਾਰਾ ਪ੍ਰੋਸੀਜਰ ਸਾਨੂੰ ਦੱਸੋ। ਕੱਥਕ ਕੇਂਦਰ ਦਾ ਇੱਕ ਮਿਨਿਸਟਰੀ ਆਫ ਕਲਚਰ ਦੇ ਅੰਦਰ ਆਉਂਦਾ ਹੈ, ਜਿਵੇਂ ਕਿ ਇੱਕ ਨੈਸ਼ਨਲ ਸਕੂਲ ਆਫ ਡਰਾਮਾ NSD ਹੈ, ਉਹਦੇ ਹੀ ਪੈਰਲਲ ਨੈਸ਼ਨਲ ਇੰਸਟੀਟਿਊਟ ਆਫ ਕੱਥਕ ਹੈ, ਜਿਹਦੇ ਵਿੱਚ ਹਰ ਸਾਲ ਉਹ 40 ਤੋਂ 45 ਬੱਚੇ ਪੂਰੇ ਵਰਲਡ ਦੇ ਵਿੱਚੋਂ ਸਿਲੈਕਟ ਕਰਦੇ ਨੇ ਕੋਰਸਿਸ ਵਾਸਤੇ। ਅਲੱਗ-ਅਲੱਗ ਕੋਰਸਿਸ ਨੇ ਉੱਥੇ, ਡਿਪਲੋਮਾ ਕੋਰਸਿਸ, ਪੋਸਟ ਡਿਪਲੋਮਾ ਕੋਰਸਿਸ, ਫਾਊਂਡੇਸ਼ਨ ਕੋਰਸਿਸ, ਅਤੇ ਉਹਨਾਂ ਦੇ ਵਿੱਚ ਉਹਨਾਂ ਨੂੰ ਬਕਾਇਦਾ ਕੱਥਕ ਦੀ ਟ੍ਰੇਨਿੰਗ ਦਿੱਤੀ ਜਾਂਦੀ ਹੈ। ਨਾ ਕੇਵਲ ਕੱਥਕ ਦੀ, ਉਹਦੇ ਵਿੱਚ ਤੁਹਾਨੂੰ ਵੋਕਲ ਵੀ ਸਿਖਾਇਆ ਜਾਂਦਾ, ਕਲਾਸੀਕਲ ਮਿਊਜ਼ਿਕ, ਤੁਹਾਨੂੰ ਕਲਾਸੀਕਲ ਇੰਸਟਰੂਮੈਂਟ ਤਬਲਾ ਜਾਂ ਪਖਾਵਤ ਸਿਖਾਇਆ ਜਾਂਦਾ ਹੈ, ਤੁਹਾਨੂੰ ਯੋਗਾ ਸਿਖਾਇਆ ਜਾਂਦਾ ਹੈ, ਡਾਂਸ ਦੀ ਥਿਊਰੀ ਪੜ੍ਹਾਈ ਜਾਂਦੀ ਹੈ, ਤਾਂ ਕਿ ਤੁਸੀਂ ਚਾਰੋਂ ਪੰਜੋ ਚੀਜ਼ਾਂ ਨੂੰ ਮਿਲਾ ਕੇ ਤੁਹਾਡੀ ਨੌਲੇਜ ਵੱਧ ਸਕੇ, ਤੁਸੀਂ ਇੱਕ ਆਪਣੀ ਪਰਫੋਰਮੈਂਸ ਤਿਆਰ ਕਰ ਸਕੋ। ਉਸ ਇੰਸਟੀਟਿਊਟ ਦੇ ਵਿੱਚ ਤੁਸੀਂ ਅਲੱਗ-ਅਲੱਗ ਗੁਰੂਆਂ ਦੇ ਅੰਦਰ ਉਹਨਾਂ ਦੀ ਕੋਰੀਓਗ੍ਰਾਫੀਜ਼ ਪਰਫੋਰਮ ਕਰਦੇ ਹੋ। ਜੇ ਤੁਹਾਡਾ ਡਾਂਸ ਪਰਫੋਰਮੈਂਸ ਅੱਛਾ ਹੋ ਜਾਂਦਾ ਹੈ ਤਾਂ ਦਿੱਲੀ ਦੇ ਵਿੱਚ ਬਹੁਤ ਸਾਰੇ ਪ੍ਰਾਈਵੇਟ ਇੰਸਟੀਟਿਊਟ ਨੇ ਜੋ ਰੈਗੂਲਰ ਸ਼ੋਜ਼ ਕਰਦੇ ਨੇ, ਆਪਣੇ ਆਰਟਿਸਟ ਨੂੰ ਪੇ ਕਰਦੇ ਨੇ, ਬੈਲੇਟ ਬਣਾਉਂਦੇ ਨੇ, ਫੋਰਨ ਵਗੈਰਾ ਦੇ ਟ੍ਰਿਪ ਲਗਾਉਂਦੇ ਨੇ, ਅਤੇ ਸਕੋਪ ਤਾਂ ਬਹੁਤ ਹੈ ਇਸ। ਜੀ, ਤੇ ਕਿੰਨੇ ਬੱਚੇ ਉੱਥੇ ਜਿੱਦਾਂ ਤੁਸੀਂ ਸਿਲੈਕਟ ਹੋਏ ਹੋ ਪੰਜਾਬ ਤੋਂ, ਹੈ ਨਾ, ਹੋਰ ਕਿ ਅਲੱਗ-ਅਲੱਗ ਸਟੇਟਸ ਤੋਂ ਕਿੰਨੇ ਟੋਟਲ ਉਹ ਬੈਚ ਲੈਂਦੇ ਨੇ, ਕਿੰਨੇ ਬੱਚਿਆਂ ਦਾ? ਹਰ ਕੋਰਸ ਦੇ ਅਲੱਗ ਨੇ। ਜਿੱਦਾਂ ਮੈਂ ਡਿਪਲੋਮਾ ਕੋਰਸ ਦੇ ਵਿੱਚ ਲਿਆ, ਸਾਡੇ ਪੂਰੇ ਬੈਚ ਦੇ ਵਿੱਚ ਟੋਟਲ 40 ਬੱਚੇ ਨੇ, ਜਿਹੜੇ ਕੁਝ ਝਾਰਖੰਡ, ਮਹਾਰਾਸ਼ਟਰ, ਪੂਨੇ, ਗੁਜਰਾਤ, ਰਾਜਸਥਾਨ
ਇੱਦਾਂ ਸਾਰੇ ਅਲੱਗ-ਅਲੱਗ ਜਿਹੜੇ ਸਿਟੀਜ਼ ਦੇ ਵਿੱਚੋਂ ਆ ਕੇ ਉੱਥੇ ਸਿਲੈਕਟ ਹੁੰਦੇ ਨੇ। ਬਕਾਇਦਾ ਪੂਰਾ ਇੰਟਰਵਿਊ ਹੁੰਦਾ ਹੈ, 5-6 ਜੱਜ ਬੈਠਦੇ ਨੇ ਸਾਹਮਣੇ, ਉਹ ਤੁਹਾਨੂੰ ਕੁਐਸਚਨਿੰਗ ਕਰਦੇ ਨੇ, ਤੁਹਾਡਾ ਡਾਂਸ ਦੇਖਦੇ ਨੇ, ਤੁਹਾਡੀ ਨੌਲੇਜ ਦੇਖਦੇ ਨੇ ਕਿ ਤੁਸੀਂ ਕੀ ਸਿੱਖਿਆ, ਤੁਸੀਂ ਡਾਂਸ ਨੂੰ ਕੀ ਸਮਝਦੇ ਹੋ। ਇਹ ਵੀ ਜੱਜ ਕੀਤਾ ਜਾਂਦਾ ਹੈ ਕਿ ਤੁਸੀਂ ਸਿਰਫ ਸਿੱਖਣ ਆਏ ਹੋ ਜਾਂ ਉਹਨੂੰ ਗ੍ਰਾਸਪ ਕਰਨਾ, ਉਹਨੂੰ ਆਪਣੇ ਅੰਦਰ ਸਮਾਨ ਆਏ ਹੋ। ਉਸ ਦੇ ਬੇਸਿਸ 'ਤੇ ਉਹ ਸਿਲੈਕਸ਼ਨ ਹੁੰਦੀ ਹੈ। ਕਾਫੀ ਸਾਰੀ ਐਪਲੀਕੇਸ਼ਨਸ ਆਉਂਦੀਆਂ ਨੇ। ਮੇਰੇ ਟਾਈਮ ਆਈ ਗੈਸ 750-800 ਐਪਲੀਕੇਸ਼ਨ ਸੀ ਅਤੇ ਉਹਦੇ ਵਿੱਚੋਂ 40 ਬੱਚੇ ਉਹ ਸਿਲੈਕਟ ਕਰਦੇ ਨੇ ਜੀ। ਜਿਵੇਂ ਕਿ ਤੁਸੀਂ ਕਿਹਾ ਕਿ ਹਜੇ ਵੀ ਮੇਰੇ ਘਰ ਦੇ ਜਿਹੜੇ ਪੂਰੀ ਤਰ੍ਹਾਂ ਇਸ ਚੀਜ਼ ਨੂੰ ਅਸੈਪਟ ਨਹੀਂ ਕਰ ਪਾਏ, ਅਤੇ ਹੁਣ ਤੁਸੀਂ ਸਿਲੈਕਟ ਹੋਏ ਹੋ, ਅਤੇ ਹੁਣ ਕੀ ਹਾਲਾਤ ਹੈ? ਕਿਹੜੀ ਮਤਲਬ ਕਿਹੜੇ ਚੈਲੰਜਸ ਹੈ ਜਿਹੜੇ ਤੁਸੀਂ ਹਜੇ ਉਹਨਾਂ ਦਾ ਸਾਹਮਣਾ ਕਰ ਰਹੇ ਹੋ? ਹੁਣ ਸਿਰਫ ਫਿਲਹਾਲ ਤਾਂ ਜਿੱਦਾਂ ਹੁਣ ਮੈਂ ਦਿੱਲੀ, ਕਿਉਂਕਿ ਅਪ ਡਾਊਨ ਤਾਂ ਪੋਸੀਬਲ ਨਹੀਂ ਹੈ ਅਤੇ ਮੈਨੂੰ ਦੂਸਰੇ ਸ਼ਹਿਰ ਦੇ ਵਿੱਚ ਰਹਿਣਾ ਪੈ ਰਿਹਾ ਹੈ। ਇੱਕ ਤਾਂ ਮੇਰੇ ਫਾਦਰ ਨਹੀਂ ਹੈ ਅਤੇ ਮੇਰੀ ਬਹੁਤ ਵੱਡੀ ਰਿਸਪੋਂਸੀਬਿਲਿਟੀ ਹੈ ਮੇਰੇ ਮਦਰ ਜੀ, ਅਤੇ ਉਹ ਚਾਹੁੰਦੇ ਨਹੀਂ ਹੈ ਕਿ ਮੈਂ ਕਿਸੇ ਹੋਰ ਸਿਟੀ ਦੇ ਵਿੱਚ ਜਾ ਕੇ ਆਪਣਾ, ਕਿਉਂਕਿ ਮੇਰੀ ਕਾਫੀ ਥੋੜ੍ਹੀ ਏਜ ਵੀ ਜ਼ਿਆਦਾ ਹੋ ਚੁੱਕੀ ਹੈ ਕਿ ਇਸ ਏਜ ਤੱਕ ਲੋਕ ਆਪਣੇ ਜਿਹੜੇ ਮਤਲਬ ਮੇਰੀ ਉਮਰ ਦੇ ਉਹ ਸੈਟਲ ਹੋ ਚੁੱਕੇ ਨੇ, ਪ੍ਰੋਫੈਸ਼ਨਲੀ ਇਨਕਮ ਕਮਾ ਰਹੇ ਨੇ, ਲੇਕਿਨ ਮੈਂ ਸਟਿਲ ਸਟੱਡੀ ਕਰ ਰਿਹਾ। ਅਤੇ ਇਹ ਬਹੁਤ ਵੱਡਾ ਚੈਲੰਜ ਹੈ ਕਿ ਫਾਈਨੈਂਸ਼ੀਅਲੀ ਕੁਛ ਹੈਲਪ ਨਹੀਂ ਮਿਲਦੀ ਤੁਹਾਨੂੰ, ਬਟ ਹਾਂ ਜਿਹੜਾ ਇੰਸਟੀਟਿਊਟ ਹੈ ਤੁਹਾਨੂੰ ਇੱਕ ਸਕਾਈ ਫੰਡ ਦਿੰਦਾ ਥੋੜ੍ਹਾ ਜਿਹਾ ਰਿਲੈਕਸੇਸ਼ਨ ਕਰਨ ਵਾਸਤੇ, ਲੇਕਿਨ ਸਟਿਲ ਦਿੱਲੀ ਦੇ ਵਿੱਚ ਰਹਿ ਕੇ ਸਰਵਾਈਵ ਕਰਨਾ, ਉੱਥੇ ਦੇ ਖਰਚੇ ਮੈਨੇਜ ਕਰਨਾ, ਅਤੇ ਫਿਰ ਕਿਉਂਕਿ ਇੱਕ ਪ੍ਰੋਫੈਸ਼ਨ ਮੇਰਾ ਇਹ ਜਿਹਾ ਹੈ ਕਿ ਜਿਹਨੂੰ ਅੱਛਾ ਨਹੀਂ ਸਮਝਿਆ ਜਾਂਦਾ ਬॉयਜ਼ ਵਾਸਤੇ, ਅਤੇ ਉਹ ਸਟਿਲ ਕਿਉਂਕਿ ਮੈਂ ਸਿੱਖ ਫੈਮਿਲੀ ਤੋਂ ਬਿਲੋਂਗ ਕਰਦਾ, ਅਤੇ ਆਈ ਡੋਂਟ ਥਿੰਕ ਸੋ ਕਿ ਸਿੱਖ ਕਮਿਊਨਿਟੀ ਦੇ ਕੁਝ ਹਜੇ ਤੱਕ ਕੋਈ ਵੀ ਇੱਦਾਂ ਦਾ ਹੋਏਗਾ ਜਿਨ੍ਹਾਂ ਨੇ ਕੱਥਕ ਕੀਤਾ ਹੋਏਗਾ, ਅਤੇ ਉਹਨਾਂ ਨੂੰ ਲੱਗਦਾ ਕਿ ਸਾਨੂੰ ਆਪਣਾ ਕਲਚਰ ਪ੍ਰਮੋਟ ਕਰਨਾ ਚਾਹੀਦਾ। ਉਹਨਾਂ ਨੂੰ ਵੀ ਨਹੀਂ ਹਜੇ ਤੱਕ ਪਤਾ ਕਿ ਇਹ ਕੱਥਕ ਵੀ ਸਾਡਾ ਹੀ ਕਲਚਰ ਹੈ ਜਿਹਨੂੰ ਅਸੀਂ ਹੀ ਲੈ ਕੇ ਅੱਗੇ ਜਾਣਾ ਹੈ। ਸੋ ਇੱਕ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਜਿੱਦਾਂ ਹੁੰਦਾ ਕਿ ਨਹੀਂ ਲੜਕੀ ਕਰ ਲਏ ਹੈ ਨਾ, ਪਰ ਐਜ਼ ਅ ਬॉय ਆਪਾਂ ਸਾਡੀ ਇੱਕ ਸੋਚ ਹੈ ਕਿ ਅਸੀਂ ਐਕਸੈਪਟ ਹੀ ਨਹੀਂ ਕਰਦੇ। ਐਕਚੁਅਲੀ ਬਦਲਾਵ ਜਦੋਂ ਆਉਂਦਾ ਨਾ, ਬਦਲਾਵ ਬੜਾ ਕੁਝ ਹਿਲਾ ਜਾਂਦਾ। ਪਿਛਲੀਆਂ ਚੀਜ਼ਾਂ ਨੂੰ ਖ਼ਤਮ ਕਰਨਾ ਔਰ ਨਵੀਂ ਚੀਜ਼ ਨੂੰ ਜੋ ਸਟਾਰਟਅਪ ਕਰਨਾ, ਉਹ ਇੱਕ ਸਟਰਗਲ ਪੀਰੀਅਡ ਹੈ। ਤੁਸੀਂ ਉਹਦੇ ਵਿੱਚ ਖੜ੍ਹੇ ਹੋ ਇਸ ਟਾਈਮ 'ਤੇ, ਹੈ ਨਾ। ਅਤੇ ਮੈਂ ਇਹ ਵੀ ਕਹੂੰਗੀ ਕਿ ਜਦੋਂ ਬਦਲਾਵ ਆਉਂਦਾ ਅਤੇ ਉਹ ਅਗਲੀ ਜਨਰੇਸ਼ਨ ਦੇ ਲਈ ਬੜਾ ਫਾਇਦੇਮੰਦ ਹੁੰਦਾ ਹੈ ਨਾ। ਸੋ ਤੁਸੀਂ ਆਪਣੇ ਤੋਂ ਬਾਅਦ ਦੇ ਜਿਹੜੇ ਬੱਚੇ ਨੇ ਜਿਹੜੇ ਇਸ ਫੀਲਡ 'ਚ ਕੁਛ ਕਰਨਾ ਚਾਹੁੰਦੇ ਨੇ ਜਾਂ ਬਣਨਾ ਚਾਹੁੰਦੇ ਨੇ, ਚਾਹੇ ਫਿਰ ਉਹ ਸਿੱਖ ਫੈਮਿਲੀ ਤੋਂ ਹੋਣ ਜਾਂ ਹਿੰਦੂ ਪਰਿਵਾਰ ਤੋਂ ਹੋਣ, ਲੜਕੇ ਹੋਣ, ਉਹਨਾਂ ਨੂੰ ਕੀ ਕਹੋਗੇ ਕਿ ਕਿਸ ਤਰੀਕੇ ਦੇ ਨਾਲ ਉਹ, ਕਿਉਂਕਿ ਤੁਸੀਂ ਸਟਰਗਲ ਕਰ ਚੁੱਕੇ ਹੋ ਹੈ ਨਾ, ਅਤੇ ਕਈ ਵਾਰੀ ਹੁੰਦਾ ਹੈ ਕਿ ਸਟਰਗਲ ਦੇ ਦੌਰਾਨ ਕਈ ਪਿੱਛੇ ਹਟ ਜਾਂਦੇ ਆ, ਕਈ ਇੱਦਾਂ ਦੇ ਵੀ ਹੁੰਦੇ ਹੋਣਗੇ ਜਿਹੜੇ ਪਿੱਛੇ ਕਰ ਲੈਂਦੇ ਆ ਪੈਰ ਕੇ ਨਹੀਂ। ਕੀ ਕਹੋਗੇ ਕਿ ਕਿਸ ਤਰ੍ਹਾਂ ਕੀ ਸੋਚ ਕੇ ਬਸ ਚੱਲਦੇ ਜਾਓ? ਮੈਂ ਇੱਕ ਤਾਂ ਇਹ ਗੱਲ ਸ਼ੇਅਰ ਕਰਨਾ ਚਾਹਾਂਗਾ ਕਿ ਮੈਂ ਆਪਣੇ ਆਪ ਨੂੰ ਬਹੁਤ ਬਲੈਸ ਸਮਝਦਾ, ਕਿਉਂਕਿ ਮੈਂ 3 ਗੁਰੂਆਂ ਦੇ ਅੰਦਰ ਸਿੱਖਿਆ। ਅਸ਼ਵਨੀ ਕਥਕ ਜੀ ਦੇ ਅੰਦਰ, ਡਾਕਟਰ ਸੰਤੋਸ਼ ਵਿਆਸ ਜੀ ਦੇ ਅੰਦਰ, ਅਤੇ ਸਮੀਕਸ਼ਾ ਸ਼ਰਮਾ ਜੀ ਦੇ ਅੰਦਰ ਜੋ ਦਿੱਲੀ ਦੇ ਵਿੱਚ ਨੇ। ਅਤੇ ਉਹਨਾਂ ਦੀ ਸੋਚ ਹੈ ਕਿ ਉਹ ਤਿੰਨੋਂ ਪਸੰਦ ਕਰਦੇ ਨੇ ਲੜਕਿਆਂ ਨੂੰ ਪ੍ਰਮੋਟ ਕਰਨਾ, ਉਹ ਲੜਕਿਆਂ ਨੂੰ ਜ਼ਿਆਦਾ ਸਿਖਾਉਣਾ ਪਸੰਦ ਕਰਦੇ ਨੇ। ਸਪੈਸ਼ਲੀ ਮੈਂ ਅਸ਼ਵਨੀ ਗੁਰੂ ਜੀ ਤੋਂ ਟ੍ਰੇਨਿੰਗ ਜਿਹੜੀ ਸਟਾਰਟ ਕੀਤੀ ਸੀ, ਉਹਨਾਂ ਦੀ ਇੱਕ ਖਾਸ ਗੱਲ ਹੈ ਕਿ ਉਹ ਲੜਕਿਆਂ ਨੂੰ ਫ੍ਰੀ ਸਿਖਾਉਂਦੇ ਨੇ, ਅਤੇ ਉਹਨਾਂ ਤੋਂ ਹੀ ਇੰਸਪੀਰੇਸ਼ਨ ਸੀ ਕਿ ਉਹ ਖੁਦ ਵੀ ਕਰਦੇ ਰਹੇ ਨੇ ਅਤੇ ਉਹਨਾਂ ਨੇ ਮੈਨੂੰ ਸਿਖਾਇਆ। ਅਤੇ ਇਹ ਹੈ ਕਿ ਤੁਸੀਂ ਆਪਣਾ ਇੱਕ ਡੈਸਟੀਨੇਸ਼ਨ ਫਾਈਨਲ ਕਰ ਦਿਓ ਕਿ ਤੁਸੀਂ ਜੇ ਕਰਨਾ ਹੈ ਅਤੇ ਫਿਰ ਜੋ ਮਰਜ਼ੀ ਹੋ ਜਾਏ ਤੁਹਾਨੂੰ ਕਰਨਾ ਹੀ ਪੈਣਾ ਹੈ। ਹਾਂਜੀ, ਅਪਸ ਐਂਡ ਡਾਊਨਸ ਆਉਂਦੇ ਰਹਿੰਦੇ ਨੇ, ਲੇਕਿਨ ਜਦੋਂ ਤੁਹਾਨੂੰ ਆਪਣਾ ਵੇ ਕਲੀਅਰ ਹੈਗਾ ਤਾਂ ਤੁਸੀਂ ਕੁਛ ਵੀ ਕਰ ਸਕਦੇ ਹੋ। ਹਾਂ, ਪ੍ਰੋਬਲਮਸ ਆਉਂਦੀਆਂ ਨੇ, ਲੜਕੇ ਹੋਣ ਦੇ ਨਾਤੇ ਤਾਂ ਬਹੁਤ ਸਾਰੀਆਂ ਪ੍ਰੋਬਲਮਸ ਆਉਂਦੀਆਂ ਨੇ ਕਿ ਤੁਹਾਨੂੰ ਆਪਣੀ ਇੰਡੀਪੈਂਡੈਂਸ ਦੇਖਣੀ ਪੈਂਦੀ ਹੈ, ਤੁਹਾਡਾ ਫੈਮਿਲੀ ਪ੍ਰੈਸ਼ਰ ਹੁੰਦਾ ਹੈ ਕਿ ਆਪਣੀ ਫੈਮਿਲੀ ਨੂੰ ਸੰਭਾਲਣਾ ਹੈ, ਬਟ ਉਹਦੇ ਵਾਸਤੇ ਵੀ ਤੁਸੀਂ ਆਪਣਾ ਇਹ ਕਰ ਸਕਦੇ ਹੋ ਕਿ ਆਪਣਾ ਥੋੜ੍ਹਾ ਟਾਈਮ ਐਡਜਸਟ ਕਰਕੇ ਤੁਸੀਂ ਆਪਣਾ ਸੋਰਸ ਆਫ ਇਨਕਮ ਬਣਾ ਸਕਦੇ ਹੋ, ਪ੍ਰਾਈਵੇਟ ਟਿਊਸ਼ਨਸ ਦੇ ਸਕਦੇ ਹੋ, ਅਤੇ ਆਪਣਾ ਜਿਹੜਾ ਲਰਨਿੰਗ ਹੈ ਉਹ ਚਾਲੂ ਰੱਖੋ, ਕਿਉਂਕਿ ਕੱਥਕ ਇੱਕ ਸਮੁੰਦਰ ਹੈ ਜਿਹਨੂੰ ਤੁਸੀਂ ਪਾਰ ਨਹੀਂ ਕਰ ਸਕਦੇ। ਜਿੰਨਾ ਅੰਦਰ ਜਾਈ ਜਾਓ ਉਹਨਾਂ ਤੁਹਾਨੂੰ ਸਮਝ ਆਉਣਾ ਸ਼ੁਰੂ ਹੋ ਜਾਂਦਾ ਹੈ। ਇੰਨੀ ਗਹਿਰਾਈ ਹੈ ਕਿ ਜਿੰਨਾ ਨੀਚੇ ਜਾਂਦੇ ਜਾਓਗੇ ਗਹਿਰਾਈ ਵੱਧਦੀ ਜਾਏਗੀ। ਅੱਛਾ, ਤੁਹਾਡੀ ਕੱਥਕ ਨੂੰ ਲੈ ਕੇ ਕਿੰਨੇ ਘੰਟੇ ਤੱਕ ਦੀ ਪ੍ਰੈਕਟਿਸ ਹੁੰਦੀ? ਕਿੰਨਾ ਕੁ ਕਹਿੰਦੇ ਅਭਿਆਸ ਤਾਂ ਬਹੁਤ ਕਰਨਾ ਪੈਂਦਾ, ਫਿਰ ਚਾਹੇ ਉਹ ਸੰਗੀਤ ਹੀ ਕਿਉਂ ਨਾ ਹੋਵੇ ਜਾਂ ਡਾਂਸ ਹੋਵੇ, ਹੈ ਨਾ। ਕਿਸ ਤਰ੍ਹਾਂ ਕਿੱਦਾਂ ਤੁਸੀਂ ਆਪਣਾ ਟਾਈਮ ਰੱਖਿਆ? ਪੜ੍ਹਾਈ ਵੀ ਨਾਲ ਕਰਦੇ ਰਹੇ ਔਰ ਇਹ ਵੀ ਨਾਲ ਕਿਸ ਤਰ੍ਹਾਂ ਉਹਨੂੰ ਮੈਨੇਜ ਕੀਤਾ? ਕਿੰਨੇ ਘੰਟੇ ਲੈਂਦੇ ਹੋ? ਹਰ ਕਿਸੇ ਦੀ ਕਪੈਸਿਟੀ ਅਲੱਗ ਹੁੰਦੀ ਹੈ, ਸਰੀਰਿਕ ਜੋ ਤੁਹਾਡੀ ਕੈਪੇਬਿਲਿਟੀ ਉਹ ਡਿਪੈਂਡ ਕਰਦੀ ਹੈ ਕਿ ਤੁਸੀਂ ਕਿੰਨੇ ਟਾਈਮ ਕਰ ਸਕਦੇ ਹੋ, ਲੇਕਿਨ ਮਿਨੀਮਮ ਤੁਹਾਨੂੰ ਆਪਣੇ ਨੂੰ ਪਰਸਨਲ ਟਾਈਮ ਜਿਹੜਾ ਐਟਲੀਸਟ 3 ਤੋਂ 4 ਘੰਟੇ ਦੇਣੇ ਚਾਹੀਦੇ ਨੇ, ਤਾਂ ਕਿ ਤੁਸੀਂ ਉਹਨੂੰ ਸਮਝੋ ਕਿ ਤੁਹਾਡੀ ਸੋਚ
क्योंकि हर कोई एक परफॉर्मर जिहड़ा है ਉਹ ਡਾਂਸ ਨੂੰ ਜਾਂ ਕਿਸੇ ਵੀ ਕਲਾਸੀਕਲ ਆਰਟ ਨੂੰ ਅਲੱਗ ਨਜ਼ਰੀਏ ਨਾਲ ਦੇਖਦਾ ਹੈ। ਹਰ ਕਿਸੇ ਦਾ ਡਾਂਸ ਦੇ ਪ੍ਰਤੀ ਜਿਹੜੀ ਸੋਚ ਹੈ ਅਲੱਗ ਹੁੰਦੀ ਹੈ, ਉਹਨੂੰ ਪ੍ਰੈਜ਼ੈਂਟ ਕਰਨ ਦਾ ਢੰਗ ਅਲੱਗ ਹੁੰਦਾ ਹੈ ਅਤੇ ਤੁਹਾਨੂੰ ਉਹ 3-4 ਘੰਟੇ ਆਪਣੇ ਆਪ ਨੂੰ ਦੇ ਕੇ ਉਹਨੂੰ ਹੋਰ ਸੁੰਦਰ ਬਣਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਅੱਛਾ, ਜਲੰਧਰ ਦੀ ਗੱਲ ਕਰ ਲੈਂਦੇ ਹਾਂ। ਜਿੱਦਾਂ ਆਪਾਂ ਪਹਿਲਾਂ ਵੀ ਕਿਹਾ ਕਿ ਕੱਥਕ ਦਾ ਇੱਥੇ ਲੋਕਾਂ ਨੂੰ ਹੈ ਹੀ ਨਹੀਂ, ਪਤਾ ਹੀ ਨਹੀਂ ਹੈ। ਹਰੀਵੱਲਭ ਸੰਗੀਤ ਸੰਮੇਲਨ ਹੁੰਦਾ ਜਿਹੜਾ ਕਿ ਸ਼ਾਸਤਰੀ ਸੰਗੀਤ ਨਾਲ ਜੁੜਿਆ ਹੋਇਆ, ਉਹ ਆਪਾਂ ਸੁਣਿਆ ਹੈ ਨਾ। ਇਹੋ ਜਿਹਾ ਸੰਮੇਲਨ ਚਲੋ ਸਾਲ 'ਚ ਇੱਕ ਵਾਰ ਹੋ ਜਾਂਦਾ, ਥੋੜ੍ਹਾ ਬਹੁਤ ਜਿਹਨਾਂ ਨੂੰ ਸ਼ੌਂਕ ਹੁੰਦਾ ਉਹ ਤਾਂ ਚਲੇ ਜਾਂਦੇ ਨੇ। ਅਤੇ ਕੱਥਕ ਨੂੰ ਲੈ ਕੇ ਕਿਉਂ ਨਹੀਂ ਇਸ ਤਰ੍ਹਾਂ ਦੇ ਕੋਈ ਸੰਮੇਲਨ ਹੁੰਦੇ? ਕਿਉਂਕਿ ਕੱਥਕ ਨੂੰ ਲੈ ਕੇ ਜਾਗਰੂਕ ਨਹੀਂ ਹੈ ਕੁਝ ਜੋ ਇੰਸਟੀਟਿਊਟ ਹੈ ਪੰਜਾਬ ਦੇ ਵਿੱਚ। ਪਰ ਸਭ ਤੋਂ ਵੱਡਾ ਡਰੋਬੈਕ ਇੱਕ ਹੈ ਕਿ ਜਲੰਧਰ ਪੂਰੇ ਪੰਜਾਬ ਦੇ ਵਿੱਚ ਜਿਹੜਾ ਕੱਥਕ ਸਿਖਾਉਣ ਵਾਲਾ ਇੱਕ ਹੀ ਇੰਸਟੀਟਿਊਟ ਹੈ ਜਲੰਧਰ ਦੇ ਵਿੱਚ, ਜਿਹੜੇ ਪ੍ਰੋਫੈਸ਼ਨਲ ਡਿਗਰੀ ਦੇ ਰਿਹਾ। ਬਾਕੀ ਸਾਰੀ ਜਗ੍ਹਾ ਜਿੱਥੇ ਬॉयਜ਼ ਨੂੰ ਪਰਮਿਸ਼ਨ ਹੈ, ਬਾਕੀ ਸਾਰੇ ਇੰਸਟੀਟਿਊਟ ਦੇ ਵਿੱਚ ਗਰਲਜ਼ ਨੂੰ ਪਰਮਿਸ਼ਨ ਹੈ। ਅਤੇ ਇਸ ਕਰਕੇ ਜਦ ਉਹ ਇੰਸਟੀਟਿਊਟ ਹੀ ਸਿਰਫ ਯੂਥ ਫੈਸਟੀਵਲ ਦੀ ਪਰਫੋਰਮੈਂਸਿਸ ਤੱਕ ਸੀਮਿਤ ਹੈ, ਉਹ ਖੁਦ ਹੀ ਕੁਝ ਆਪਣੇ ਬੱਚਿਆਂ ਨੂੰ ਪ੍ਰਮੋਟ ਨਹੀਂ ਕਰਨਾ ਚਾਹੁੰਦਾ, ਤਾਂ ਫਿਰ ਡਾਂਸ ਕਿੱਥੇ ਅੱਗੇ ਜਾਏਗਾ। ਅਤੇ ਇੱਕ ਇਹ ਰੀਜ਼ਨ ਹੈ। ਦੂਸਰਾ ਕਿ ਲੋਕਾਂ ਨੂੰ ਨਹੀਂ ਪਈ ਕਿ ਕੱਥਕ ਨੂੰ ਪ੍ਰਮੋਟ ਕਰਨਾ ਚਾਹੀਦਾ, ਸ਼ਾਸਤਰੀ ਨ੍ਰਿੱਤ ਸ਼ਾਸਤਰੀ ਸੰਗੀਤ ਨੂੰ ਪ੍ਰਮੋਟ ਕਰਨਾ ਚਾਹੀਦਾ। ਹਰਵੱਲਭ ਇੱਕ ਬਹੁਤ ਪੁਰਾਣਾ ਫੈਸਟੀਵਲ ਹੈ ਜੋ ਕਿਉਂਕਿ ਉਹਨੂੰ ਕੈਰੀ ਕਰਨ ਵਾਸਤੇ ਇੱਕ ਇੰਸਟੀਟਿਊਟ ਇੱਕ ਕਮਿਊਨਿਟੀ ਹੈ ਜਿਹੜੀ ਉਹਨੂੰ ਚਾਲੂ ਰੱਖ ਰਹੀ ਹੈ, ਲੇਕਿਨ ਕੱਥਕ ਦੀ ਇੱਥੇ ਕੋਈ ਕਮਿਊਨਿਟੀ ਨਹੀਂ ਹੈ ਅਤੇ ਇਹ ਡਰੋਬੈਕ ਹੈ। ਅਤੇ ਜੇ ਰੱਬ ਨੇ ਚਾਹਿਆ ਤਾਂ ਮੈਂ ਅਤੇ ਮੇਰੇ ਜਿਹੜੇ ਵੀ 1-2 ਫਰੈਂਡ ਨੇ ਕਿ ਅਸੀਂ ਇਸ ਨੂੰ ਜਲੰਧਰ ਦੇ ਵਿੱਚ ਲੈ ਕੇ ਆਵਾਂਗੇ ਤਾਂ ਕਿ ਹੌਲੀ ਹੌਲੀ ਇੱਥੇ ਵੀ ਕੱਥਕ ਦੇ ਪ੍ਰਤੀ ਹੋਰ ਜਾਗਰੂਕਤਾ ਆਵੇ, ਲੋਕ ਸਿੱਖਣ, ਪ੍ਰਮੋਟ ਕਰਨ। ਕਿਉਂਕਿ ਯੂਜਲੀ ਇਹ ਹੁੰਦਾ ਕਿ ਜਦੋਂ ਆਪਾਂ ਕਿਤੋਂ ਅੱਛੀ ਜਗ੍ਹਾ ਸਿੱਖ ਲੈਂਦੇ ਹਾਂ, ਜਿੱਦਾਂ ਦਿੱਲੀ ਦੇ ਵਿੱਚ ਬਹੁਤ ਇਹ ਚੀਜ਼ ਹੁੰਦੀ ਹੈ ਕਿ ਅਲੱਗ-ਅਲੱਗ ਸਿਟੀਜ਼ ਦੇ ਵਿੱਚ ਲੋਕ ਆਉਂਦੇ ਨੇ, ਬੱਚੇ ਸਿੱਖਦੇ ਨੇ ਅਤੇ ਉਹ ਉੱਥੇ ਹੀ ਰਹਿ ਜਾਂਦੇ ਨੇ ਅਤੇ ਉਹ ਡਾਂਸ ਉੱਥੇ ਹੀ ਰਹਿ ਗਿਆ, ਉਹ ਵਾਪਿਸ ਨਹੀਂ ਜਾਂਦੇ ਆਪਣੀ ਸਿਟੀਜ਼ ਦੇ ਵਿੱਚ। ਅਗਰ ਉਹ ਆਪਣੀ ਸਿਟੀਜ਼ ਦੇ ਵਿੱਚ ਜਾਣਗੇ ਤਾਂ ਹੀ ਉਹਨਾਂ ਦੀ ਕਲਾ ਫੈਲੂਗੀ। ਜੇ ਤੁਸੀਂ ਜਿੱਥੇ ਤੇ ਡਾਂਸ ਹੈ ਉੱਥੇ ਤੁਸੀਂ ਫੈਲਾ ਕੇ ਕੀ ਕਰਨਾ ਹੈ? ਉੱਥੇ ਤਾਂ ਆਲਰੇਡੀ ਬਹੁਤ ਹੈ। ਤਾਂ ਤੁਹਾਨੂੰ ਜਾਣਾ ਚਾਹੀਦਾ ਆਪਣੇ ਸ਼ਹਿਰਾਂ ਦੇ ਵਿੱਚ ਤਾਂ ਕਿ ਤੁਸੀਂ ਡਾਂਸ ਨੂੰ ਹੋਰ ਵਧਾ ਸਕੋ। ਜਿਵੇਂ ਤੁਸੀਂ ਕਿਹਾ ਕਿ ਜਿਹੜੀ ਜਗ੍ਹਾ ਦੇ ਵਿੱਚ ਹੈਗਾ ਉੱਥੇ ਤਾਂ ਕਰਨ ਦਾ ਕੋਈ ਫਾਇਦਾ ਨਹੀਂ। ਵੈਸੇ ਤੁਹਾਨੂੰ ਕੀ ਲੱਗਦਾ ਕਿਹੜੀਆਂ ਸਟੇਟਸ ਦੇ ਵਿੱਚ ਫਿਰ ਵੀ ਇਹਨੂੰ ਕਾਫੀ ਜਿਹੜੀ ਹੈ ਮਿਲਦੀ ਹੈ, ਇਹਨੂੰ ਮਤਲਬ ਲੋਕਾਂ ਵੱਲੋਂ ਬੜਾ ਪਿਆਰ ਮਿਲਦਾ ਕੱਥਕ ਨੂੰ? ਕਿਹੜੀਆਂ ਸਟੇਟਸ ਨੇ ਇੰਡੀਆ 'ਚ? ਦਿੱਲੀ, ਮੁੰਬਈ, ਪੂਨੇ, ਰਾਜਸਥਾਨ ਦੇ ਵਿੱਚ ਵੀ ਕਾਫੀ ਇੰਸਟੀਟਿਊਟ ਨੇ। ਉਜੈਨ ਦੇ ਵਿੱਚ ਇੱਕ ਬਹੁਤ ਅੱਛਾ ਇੰਸਟੀਟਿਊਟ ਹੈ ਜੋ ਕੱਥਕ ਨੂੰ ਪ੍ਰਮੋਟ ਕਰਦਾ ਹੈ। ਇਸ ਤੋਂ ਇਲਾਵਾ ਐਕਚੁਅਲ ਮੇਂ ਫੋਰਨਰਸ ਜਿਹੜੇ ਹੈ ਉਹ ਬਹੁਤ ਪ੍ਰਮੋਟ ਕਰ ਰਹੇ ਨੇ। ਮਿਨਿਸਟਰੀ ਆਫ ਕਲਚਰ ਦੇ ਥਰੂ ਜਦੋਂ ਤੁਸੀਂ ICCR ਦੇ ਅੰਡਰ ਜਾਂਦੇ ਹੋ ਤਾਂ ਤੁਹਾਨੂੰ 3-4 ਸਾਲ ਵਾਸਤੇ ਇੱਕ ਇੰਸਟੀਟਿਊਟ ਫੋਰਨ ਦੇ ਥਰੂ ਇੱਕ ਤੁਹਾਨੂੰ ਐਸੋਸੀਏਸ਼ਨ ਇੱਕ ਪੋਸਟ ਦਿੱਤੀ ਜਾਂਦੀ ਹੈ ਜਿੱਥੇ ਤੁਸੀਂ ਐਜ਼ ਐਂਬੈਸਡਰ ਬਣ ਕੇ ਇੰਡੀਆ ਨੂੰ ਰਿਪਰੈਜ਼ੈਂਟ ਕਰਦੇ ਹੋ ਅਤੇ ਉੱਥੇ ਤੁਸੀਂ ਉੱਥੇ ਦੇ ਲੋਕਾਂ ਦੇ ਨਾਲ ਮਿਲ ਕੇ ਪਰਫੋਰਮੈਂਸਿਸ ਦਿੰਦੇ ਹੋ। ਅਤੇ ਫੋਰਨ ਦੇ ਵਿੱਚ ਬਹੁਤ ਸਾਰੇ ਇੰਡੀਅਨ ਸਾਡੇ ਇੰਸਟੀਟਿਊਟ ਨੇ ਜਿਹੜੇ ਕਲਾਸੀਕਲ ਡਾਂਸ ਨੂੰ ਉੱਥੇ ਪ੍ਰਮੋਟ ਕਰਦੇ ਨੇ। ਅਸੀਂ ਦੇਖਿਆ ਕਿ ਬਹੁਤ ਸਾਰੇ ਜਿਹੜੇ ਦੂਸਰੇ ਫੋਰਨਰਸ ਨੇ ਉਹ ਇਹਨੂੰ ਪਸੰਦ ਕਰਦੇ ਨੇ ਔਰ ਸਿੱਖਣ ਦੀ ਵੀ ਕੋਸ਼ਿਸ਼ ਕਰਦੇ ਨੇ, ਹੈ ਨਾ। ਸੋ ਮਨਪ੍ਰੀਤ ਜੀ, ਤੁਸੀਂ ਸਾਡੇ ਨਾਲ ਜੁੜੇ, ਸਾਨੂੰ ਕੱਥਕ ਡਾਂਸ ਦੇ ਬਾਰੇ ਇੰਨੀ ਗਹਿਰੀ ਮੈਂ ਕਹੂੰਗੀ ਜਾਣਕਾਰੀ ਦਿੱਤੀ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਧੰਨਵਾਦ ਜੀ ਤੁਹਾਡਾ ਵੀ। ਤੁਸੀਂ ਵੇਖ ਰਹੇ ਸੀ HSN TV ਤੇ ਖਾਸ ਮੁਲਾਕਾਤ। ਮੈਂ ਸੀ ਸ਼ੀਤਲ ਠਾਕੁਰ, ਮੇਰੇ ਨਾਲ ਨੇ ਕੈਮਰਾਮੈਨ ਕੁਨਾਲ।